ਜੀ ਸਾਰਿਆਂ ਨੂੰ। ਤੁਹਾਡਾ ਸਾਰਿਆਂ ਦਾ ਆਪਣੇ ਅੱਜ ਦੇ ਇਸ ਆਨਲਾਈਨ ਸੈਸ਼ਨ ਦੇ ਵਿੱਚ ਮੈਂ ਰਸ਼ਵਿੰਦਰ ਇੰਪੈਕਟ ਕਲਾਸਿਸ 'ਤੇ ਸਵਾਗਤ ਕਰਦਾ। ਸੋ ਆਪਾਂ ਡਿਸਕਸ ਕਰਨੇ ਅੱਜ ਦੇ ਕਰੰਟ ਅਫੇਅਰ ਸਤੰਬਰ ਮੰਥ ਦੇ, ਹੈ ਨਾ। ਆਪਣੇ ਕਰੰਟ ਅਫੇਅਰ ਚੱਲ ਰਹੇ ਸੀਗੇ ਅਤੇ ਉਹਦੇ 2 ਭਾਗ ਆਪਾਂ ਦੇਖ ਚੁੱਕੇ ਹਾਂ ਆਲਰੇਡੀ, ਮਤਲਬ ਤੁਹਾਨੂੰ ਨਾਲ ਸ਼ੇਅਰ ਕਰ ਦਿੱਤੇ ਗਏ ਨੇ ਚੈਨਲ 'ਤੇ। ਅਤੇ ਇਹ ਹੈਗਾ ਪਾਰਟ ਤੀਜਾ, ਜਿਹਦੇ ਵਿੱਚ ਹੁਣ ਤੱਕ ਅਸੀਂ ਨੇ ਜਿਵੇਂ ਦੂਸਰਾ ਪਾਰਟ ਇਕੋਨਮੀ ਦੇ ਨਾਲ ਰਿਲੇਟਡ ਸੀ, ਅਰਥ ਸ਼ਾਸਤਰ ਦੇ ਨਾਲ, ਵਿਵਸਥਾ ਜਿਹੜੀ ਆਪਣੀ ਆਰਥਿਕ ਵਿਵਸਥਾ ਹੈਗੀ ਹੈ ਦੇਸ਼ ਦੀ, ਉਹਦੇ ਨਾਲ ਰਿਲੇਟਡ ਸੀਗਾ। ਸਿਮਿਲਰਲੀ ਜਿਹੜਾ ਇਹ ਹੁਣ ਤੀਜਾ ਪਾਰਟ ਹੈ ਇਹ ਸਟੇਟ ਨਿਊਜ਼ ਨਾਲ ਰਹੂਗਾ, ਮਤਲਬ ਸੂਬੇ ਦੀਆਂ ਜ਼ਿਆਦਾਤਰ ਨਿਊਜ਼ ਇਹ 'ਚ ਆਪਾਂ ਕਵਰ ਕਰਾਂਗੇ। ਮਤਲਬ ਐਵੇਂ ਥੋੜ੍ਹੀ ਜਿਹੀ ਬਾਈਫਰਕੇਸ਼ਨ ਜਿਹੀ ਕਰ ਲਈ ਆਪਾਂ, ਵੰਡ ਜੇ ਲਏ। ਇਸ ਤੋਂ ਬਾਅਦ ਫਿਰ ਆਪਣੇ ਕੋਲ ਸਾਇੰਸ ਟੈਕ ਦੀ ਇੱਕ ਵੀਡੀਓ ਆ ਜੂਗੀ ਜਿਹਦੇ ਵਿੱਚ ਰਿਪੋਰਟਾਂ ਅਤੇ ਸਾਇੰਸ ਟੈਕ ਦੇ ਕੀ ਆਪਣਾ ਨਾਸਾ ਜਾਂ ਸਪੇਸ ਪੁਲਾੜ ਦੇ ਵਿੱਚ ਜੋ ਕੁਛ ਹੋਇਆ, ਹੈ ਨਾ, ਐਵੇਂ ਲਿੰਕ ਜਿਹਾ ਕਰਕੇ ਆਪਾਂ ਕਵਰ ਕਰਦੇ ਹਾਂ ਚੀਜ਼ਾਂ। ਸੋ ਲਓ ਸ਼ੁਰੂ ਕਰਦੇ ਹਾਂ ਬਿਨਾਂ ਬਹੁਤੀ ਡਿਸਟਰਬੈਂਸ ਅਤੇ ਦੇਰੀ ਲਾਏ, ਬਿਕੋਜ਼ ਲੰਬੇ ਹੋ ਜਾਂਦੇ ਆਲਰੇਡੀ ਲੈਕਚਰ ਬਹੁਤ ਸਾਰੇ। ਸੋ ਪਹਿਲਾਂ ਆਪਣੇ ਕੋਲ ਜਿਹੜਾ ਅੱਜ ਦਾ ਕਰੰਟ ਅਫੇਅਰ ਹੈ ਦੈਟ ਇਜ਼ ਰਾਜਸਥਾਨ ਸਰਕਾਰ ਨੇ ਇਨੋਗਰੇਟ ਕੀਤਾ, ਉਦਘਾਟਨ ਕੀਤਾ। ਕਾਹਦਾ ਉਦਘਾਟਨ ਕੀਤਾ? ਰਾਜੀਵ ਗਾਂਧੀ ਰੂਰਲ ਓਲੰਪਿਕ ਗੇਮਸ ਦਾ। ਦੇਖੋ ਯਾਦ ਕਰਨਾ ਬੜਾ ਸੌਖਾ। ਦੇਖੋ ਰਾਜੀਵ ਗਾਂਧੀ, ਤੁਹਾਨੂੰ ਪਤਾ ਕਿ ਕੌਣ ਸੀ ਰਾਜੀਵ ਗਾਂਧੀ? ਆਪਣੇ ਕੋਲ ਪ੍ਰਧਾਨ ਮੰਤਰੀ ਸੀ, ਅਤੇ ਕਿਹੜੀ ਪਾਰਟੀ ਵੱਲੋਂ ਸੀਗੇ? ਕਾਂਗਰਸ ਵੱਲੋਂ ਸੀ। ਅਤੇ ਤੁਹਾਨੂੰ ਪਤਾ ਹੋਊ ਕਿ LTTE ਲਿੱਟੇ ਜਿਹਨਾਂ ਨੂੰ ਆਪਾਂ ਬੋਲਦੇ ਹਾਂ, ਠੀਕ ਹੈ, ਇਹਨਾਂ ਨੇ ਅਸੈਸੀਨੇਟ ਕਰਤਾ ਸੀਗਾ ਇਹਨਾਂ ਨੂੰ, ਰਾਜੀਵ ਗਾਂਧੀ ਜੀ ਨੂੰ, ਹੈ ਨਾ। ਅਤੇ ਤਾਂ ਰਾਜੀਵ ਗਾਂਧੀ ਜੀ ਦੇ ਨਾਮ 'ਤੇ ਕਾਂਗਰਸ ਸਰਕਾਰ ਜ਼ਿਆਦਾਤਰ ਆਪਣੇ ਇੱਥੇ ਸੱਤਾ 'ਚ ਰਹੀ ਹੈ, ਤਾਂ ਉਹਨਾਂ ਨੇ ਕਾਫੀ ਸਾਰੇ ਰਾਜੀਵ ਗਾਂਧੀ ਜੀ ਦੇ ਨਾਮ ਦੇ ਉੱਤੇ ਸਕੀਮਾਂ ਜਾਂ ਫਿਰ ਕੁਛ ਸੰਸਥਾਵਾਂ ਦੇ ਨਾਮ ਰੱਖੇ ਸੀ। ਅਤੇ ਹੁਣ ਮੌਜੂਦਾ ਸਰਕਾਰ ਆਪਣੇ ਕੋਲ, ਜਿਵੇਂ ਕਿ ਪਤਾ ਕਿ 2014 ਤੋਂ ਬਾਅਦ BJP ਦੀ ਸਰਕਾਰ ਚੱਲ ਰਹੀ ਹੈ। ਇਨਫੈਕਟ BJP ਨੇ NDA ਦੀ ਸਰਕਾਰ ਬੋਲਾਂਗੇ, ਕਿਉਂਕਿ ਗਠਬੰਧਨ ਦੇ ਨਾਲ ਹੀ ਹੈ ਸਰਕਾਰ। ਤਾਂ ਉਸ ਤੋਂ ਬਾਅਦ ਕਾਫੀ ਥਾਵਾਂ ਦੇ ਉੱਤੇ ਰਾਜੀਵ ਗਾਂਧੀ ਨਾਮ ਉਹਨਾਂ ਨੇ ਹਟਾ ਤਾ, ਬਹੁਤ ਸਾਰੀਆਂ ਥਾਵਾਂ 'ਤੇ ਜਿੱਥੇ ਜਿੱਥੇ ਜਾਂ ਕਿਸੇ ਸੰਸਥਾ ਦੇ ਅੱਗੇ ਲੱਗਿਆ ਸੀ, ਕਿਸੇ ਏਅਰਪੋਰਟ ਦੇ ਅੱਗੇ ਲੱਗਿਆ ਸੀਗਾ। ਪਰ ਜਿਵੇਂ ਆਪਾਂ ਨੂੰ ਪਤਾ ਕਿ ਅਸ਼ੋਕ ਗਹਿਲੋਤ ਮੁੱਖ ਮੰਤਰੀ ਨੇ, ਅਤੇ ਰਾਜਸਥਾਨ ਦੇ ਵਿੱਚ ਸਰਕਾਰ ਕਿਹਦੀ ਹੈ? ਕਾਂਗਰਸ ਦੀ ਸਰਕਾਰ ਹੈ। ਤਾਂ ਰਾਜਸਥਾਨ ਨੇ ਇੱਕ ਤਰ੍ਹਾਂ ਦਾ ਤੁਸੀਂ ਕਹਿ ਲਓ ਕਿ ਉਹਨਾਂ ਨੂੰ ਹੀ ਇਸ ਗੱਲ ਦਾ ਜਵਾਬ ਦੇਣ ਵਾਸਤੇ ਕਹਿ ਲਓ ਤੁਸੀਂ ਕਿ ਰਾਜੀਵ ਗਾਂਧੀ ਰੂਰਲ ਓਲੰਪਿਕ ਗੇਮਸ ਸ਼ੁਰੂ ਕੀਤੀਆਂ ਨੇ, ਕਿਉਂਕਿ ਰਾਜੀਵ ਗਾਂਧੀ ਖੇਲ ਰਤਨ ਅਵਾਰਡ ਸੀਗਾ ਪਹਿਲਾਂ ਇੱਕ। ਹੁਣ ਉਸ ਖੇਲ ਰਤਨ ਅਵਾਰਡ ਦਾ ਨਾਮ ਬਦਲ ਕੇ ਇਹਨਾਂ ਨੇ ਰੱਖਤਾ, ਸੈਂਟਰ ਕੇਂਦਰ ਦੀ ਸਰਕਾਰ ਨੇ, ਯਾਨੀ ਕਿ ਧਿਆਨ ਚੰਦ ਖੇਲ ਰਤਨ ਅਵਾਰਡ। ਠੀਕ ਹੈ, ਧਿਆਨ ਚੰਦ ਜਿਵੇਂ ਤੁਹਾਨੂੰ ਪਤਾ ਹਾਕੀ ਦੇ ਜਾਦੂਗਰ ਸੀਗੇ ਆਪਣੇ, ਉਹਨਾਂ ਦੇ ਨਾਮ ਤੋਂ ਕਰਤਾ ਤਾਂ ਕਿ ਕਿਸੇ ਨੂੰ ਓਬਜੈਕਸ਼ਨ ਵੀ ਨਾ ਹੋਵੇ। ਪਰ ਰਾਜੀਵ ਗਾਂਧੀ ਦਾ ਨਾਮ ਤਾਂ ਹਟਾਤਾ ਨਾ, ਤਾਂ ਇਸੇ ਨੂੰ ਹੀ ਮੁੜ ਜਵਾਬ ਦੇਣ ਦਾ ਰਾਜਸਥਾਨ ਗੌਰਮੈਂਟ ਦਾ ਬੇਸਿਕਲੀ ਇਹ ਪਰਪਜ਼ ਹੈ। ਤਾਂ ਐਵੇਂ ਮੈਂ ਥੋੜ੍ਹੀ ਜਿਹੀ ਲਿੰਕ ਕਰਤੀ ਤੁਹਾਡੇ ਨਾਲ ਨਿਊਜ਼, ਤਾਂ ਕਿ ਤੁਸੀਂ ਮੁੜ ਕੇ ਹੁਣ ਭੁੱਲੋਗੇ ਨਹੀਂ ਵੀ ਕਿਹੜੀ ਸਰਕਾਰ ਨੇ ਰੱਖਿਆ ਹੈਗਾ, ਹੈ ਨਾ। ਕੁਛ ਰਿਹਾ ਹੀ ਨਹੀਂ ਇਹਦੇ ਵਿੱਚ ਫਿਰ। ਤਾਂ ਇਹ ਹੋਣਾ ਗਾ, ਠੀਕ ਹੈ, ਉੱਥੇ ਰੂਰਲ ਓਲੰਪਿਕ ਗੇਮਸ ਹੋਣਗੀਆਂ। ਜਿਵੇਂ ਆਪਣੇ ਪਿੰਡ ਦੀਆਂ ਗੇਮਾਂ ਹੁਣ ਭਗਵੰਤ ਮਾਨ ਸਰਕਾਰ ਕਰਵਾ ਰਹੀ ਹੈ, ਆਮ ਆਦਮੀ ਪਾਰਟੀ ਦੀ, ਠੀਕ ਹੈ। ਕਿੰਨੇ ਵੱਖਰੇ ਵੱਖਰੇ ਥਾਵਾਂ ਦੇ ਉੱਤੇ ਵੈਨਿਊ ਰੱਖ ਕੇ ਖੇਡਾਂ ਹੋ ਰਹੀਆਂ ਨੇ। ਇਹ 'ਚ ਲਗਭਗ 6 ਖੇਡਾਂ ਹੋਣਗੀਆਂ। ਕਬੱਡੀ ਹੋਊਗੀ, ਸ਼ੂਟਿੰਗ ਬਾਲ ਹੋਊ, ਵਾਲੀਬਾਲ ਹੋਊ, ਹਾਕੀ ਹੋਊਗੀ, ਖੋ ਖੋ ਖੇਡੀ ਜਾਊਗੀ, ਅਤੇ ਟੈਨਿਸ ਬਾਲ, ਕ੍ਰਿਕਟ ਵੀ ਖੇਡੀ ਜਾਊਗੀ। ਕ੍ਰਿਕਟ ਵੀ ਵਿੱਚ ਸ਼ਾਮਲ ਹੈ, ਜਿਹੜੀ ਟੈਨਿਸ ਬਾਲ ਵਾਲੀ ਕ੍ਰਿਕਟ ਹੁੰਦੀ ਹੈ, ਠੀਕ ਹੈ। ਇਸ ਬਾਹਲੀ ਸਾਡੇ ਲਈ ਕੰਮ ਦੀ ਨਹੀਂ ਨਿਊਜ਼, ਇੰਨੀ ਹੀ ਕੰਮ ਦੀ ਸੀ ਕਿ ਕਿਹੜੀ ਸੂਬਾ ਸਰਕਾਰ ਹੈ ਜਾਂ ਸਟੇਟ ਦੀ ਸਰਕਾਰ ਹੈ ਜਿਹਨੇ ਰਾਜੀਵ ਗਾਂਧੀ ਖੇਲ ਰਤਨ ਓਲੰਪਿਕ ਗੇਮਸ ਸ਼ੁਰੂ ਕਰੀਆਂ ਨੇ। ਦੂਜੇ 'ਤੇ ਚੱਲਦੇ ਆਪਾਂ। ਅਗਲਾ ਸਾਡੇ ਕੋਲ ਕੀ ਹੈ? ਉੱਤਰਾਖੰਡ ਦੀ ਜਿਹੜੀ ਸਰਕਾਰ ਹੈ ਉਹਨੇ ਹੁਣੇ ਕੀ ਲਾਂਚ ਕੀਤਾ ਹੈ? CM ਉਦਿਆਨ ਖਿਲਾੜੀ ਉਨਿਆਨ ਯੋਜਨਾ। ਠੀਕ ਹੈ, ਨਾਮ ਯਾਦ ਕਰ ਲਿਓ, CM ਉਦਿਆਨ ਖਿਲਾੜੀ ਉਨਿਆਨ ਯੋਜਨਾ। ਦੇਖੋ ਜੇ ਉੱਤਰਾਖੰਡ ਦੇ ਮੁੱਖ ਮੰਤਰੀ ਪੁੱਛੇ ਜਾਣ ਤਾਂ ਮੁੱਖ ਮੰਤਰੀ ਦਾ ਨਾਮ ਹੈਗਾ ਪੁਸ਼ਕਰ ਸਿੰਘ ਧਾਮੀ। ਤਾਂ ਉਹਨਾਂ ਨੇ ਨੈਸ਼ਨਲ ਸਪੋਰਟਸ ਡੇ ਦੇ ਮੌਕੇ 'ਤੇ, ਠੀਕ ਹੈ, ਨੈਸ਼ਨਲ ਸਪੋਰਟਸ ਡੇ ਦੇ ਮੌਕੇ 'ਤੇ, ਸੋ ਪੁਸ਼ਕਰ ਸਿੰਘ ਧਾਮੀ ਨੇ ਨੈਸ਼ਨਲ ਸਪੋਰਟਸ ਡੇ ਦੇ ਮੌਕੇ ਦੇ ਉੱਤੇ ਇਹ ਲਾਂਚ ਕੀਤਾ। ਇਹਦੇ 'ਚ ਕੀ ਆ, ਕੀ ਮਤਲਬ ਇਸ ਸਕੀਮ ਦੇ ਤਹਿਤ ਹੋਊਗਾ ਕੀ, ਹੈ ਨਾ। ਮੇਜਰ ਪਾਰਟ ਤਾਂ ਇਹੀ ਹੈ। ਇਸ ਸਕੀਮ ਦੇ ਤਹਿਤ 1500 ਰੁਪਇਆ ਪਰ ਮਹੀਨੇ ਦੇ ਹਿਸਾਬ ਨਾਲ ਦਿੱਤਾ ਜਾਊਗਾ ਜਿਹੜੇ ਐਮਰਜਿੰਗ ਪਲੇਅਰ ਨੇ। ਐਮਰਜਿੰਗ ਮਤਲਬ ਜਿਹੜੇ ਉੱਠ ਰਹੇ ਨਵੇਂ ਪਲੇਅਰ ਨੇਗੇ ਉੱਤਰਾਖੰਡ ਸਟੇਟ ਦੇ ਵਿੱਚ, ਅਤੇ ਜਿਨ੍ਹਾਂ ਦੀ ਉਮਰ 8 ਤੋਂ ਲੈ ਕੇ 14 ਸਾਲ ਹੈ। ਐਮਰਜਿੰਗ ਪਲੇਅਰ ਤਾਂ ਉਹੀ ਹੋਣਗੇ ਨਾ, ਕਿਉਂਕਿ ਉਹ ਹਾਲੇ ਜਿਨ੍ਹਾਂ ਨੂੰ ਲੱਗਦਾ ਹੋਊਗਾ ਵੀ ਹਾਂ ਇਹ ਪਲੇਅਰ ਅੱਗੇ ਜਾ ਕੇ ਵੱਡੇ ਬਣ ਸਕਦੇ ਨੇਗੇ, ਤਾਂ ਉਹਨਾਂ ਦੇ ਉੱਤੇ ਸਰਕਾਰ ਕੁਛ ਇਨਵੈਸਟਮੈਂਟ ਕਰਨ ਦੀ ਕੋਸ਼ਿਸ਼ ਕਰ ਰਹੀ ਹੈ, ਠੀਕ ਹੈ। ਅੱਛੀ ਯੋਜਨਾ। ਚਲੋ, ਤਾਂ ਮੇਨਲੀ ਯਾਦ ਰੱਖਿਓ ਕਿ CM ਉਦਿਆਨ ਖਿਲਾੜੀ ਉਨਿਆਨ ਯੋਜਨਾ ਉੱਤਰਾਖੰਡ ਸਰਕਾਰ ਦੀ ਹੈ। ਬਾਕੀ ਬੜੀ ਡਿਟੇਲ 'ਚ ਜਾਣ ਦੀ ਲੋੜ ਨਹੀਂ। ਦੇਖੋ ਕਰੰਟ ਅਫੇਅਰ ਨੂੰ ਆਪਾਂ ਐਵੇਂ ਹੀ ਕਵਰ ਕਰਨਾ ਹੁੰਦਾ। ਤੁਸੀਂ ਧਿਆਨ ਦਿਓ ਕਿ ਜਿਹੜੀ ਆਪਣੀ ਖਾਸ ਕਰ ਸਟੇਟ ਦੀਆਂ ਨਿਊਜ਼ ਹੁੰਦੀਆਂ ਨੇ
ਉਹਦੇ ਵਿੱਚ ਜਿਹੜਾ ਪੰਜਾਬ ਦੇ ਐਂਗਲ ਤੋਂ ਕੋਈ ਸਵਾਲ ਹੋਊਗਾ ਉਹਨੂੰ ਤਾਂ ਆਪਾਂ ਬਹੁਤ ਡਿਟੇਲ 'ਚ ਪੜ੍ਹਾਂਗੇ। ਜਿਹੜਾ ਬਾਕੀ ਸੂਬਿਆਂ ਦਾ ਸਵਾਲ ਆਊਗਾ ਮੇਰੇ ਕੋਲੇ, ਉੱਥੇ ਕੋਈ ਸਕੀਮ ਬਹੁਤ ਫੇਮਸ ਹੋ ਜਾਂਦੀ ਹੈ, ਉਹ ਪੁੱਛ ਲਈ ਜਾਂਦੀ ਹੈ, ਤਾਂ ਉਹਨੂੰ ਸਿਰਫ ਓਨਾ ਹੀ ਪਤਾ ਹੋਣਾ ਚਾਹੀਦਾ ਕਿ ਉਹ ਸਕੀਮ 'ਚ ਹੈ ਕੀ ਹੈ, ਕਿਹੜੀ ਸਰਕਾਰ ਨੇ ਸ਼ੁਰੂ ਕੀਤੀ ਹੈ। ਇਦੋਂ ਵੱਧ ਉਹਦੇ 'ਚ ਬਾਹਲਾ ਡਿਟੇਲ 'ਚ ਜਾਣ ਦੀ ਲੋੜ ਨਹੀਂ, ਕਿ ਜਾਂ ਫਿਰ ਕੋਈ ਉਹ ਇਹੋ ਜਿਹੀ ਸਕੀਮ ਹੋਵੇ ਸੂਬੇ ਦੀ ਕਿਸੇ ਦੀ ਜਿਹੜੀ ਅੰਤਰਰਾਸ਼ਟਰੀ ਪੱਧਰ 'ਤੇ ਫੇਮਸ ਹੋ ਗਈ ਹੋਵੇ, ਜਿਵੇਂ ਕਈ ਰਾਇਤ ਬੰਦੂ ਫਲਾਣਾ ਇਹੋ ਜਿਹੀਆਂ ਸਕੀਮਾਂ ਜਿਹੜੀਆਂ ਆਪਾਂ ਆਂਧਰਾ ਪ੍ਰਦੇਸ਼ ਜਾਂ ਫਿਰ ਕੁਛ ਸਕੀਮਾਂ ਵੈਸਟ ਬੰਗਾਲ ਦੀਆਂ ਨੇ, ਉਹ ਬਹੁਤ ਫੇਮਸ ਹੋਈਆਂ ਸੀਗੀਆਂ ਵਰਲਡ ਬੈਂਕ ਦੇ ਲੈਵਲ 'ਤੇ ਵੀ, ਤਾਂ ਉਹਨਾਂ ਨੂੰ ਪੜ੍ਹਨਾ ਜ਼ਰੂਰੀ ਹੋ ਜਾਂਦਾ ਹੈ ਨਾ। ਤਾਂ ਉਸ ਐਂਗਲ ਤੋਂ ਹੀ ਕਰੰਟ ਅਫੇਅਰ ਨੂੰ ਕਵਰ ਕਰਿਆ ਕਰੋ, ਕਿ ਅਦਰਵਾਈਜ਼ ਉਹ 'ਤੇ ਬੜਾ ਉਹ ਲਾਉਣ ਦੀ ਲੋੜ ਨਹੀਂ ਆਪਾਂ ਨੂੰ, ਠੀਕ ਹੈ। ਅਤੇ ਆਹ ਮੋਟਾ ਮੋਟਾ ਚਲੋ ਫੈਕਟ ਹੈ, ਇਹ ਆਪਾਂ ਦੇਖ ਲੈਂਦੇ ਹਾਂ। ਜਿਹੜੀ ਆਪਣੀ ਕੀ ਇਹਦਾ ਨਾਮ, ਉੱਤਰਾਖੰਡ ਦੀਆਂ 2 ਰਾਜਧਾਨੀਆਂ ਨੇ। ਸਰਦੀਆਂ ਦੇ ਵਿੱਚ ਇਹ ਦੇਹਰਾਦੂਨ ਰਾਜਧਾਨੀ ਰੱਖਦੇ ਨੇ, ਅਤੇ ਗਰਮੀਆਂ ਦੇ ਵਿੱਚ ਗੈਰਸੇਨ ਨਾਮ ਦਾ ਇਹਨਾਂ ਦਾ ਸ਼ਹਿਰ ਆ, ਉਹ ਰਾਜਧਾਨੀ ਬਣ ਜਾਂਦੀ ਹੈ। ਇਹ ਇੰਪੋਰਟੈਂਟ ਆ, ਫੈਕਟ ਯਾਦ ਕਰ ਲਿਓ। ਅਤੇ ਇਸ ਟਾਈਮ 'ਤੇ ਜਿਹੜੇ ਗਵਰਨਰ ਨੇ ਉਹ ਹੈਗੇ ਨੇ ਗੁਰਮੀਤ ਸਿੰਘ। ਅਗਲੀ ਨਿਊਜ਼ 'ਤੇ ਚੱਲਦੇ ਹਾਂ। ਤੇਲੰਗਾਨਾ ਦੀ ਜਿਹੜੀ ਉਹਨਾਂ ਨੇ ਇੱਕ AI ਮਿਸ਼ਨ ਸ਼ੁਰੂ ਕੀਤਾ, ਠੀਕ ਹੈ। ਅਤੇ ਇਹ ਕੀ ਹੈ, ਇਸ AI ਮਿਸ਼ਨ ਦੇ ਵਿੱਚ 4 ਸਟਾਰਟਅਪ ਨੇ। AI ਮਿਸ਼ਨ 4 ਸਟਾਰਟਅਪਸ ਟੂ ਰਿਪਰੈਜ਼ੈਂਟ ਇੰਡੀਆ ਐਟ G20 DIN। ਆਪਾਂ ਪਿੱਛੇ ਕਰੰਟ ਅਫੇਅਰ 'ਚ ਕਵਰ ਕੀਤਾ ਸੀਗਾ ਕਿ ਜਿਹੜੀ G20 ਦੀ ਸਮਿਟ ਹੋਣ ਜਾ ਰਹੀ ਹੈ ਇਸ ਵਾਰ, ਉਹ ਭਾਰਤ 'ਚ ਹੋਣ ਜਾ ਰਹੀ ਹੈ, ਅਤੇ ਭਾਰਤ ਬੜੇ ਤਾਮ ਝਾਮ ਕਰਨ ਦੇ ਵਿੱਚ ਲੱਗਿਆ ਹੋਇਆ ਇਸ ਸਮਿਟ ਨੂੰ ਲੈ ਕੇ, ਕਿ ਸਕਸੈਸਫੁਲ ਹੋਵੇ ਇਹ ਇਵੈਂਟ ਸਾਡੇ। ਅਤੇ ਇਹ ਕਈ ਵਾਰ ਇੱਕ ਇਹ ਵੀ ਹੁੰਦਾ, ਕਹਿੰਦੇ ਜਿਵੇਂ ਹੁਣ ਅਦਾਨੀ ਵਾਲੇ ਸ਼ੇਅਰ ਨੂੰ ਰਿਪੋਰਟ ਆ ਗਈ, ਉਹ ਹੈ ਨਾ ਹਿੰਡਨਬਰਗ ਦੀ ਜਿਹੜੀ ਬੜੀ ਨਿਊਜ਼ 'ਚ ਚੱਲ ਰਹੀ ਹੈ। ਹਿੰਡਨਬਰਗ ਇੱਕ ਸੰਸਥਾ, ਜਿਹੜੀ ਇੱਕ ਪ੍ਰਾਈਵੇਟ ਜੀ ਸੰਸਥਾ ਇਨਵੈਸਟੀਗੇਟ ਕਰਦੀ ਹੈ, ਜਿਹੜੀਆਂ ਕੰਪਨੀਆਂ ਨੇ ਘਪਲਾ ਕਰਿਆ ਹੁੰਦਾ ਉਹਨਾਂ ਕੰਪਨੀਆਂ ਦੇ ਖਿਲਾਫ ਇਨਵੈਸਟੀਗੇਸ਼ਨ ਕਰਕੇ ਰਿਪੋਰਟ ਜਾਰੀ ਕਰਦੀ ਹੈ। ਇਹਦੇ 'ਤੇ ਕਿਸੇ ਦਿਨ ਫੇਰ ਗੱਲ ਕਰਾਂਗੇ, ਜਾਂ ਇਹ ਵਾਲੇ ਮਹੀਨੇ ਦੇ ਵਿੱਚ, ਜਿਵੇਂ ਜਨਵਰੀ ਫਰਵਰੀ 'ਚ ਆਇਆ ਇਹ, ਤਾਂ ਉਹਦੇ ਕਰੰਟ ਅਫੇਅਰਸ 'ਚ ਆਪਾਂ ਡਿਟੇਲ 'ਚ ਡਿਸਕਸ ਕਰਾਂਗੇ। ਤਾਂ ਮੰਨਿਆ ਜਾਂਦਾ, ਕਹਿੰਦੇ ਜਿਹੜੇ ਦੇਸ਼ 'ਚ G20 ਸਮਿਟ ਹੋਣੀ ਹੁੰਦੀ ਹੈ ਨਾ, ਉੱਥੇ ਇਹੋ ਜਿਹੇ ਇਵੈਂਟ ਹੋਣੇ ਹੁੰਦੇ ਨੇ ਉਸ ਸਮਿਟ ਨੂੰ। ਦੂਜੇ ਜਿਹੜੇ ਉਹਦੇ ਵਿਰੋਧੀ ਦੇਸ਼ ਹੁੰਦੇ ਨੇ, ਵੀ ਇਹਨਾਂ ਦੀ ਸਾਖ ਅੰਤਰਰਾਸ਼ਟਰੀ ਪੱਧਰ 'ਤੇ ਖਰਾਬ ਹੋਵੇ, ਤਾਂ ਕਰਕੇ ਇਹੋ ਜਿਹਾ ਕੁਛ ਕਰਦੇ ਨੇ, ਠੀਕ ਹੈ। ਤਾਂ ਇਹ ਵੀ ਇੱਕ ਕਾਰਨ ਮੰਨਿਆ ਜਾ ਰਿਹਾ। ਹੁਣ ਆਪਾਂ ਚਲੋ ਮੋਟਾ ਮੋਟਾ ਇਹਦੇ 'ਤੇ ਚੱਲਦੇ ਹਾਂ। ਪਹਿਲੀ ਗੱਲ ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਇਹਦੇ ਪੂਰੀ ਨਾਮ ਰੱਖਿਆ ਇਹਨਾਂ ਨੇ TAIM। T 'ਤੇ ਤੇਲੰਗਾਨਾ, AI ਦਾ ਮਤਲਬ ਆ ਆਰਟੀਫਿਸ਼ੀਅਲ ਇੰਟੈਲੀਜੈਂਸ ਹੁੰਦਾ ਬੇਸਿਕਲੀ ਤਾਂ। ਮਿਸ਼ਨ ਅਨਾਊਂਸ ਕੀਤਾ ਕਿ ਇਹਦੇ ਸਟਾਰਟਅਪ ਸਿਲੈਕਟ ਕੀਤੇ ਨੇ ਮੀਟੀ ਜਿਹੜੀ ਆਪਣੀ IT ਮਿਨਿਸਟਰੀ ਹੈਗੀ ਆ, ਉਹ ਵਾਲੀ ਮਿਨਿਸਟਰੀ ਨੇ, ਕਿ G20 ਜਿਹੜਾ ਡਿਜੀਟਲ ਇਨੋਵੇਸ਼ਨ ਨੈਟਵਰਕ ਹੈ, ਹੁਣ DIN ਦੀ ਫੁੱਲ ਫਾਰਮ ਵੀ ਦੇਖ ਲਓ ਇੱਥੇ ਕੀ ਹੈ, ਡਿਜੀਟਲ ਇਨੋਵੇਸ਼ਨ ਨੈਟਵਰਕ। ਇਹ ਕੋਈ ਇਵੈਂਟ ਹੋਣਾ ਆਪਣੇ ਇਹਦੇ ਵਿੱਚ G20 ਦੇ ਵਿੱਚ। ਉੱਥੇ ਭਾਰਤ ਦੀ ਨੁਮਾਇੰਦਗੀ ਕੌਣ ਕਰੂਗਾ, ਭਾਰਤ ਵੱਲੋਂ ਕੌਣ? ਇਹ 4 ਸਟਾਰਟਅਪ ਚੁਣੇ ਨੇ, ਅਤੇ ਚਾਰੇ ਸਟਾਰਟਅਪ ਕਿਹੜੇ ਨੇ? ਆਰਫਿਕਸ, ਐਡੂਬੁੱਕ, ਐਨਵੀਮਾਰਟ ਅਤੇ ਮਾਇਆ MD। ਇਹ ਚਾਰੋਂ ਕਿਹਦੇ ਨੇ? ਤੇਲੰਗਾਨਾ ਦੇ ਨੇ। ਬਸ ਇਹਨਾਂ ਦੇ ਨਾਮ ਕੋਈ ਯਾਦ ਕਰਨ ਦੀ ਬਾਹਲੀ ਇੰਪੋਰਟੈਂਟ ਤਾਂ ਹੈ ਨਹੀਂ ਕਿ ਨਾਮ ਅਸੀਂ ਯਾਦ ਕਰੀਏ, ਬਸ ਇੰਨਾ ਕੁ। ਇਹ ਵੈਸੇ ਅੰਤਰਰਾਸ਼ਟਰੀ ਪੱਧਰ ਦੀ ਨਿਊਜ਼ ਹੋ ਗਈ, ਇੰਪੋਰਟੈਂਟ ਹੋ ਗਈ। ਸਾਨੂੰ ਇੰਨਾ ਪਤਾ ਹੋਵੇ ਕਿ ਜਿਹੜੀ G20 ਡਿਜੀਟਲ ਇਨੋਵੇਸ਼ਨ ਨੈਟਵਰਕ ਦੀ ਸਮਿਟ ਦੇ ਵਿੱਚ ਹੋਣਾ ਇਵੈਂਟ ਹੋਣਾ ਜਿਹੜਾ ਇਸ ਇਵੈਂਟ ਦੇ ਵਿੱਚ AI ਮਿਸ਼ਨ ਨੂੰ ਲੈ ਕੇ ਆਰਟੀਫਿਸ਼ੀਅਲ ਇੰਟੈਲੀਜੈਂਸ ਤੁਹਾਨੂੰ ਪਤਾ ਹੋਊਗਾ ਕਿ ਜਿਵੇਂ ਕਿੰਨੇ ਅੱਜ ਕੱਲ੍ਹ ਇਸ ਚੀਜ਼ ਦੇ ਉੱਤੇ ਸਾਡੀ ਮਿਲਟਰੀ ਦੇ ਵਿੱਚ ਵੀ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕਿੰਨੇ ਪ੍ਰੋਜੈਕਟ ਇਹਦੇ ਬੇਸਡ ਅੱਜ ਕੱਲ੍ਹ ਚੱਲ ਰਹੇ ਨੇ, ਮਤਲਬ ਕਿ ਜਿਵੇਂ ਰੋਬੋਟ ਖੜ੍ਹੇ ਕਰਤੇ, ਰੋਬੋਟ ਬਾਰਡਰ 'ਤੇ ਖੜ੍ਹੇ ਹੋ ਕੇ ਲੜਨਗੇ ਸਿੱਧੇ, ਉਹ ਆਰਟੀਫਿਸ਼ੀਅਲ ਇੰਟੈਲੀਜੈਂਸ। ਐਕਚੁਅਲ 'ਚ ਹੁੰਦਾ ਕੀ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਵਿੱਚ? ਮਤਲਬ ਕਿ ਜਿਵੇਂ ਮੋਟਾ ਮੋਟਾ ਮੈਂ ਦੱਸਾਂ, ਕੋਈ ਮਸ਼ੀਨ ਹੈ, ਉਹਨੂੰ ਮਸ਼ੀਨ ਨੂੰ ਪਹਿਲਾਂ ਟ੍ਰੇਨ ਕੀਤਾ ਜਾਂਦਾ। ਟ੍ਰੇਨ ਕਰਨ ਦਾ ਮਤਲਬ ਉਹਨੂੰ ਪਹਿਲਾਂ ਸਿਖਾਈਆਂ ਜਾਂਦੀਆਂ ਨੇ ਚੀਜ਼ਾਂ, ਫਿਰ ਜਦੋਂ ਉਹ ਮਸ਼ੀਨ ਦੇ ਸੇਮ ਜਿਵੇਂ ਹਿਊਮਨ ਦਾ ਬ੍ਰੇਨ ਹੁੰਦਾ ਨਾ, ਸਾਡਾ ਦਿਮਾਗ ਹੈ, ਸਾਡੇ ਨਿਊਰੋਨਸ ਹੁੰਦੇ ਨੇ ਜਿਹੜੇ ਚੀਜ਼ਾਂ ਸਿਗਨਲ ਟਰਾਂਸਮਿਟ ਕਰਦੇ ਨੇ, ਭੇਜਦੇ ਨੇ। ਜਿਵੇਂ ਮੈਂ ਹੱਥ ਤਵੇ 'ਤੇ ਧਰ ਲਿਆ ਗਰਮ ਹੱਥ, ਤਾਂ ਉਹ ਨਾਲ ਦੀ ਨਾਲ ਮੇਰੇ ਨਿਊਰੋਨ ਨੇ ਦਿਮਾਗ ਨੂੰ ਭੇਜ ਦੇਣਾ ਵੀ ਹੱਥ ਚੱਕ ਲਾ ਨਹੀਂ ਤਾਂ ਸੜ ਜੂ, ਠੀਕ ਹੈ। ਇਹ ਐਵੇਂ ਦੀ ਸੇਮ ਚੀਜ਼ ਹੀ ਕੰਸੈਪਟ ਨਿਊਰਲ ਨੈਟਵਰਕਸ ਬੋਲਦੇ ਆਪਾਂ ਉਹਨਾਂ ਨੂੰ ਬੇਸਿਕਲੀ। ਟਰਮ ਜੇ ਤੁਸੀਂ ਕਦੇ ਨਹੀਂ ਸੁਣੀ ਹੁਣ, ਨਿਊਰਲ ਨੈਟਵਰਕ ਟੈਕਨੋਲੋਜੀ ਹੈ। ਇਹਨੂੰ ਵਰਤ ਕੇ ਆਰਟੀਫਿਸ਼ੀਅਲ ਇੰਟੈਲੀਜੈਂਸ 'ਚ ਉਹ ਮਸ਼ੀਨਾਂ ਨੂੰ ਲਰਨ ਕਰਾਈਆਂ ਜਾਂਦੀਆਂ ਨੇ, ਯਾਦ ਕਰਾਈਆਂ ਜਾਂਦੀਆਂ ਨੇ ਚੀਜ਼ਾਂ, ਅਤੇ ਫਿਰ ਉਹ ਮਸ਼ੀਨਾਂ ਦੇ ਜਦੋਂ ਇੱਕ ਵਾਰ ਦਿਮਾਗ 'ਚ ਉਹ ਚੀਜ਼ਾਂ ਦਿਮਾਗ 'ਚ ਬਹਿ ਗਈਆਂ, ਫਿਰ ਉਹਨੂੰ ਉਵੇਂ ਹੀ ਪ੍ਰੋਸੈਸ ਨੂੰ ਕਰੀ ਜਾਂਦੀਆਂ ਨੇ। ਇਹ ਪੂਰਾ ਪ੍ਰੋਸੈਸ ਰਹਿੰਦਾ ਆਪਣੇ ਕੋਲੇ, ਠੀਕ ਹੈ। ਤਾਂ ਆਹ 4 ਸਟਾਰਟਅਪ ਨੇ ਜਿਹੜੇ ਕਰਨ ਜਾ ਰਹੇ ਨੇ। ਤਾਂ ਮੈਨੂੰ ਲੱਗਦਾ ਕਿ ਹੋਰ ਤਾਂ ਇਹਦੇ ਵਿੱਚ ਆਪਣੇ ਲਈ ਬਾਹਲਾ ਕੁਛ ਵੱਡਾ ਹੈ ਨਹੀਂ ਜਿਹੜਾ ਤੁਸੀਂ ਦੇਖੋ, ਤਾਂ ਇਹ ਇੰਪੋਰਟੈਂਟ ਹੋ ਗਿਆ। ਹੁਣ ਅਗਲੀ ਗੱਲ ਜੇ ਆਪਾਂ ਗੱਲ ਕਰੀਏ, ਇਹ G20 ਦਾ ਮਤਲਬ ਰਿਪਰੈਜ਼ੈਂਟ ਕਰਨਗੇ G20 ਦੇ ਇਹਦੇ ਵਿੱਚ ਇੰਡੀਆ ਨੂੰ। ਅਤੇ ਅਗਲੀ ਗੱਲ ਹੋਰ ਇਹਦੇ ਵਿੱਚ TAIM ਇੱਕ ਇਨੀਸ਼ੀਏਟਿਵ ਆ ਗੌਰਮੈਂਟ ਆਫ ਤੇਲੰਗਾਨਾ ਦਾ, ਅਤੇ ਇਹਨੂੰ ਜਿਹੜੀ ਇੱਕ ਸੰਸਥਾ NASSCOM ਹੈਗੀ ਹੈ, ਇਹ ਸਪੋਰਟ ਕਰ ਰਹੀ ਹੈ, ਠੀਕ ਹੈ। ਬਾਕੀ ਕੁਛ ਲਾਈਨਾਂ ਨੇ ਜਿਹੜੀਆਂ ਤੁਹਾਨੂੰ ਐਕਸਟਰਾ ਇਨਫੋਰਮੇਸ਼ਨ ਹੁੰਦੀ ਹੈ, ਤੁਸੀਂ ਪੜ੍ਹ ਸਕਦੇ ਹੁੰਦੇ ਹੋ। ਹਾਂ, ਜਿਵੇਂ ਹੁਣ ਇਸ ਟਾਈਮ ਪਤਾ ਇਹ ਕਿੱਥੇ ਹੋ ਰਹੀ ਹੈ? ਇਸ ਟਾਈਮ G20 ਸਮਿਟ ਇੰਡੋਨੇਸ਼ੀਆ ਦੇ ਵਿੱਚ ਹੋ ਰਹੀ ਹੈ।
ਤਾਂ ਇੰਡੋਨੇਸ਼ੀਆ ਦਾ ਬਾਲੀ ਬਹੁਤ ਇੰਪੋਰਟੈਂਟ ਸ਼ਹਿਰ ਆ ਬਾਲੀ। ਬਾਲੀ ਨੂੰ ਵੀ ਕਈ ਇਵੈਂਟਾਂ ਦੇ ਲੈ ਕੇ ਇਨਵਾਇਰਮੈਂਟ ਦੇ ਵਿੱਚ ਦੇਖ ਲਈਏ ਆਪਾਂ, ਵਾਤਾਵਰਨ 'ਚ ਉੱਥੇ ਕਈ ਇਹੋ ਜਿਹੀਆਂ ਸਮਿਟਾਂ ਹੋਈਆਂ ਨੇ ਜਿਹਦੇ ਵਾਸਤੇ ਮਸ਼ਹੂਰ ਹੈ। ਤਾਂ ਇਹ ਬਾਲੀ ਦੇ ਵਿੱਚ ਹੋ ਰਹੀ ਹੈ ਜਿਹੜੀ, ਤਾਂ ਉੱਥੇ ਇਹਨਾਂ ਨੇ ਪਾਰਟੀਸਪੇਟ ਕਰਨਾ ਫਿਲਹਾਲ, ਇੰਡੀਆ ਵਾਲੇ ਦੇ ਵਿੱਚ ਨਹੀਂ ਕਰਨਾ, ਉੱਥੇ ਪਾਰਟੀਸਪੇਟ ਕਰਨਾ। ਇਹ ਵੀ ਇੱਕ ਪੁਆਇੰਟ ਹੈ, ਠੀਕ ਹੈ। ਇੰਡੀਆ ਦੇ ਵਿੱਚ ਤਾਂ ਹਲੇ ਹੋਊਗੀ ਆਉਣ ਵਾਲੇ ਸਾਲ 'ਚ, ਠੀਕ ਹੈ। ਤਾਂ ਅੱਗੇ ਆ ਜਾਓ, ਅਗਲਾ ਕਰੰਟ ਅਫੇਅਰ ਚੱਲਦੇ ਹਾਂ। ਦ ਲਾਰਜੈਸਟ ਰਿਲੀਜੀਅਸ ਮੋਨੂਮੈਂਟ ਇਨ ਦਾ ਵਰਲਡ, ਦ ਟੈਂਪਲ ਆਫ ਵੈਦਿਕ ਪਲੈਨੇਟੇਰੀਅਮ ਇਜ਼ ਇਨ ਵੈਸਟ ਬੰਗਾਲ, ਠੀਕ ਹੈ। ਦੁਨੀਆ ਦਾ ਸਭ ਤੋਂ ਵੱਡਾ ਧਾਰਮਿਕ ਸਮਾਰਕ ਪੱਛਮੀ ਬੰਗਾਲ ਵਿੱਚ ਵੈਦਿਕ ਪਲੈਨੇਟੇਰੀਅਮ ਦਾ ਮੰਦਰ, ਜੋ ਕਿ ਕ੍ਰਿਸ਼ਨਾ ਚੇਤਨਾ ਦੀ ਅੰਤਰਰਾਸ਼ਟਰੀ ਸੁਸਾਇਟੀ ਦੇ ਮੁੱਖ ਦਫ਼ਤਰ ਵਜੋਂ ਕੰਮ ਕਰੇਗਾ, ਠੀਕ ਹੈ। ਬਸ ਮੇਨਲੀ ਫੈਕਟ ਸਿੱਧਾ ਹੋਊਗਾ ਕਿ ਸਭ ਤੋਂ ਵੱਡਾ ਰਿਲੀਜੀਅਸ ਮੋਨੂਮੈਂਟ, ਠੀਕ ਹੈ, ਧਾਰਮਿਕ ਸਮਾਰਕ ਕਿਹੜੇ ਸੂਬੇ ਦੇ ਵਿੱਚ ਹੈ, ਤਾਂ ਆਨਸਰ ਹੋਣਾ ਚਾਹੀਦਾ ਵੈਸਟ ਬੰਗਾਲ। ਨਾਮ ਕੀ ਉਹਦਾ? ਟੈਂਪਲ ਆਫ ਵੈਦਿਕ ਪਲੈਨੇਟੇਰੀਅਮ, ਜਿਹੜਾ ਇਹ ਹੈਗਾ, ਠੀਕ ਹੈ। ਜੇ ਇਹਦੇ ਬਾਰੇ ਆਪਾਂ ਗੱਲ ਕਰ ਲਈਏ ਹੋਰ, ਤਾਂ ਮੇਨਲੀ ਤਾਂ ਇਹੀ ਫੈਕਟ ਹੈ ਬਸ, ਬਾਕੀ ਤਾਂ ਇਹਦੇ ਬਾਰੇ ਬੜਾ ਕੁਛ ਕਰਨ ਦੀ ਆਪਾਂ ਨੂੰ ਲੋੜ ਨਹੀਂ ਹੈਗੀ ਕਿ ਇਹ ਬਣਨ ਜਾ ਰਿਹਾ ਮੋਨੂਮੈਂਟ ਸਭ ਤੋਂ ਵੱਡਾ ਵੈਸਟ ਬੰਗਾਲ ਦੇ ਵਿੱਚ। ਅਗਲਾ, ਆਂਧਰਾ ਪ੍ਰਦੇਸ਼ ਦੀ ਸਰਕਾਰ ਨੇ ਸਾਈਨ ਕੀਤਾ MOU, ਇੱਕ ਮੈਮੋਰੈਂਡਮ ਆਫ ਅੰਡਰਸਟੈਂਡਿੰਗ ਕਹਿ ਦਿੰਦੇ ਇਹਨੂੰ ਆਪਾਂ, US ਬੇਸ ਇੱਕ ਪਾਰਲੇ ਫॉर द ਏਸ਼ੀਅਨਸ ਔਨ ਪਲਾਸਟਿਕ ਵੇਸਟ ਮੈਨੇਜਮੈਂਟ ਇਨ ਦਾ ਸਟੇਟ। ਮਤਲਬ ਆਂਧਰਾ ਪ੍ਰਦੇਸ਼ ਦੇ ਵਿੱਚ ਜਿਹੜੀ ਪਲਾਸਟਿਕ ਵੇਸਟੇਜ ਨੂੰ ਲੈ ਕੇ ਜਿਹੜਾ ਵੱਡਾ ਰੌਲਾ, ਠੀਕ ਹੈ। ਆਂਧਰਾ ਪ੍ਰਦੇਸ਼ ਨੇ ਇੱਕ ਨਾ ਟੀਚਾ ਮਿਥਿਆ ਹੋਇਆ ਕਿ 2027 ਦੇ ਆਉਣ ਤੱਕ ਅਸੀਂ ਆਪਦੇ ਪੂਰੇ ਸੂਬੇ ਨੂੰ ਪਲਾਸਟਿਕ ਫ੍ਰੀ ਕਰ ਦੇਣਾ ਹੈ। ਹੁਣ ਪਲਾਸਟਿਕ ਫ੍ਰੀ ਕਰਨ ਵਾਸਤੇ ਕੁਛ ਨਾ ਕੁਛ ਇਨੀਸ਼ੀਏਟਿਵ ਲਏ ਜਾ ਰਹੇ ਨੇ ਸਰਕਾਰ ਦੁਆਰਾ। ਤਾਂ ਇਹਨਾਂ ਨੇ ਇੱਕ US ਦੀ ਇੱਕ ਕੰਪਨੀ ਕਹਿ ਲਓ ਜਾਂ US ਬੇਸਡ ਇੱਕ ਕੋਈ ਇਨੀਸ਼ੀਏਟਿਵ ਆ, ਉੱਥੇ ਕੰਮ ਕਰਦਾ ਉਹ, ਜਿਹੜਾ ਕਿ ਉੱਥੇ ਕੰਢੇ ਹੁੰਦੇ ਨੇ, ਜਿਹੜੇ ਤੱਟ ਹੁੰਦੇ ਨੇ ਜਿਵੇਂ ਸਮੁੰਦਰ ਦੇ ਤੱਟ, ਉਹਨਾਂ ਨੂੰ ਸਾਫ਼ ਕਰਨ ਵਾਸਤੇ ਕੋਈ ਨਾ ਕੋਈ ਉਹ ਇਹੋ ਜਿਹੇ ਪ੍ਰੋਗਰਾਮ ਚਲਾਉਂਦੀ ਹੈ। ਜਿਹੜੀ ਇਹ ਸੰਸਥਾ US ਬੇਸਡ ਹੈਗੀ ਹੈ, ਪਰਲੇ ਫॉर द ਓਸ਼ੀਅਨਸ, ਇਹਦੇ ਨਾਲ ਸਮਝੌਤਾ ਕੀਤਾ ਕਿ ਆਂਧਰਾ ਪ੍ਰਦੇਸ਼ ਦੇ ਤੱਟਾਂ ਨੂੰ ਵੀ ਸਫਾਈ ਕਰੂਗੀ, ਤਾਂ ਕਿ ਉਹ ਜਿਹੜਾ ਇਹ 2027 ਤੱਕ ਦਾ ਟੀਚਾ ਇਹਨਾਂ ਨੇ ਮਿਥਿਆ ਇਹਨਾਂ ਦਾ ਪੂਰਾ ਹੋ ਸਕੇ। ਤਾਂ ਇਹਨੂੰ ਲੈ ਕੇ ਨਿਊਜ਼ ਆ ਕਿ ਕਿਹੜੀ ਸੂਬਾ ਸਰਕਾਰ ਨੇ ਇਹ US ਦੀ ਪਰਲੇ ਫॉर ਓਸ਼ੀਅਨਸ ਨਾਲ ਸਮਝੌਤਾ ਕੀਤਾ? ਆਂਧਰਾ ਪ੍ਰਦੇਸ਼ ਦੀ ਸਰਕਾਰ ਨੇ। ਕਿੰਨੇ ਦਾ ਪ੍ਰੋਜੈਕਟ ਆ ਕੁਛ ਆ, ਇਹ ਤੁਸੀਂ ਪੜ੍ਹ ਲਿਓ ਇੱਕ ਵਾਰ। ਬਾਕੀ ਇਹਦੇ ਵਿੱਚ ਕੋਈ ਐਡੀ ਉਹ ਨਹੀਂ ਹੈਗੀ ਕਿ ਆਪਾਂ ਇੱਕ ਚੀਜ਼ ਇਹਦੇ 'ਚ ਯਾਦ ਕਰਨੀ ਹੈ। ਜਿਵੇਂ ਤੁਹਾਨੂੰ ਮੈਂ ਸ਼ੁਰੂ 'ਚ ਸਮਝਾ ਹੀ ਦਿੱਤਾ ਕਿ ਕਰੰਟ ਅਫੇਅਰ ਨੂੰ ਕਿਵੇਂ ਐਂਗਲ ਤੋਂ ਆਪਾਂ ਕਵਰ ਕਰੀਦਾ ਹੁੰਦਾ। ਜਿੱਥੇ ਬਹੁਤਾ ਜ਼ੋਰ ਦੇਣ ਵਾਲੀ ਚੀਜ਼ ਹੋਊਗੀ ਮੈਂ ਤੁਹਾਨੂੰ ਜ਼ਰੂਰ ਦੱਸੂਗਾ ਇੱਕ ਇੱਕ ਚੀਜ਼ ਉਸ ਦੀ ਡਿਟੇਲ ਦੀ। ਬਾਕੀ ਦੇ ਸਿਰਫ ਤੁਸੀਂ ਇੱਕ ਵਾਰ ਗੋ ਥਰੂ ਹੋ ਲਿਓ, ਬਸ ਮੇਨ ਪੁਆਇੰਟ ਜਿਹੜੇ ਯਾਦ ਕਰਨੇ ਆ ਉਹ ਤੁਸੀਂ ਜ਼ਰੂਰ ਦੇਖਿਓ। ਆਂਧਰਾ ਪ੍ਰਦੇਸ਼ ਦੀ ਐਟ ਪ੍ਰੈਜ਼ੈਂਟ ਜਿਹੜੀ ਰਾਜਧਾਨੀ ਆ ਉਹ ਅਮਰਾਵਤੀ ਹੈ, ਠੀਕ ਹੈ। YS ਜਗਨ ਰੈਡੀ ਜਿਹੜੇ ਹੈਗੇ ਨੇ, ਮੋਹਨ ਰੈਡੀ, ਇਹ ਇਹਨਾਂ ਦੇ ਮੁੱਖ ਮੰਤਰੀ ਨੇ, ਅਤੇ ਵਿਸ਼ਭੂਸ਼ਣ ਹਰੀਚੰਦਨ ਜਿਹੜੇ ਹੈਗੇ ਨੇ ਇਹ ਗਵਰਨਰ ਨੇ। ਤਾਂ ਇਹ ਤੁਸੀਂ ਯਾਦ ਕਰ ਸਕਦੇ ਹੋ ਫੈਕਟ ਸਿੱਧੇ, ਕਿਉਂਕਿ ਯਾਰ ਬੇਸਿਕਲੀ ਮੈਂ ਤਾਂ ਲਿਖਦਾ ਨਾ ਕਿਉਂਕਿ ਇਹ ਚੀਜ਼ਾਂ ਨਾ ਅਸੀਂ ਕਿਤੇ ਨਹੀਂ ਪੜ੍ਹਦੇ ਹੈਗੇ, ਨਾ ਅਸੀਂ ਕੈਪੀਟਲ ਪੜ੍ਹੀਏ, ਨਾ ਮੁੱਖ ਮੰਤਰੀਆਂ ਦੇ ਨਾਮ ਪੜ੍ਹੀਏ, ਨਾ ਗਵਰਨਰ ਦੇ ਨਾਮ ਪੜ੍ਹੀਏ। ਆਉਂਦੇ ਬਹੁਤ ਘੱਟ ਨੇ ਪੇਪਰ 'ਚ, ਪਰ ਜੇ ਆ ਗਏ ਫੇਰ ਫ੍ਰੀ ਦਾ ਸਵਾਲ ਹੁੰਦਾ। ਤਾਂ ਵਧੀਆ ਕਿ ਜਦੋਂ ਕਿਸੇ ਸਟੇਟ ਦੀਆਂ ਨਿਊਜ਼ ਨੇ ਇਹਨਾਂ ਦੇ ਥੱਲੇ ਪਾ ਦਿਓ, ਇਸੇ ਬਹਾਨੇ ਇੱਕ ਵਾਰ ਨਿਗਾਹ ਵੱਜ ਜਾਂਦੀ ਹੈ, ਠੀਕ ਹੈ, ਕਿ ਕਿਹੜਾ ਮੁੱਖ ਮੰਤਰੀ ਹੈ, ਉਹਦੀ ਰਾਜਧਾਨੀ ਕਿਹੜੀ ਹੈ, ਅਤੇ ਗਵਰਨਰ ਕਿਹੜਾ ਹੈ। ਕੇਰਲਾ ਦਾ ਇੱਕ ਅਲਾਪੂਜ਼ਾ, ਜਿਹਨੂੰ ਪੂਰੀ ਤਰ੍ਹਾਂ ਨਾਲ ਡਿਜੀਟਲ ਬੈਂਕਿੰਗ ਡਿਸਟ੍ਰਿਕਟ ਡਿਕਲੇਅਰ ਕਰਤਾ। ਮਤਲਬ ਪੂਰੇ ਇਹ ਅਲਾਪੂਜ਼ਾ ਜਿਹੜਾ ਜ਼ਿਲ੍ਹਾ ਹੈਗਾ ਕੇਰਲਾ ਦੇ ਵਿੱਚ, ਇੱਥੇ ਪੂਰੇ ਦੀ ਪੂਰਾ ਬੈਂਕਿੰਗ ਸਿਸਟਮ ਡਿਜੀਟਲ ਹੋ ਗਿਆ। ਸਮਝ ਗਿਆ? ਬੜਾ ਇੰਪੋਰਟੈਂਟ ਪੁਆਇੰਟ ਹੈ ਇਹ। ਤਾਂ ਪੁੱਛਿਆ ਜਾ ਸਕਦਾ ਕਿ ਕਿਹੜੇ ਸੂਬੇ ਦਾ ਜਾਂ ਕਿਹੜਾ ਜ਼ਿਲ੍ਹੇ ਦਾ ਨਾਮ ਵੀ ਪੁੱਛ ਸਕਦੇ ਨੇ, ਕੇਰਲਾ ਦਾ ਕਿਹੜਾ ਜ਼ਿਲ੍ਹਾ, ਜਾਂ ਅਲਾਪੂਜ਼ਾ ਐਵੇਂ ਪੁੱਛ ਸਕਦੇ ਨੇ ਕਿ ਅਲਾਪੂਜ਼ਾ ਨੂੰ ਹੁਣੇ ਡਿਕਲੇਅਰ ਕੀਤਾ ਗਿਆ ਹੈ ਡਿਜੀਟਲ ਬੈਂਕਿੰਗ ਡਿਸਟ੍ਰਿਕਟ ਪੂਰੀ ਤਰ੍ਹਾਂ ਨਾਲ, ਇਹ ਕਿਹੜੀ ਸਟੇਟ ਦੇ ਵਿੱਚ ਪਾਇਆ ਜਾਂਦਾ ਤਾਂ ਵੀ ਸਾਨੂੰ ਪਤਾ ਹੋਵੇ, ਠੀਕ ਹੈ। ਈਵਨ ਇਸ ਤੋਂ ਪਹਿਲਾਂ, ਇਹ ਪਹਿਲਾਂ ਨਹੀਂ ਹੈਗਾ, 5ਵਾਂ ਜ਼ਿਲ੍ਹਾ ਹੈ ਇਹਨਾਂ ਦਾ। 4 ਜ਼ਿਲ੍ਹੇ ਇਸ ਤੋਂ ਪਹਿਲਾਂ ਇਹ ਹੋ ਚੁੱਕੇ ਨੇ। ਉਹ 4 ਕਿਹੜੇ ਨੇ? ਥਿਸੂਰ, ਕੋਟਿਅਮ, ਪਲਾਕੜ ਅਤੇ ਕਾਸਰਗੌੜ। ਇਹ ਇਸ ਤੋਂ ਪਹਿਲਾਂ ਡਿਕਲੇਅਰ ਕਰਤੇ, ਠੀਕ ਹੈ। ਇਹ ਪ੍ਰੋਜੈਕਟ ਜਿਹੜਾ ਡਿਕਲੇਅਰ ਕਰਨ ਵਾਲਾ ਸੀ, ਇਹ ਸ਼ੁਰੂ ਕੀਤਾ ਸੀ RBI ਨੇ, ਅਤੇ RBI ਨੇ ਸਟੇਟ ਲੈਵਲ ਦੀਆਂ ਜਿਹੜੀਆਂ ਬੈਂਕ ਦੀਆਂ ਕਮੇਟੀਆਂ ਨੇ ਉਹਨਾਂ ਦੇ ਨਾਲ ਮਤਲਬ ਟਾਈ ਅਪ ਕਰਕੇ ਉਹਨਾਂ ਦੀ ਸਪੋਰਟ ਨਾਲ ਇਹ ਪੂਰੇ ਦੇਸ਼ 'ਚ ਪ੍ਰੋਜੈਕਟ ਚਲਾਇਆ ਹੋਇਆ ਕਿ ਡਿਜੀਟਲਾਈਜ਼ ਕੀਤਾ ਜਾਵੇ ਸਾਰੇ ਬੈਂਕਿੰਗ ਸਿਸਟਮ ਨੂੰ ਪੂਰੇ ਤਰ੍ਹਾਂ ਨਾਲ। ਤਾਂ ਫਿਲਹਾਲ ਇਹਦੇ ਵਿੱਚ ਜਿਹੜੀ ਅਚੀਵਮੈਂਟ ਹਾਸਲ ਕਰ ਰਿਹਾ ਉਹ ਕੇਰਲਾ ਕਰ ਰਿਹਾ। ਅਗਲਾ ਕਰੰਟ ਅਫੇਅਰ 'ਤੇ ਚੱਲਦੇ ਹਾਂ। ਅਗਲੀ ਨਿਊਜ਼ ਕੀ ਹੈ ਕਿ ਗੁਜਰਾਤ ਦੇ ਵਿੱਚ ਜਿਹੜੀ ਰਿਲਾਇੰਸ ਇੰਡਸਟਰੀ ਹੈ ਉਹ ਸੈਟਅਪ ਕਰੂਗੀ ਭਾਰਤ ਦਾ ਪਹਿਲਾ ਅਤੇ ਦੁਨੀਆ ਦਾ ਸਭ ਤੋਂ ਵੱਡਾ ਕਾਰਬਨ ਫਾਈਬਰ ਪਲਾਂਟ। ਦੁਨੀਆ ਦਾ ਸਭ ਤੋਂ ਵੱਡਾ ਕੀ ਕਰੇਗੀ? ਕਾਰਬਨ ਫਾਈਬਰ ਪਲਾਂਟ। ਤਾਂ ਗੁਜਰਾਤ ਦੇ ਵਿੱਚ ਰਿਲਾਇੰਸ ਇੰਡਸਟਰੀ ਭਾਰਤ ਦਾ ਪਹਿਲਾ ਅਤੇ ਸਭ ਤੋਂ ਵੱਡਾ ਕਾਰਬਨ ਫਾਈਬਰ ਪਲਾਂਟ ਲਾਉਣ ਜਾ ਰਹੀ ਹੈ। ਕਿੱਥੇ? ਉੱਥੇ ਵੀ ਹਜ਼ੀਰਾ ਜਗ੍ਹਾ ਹੈ ਗੁਜਰਾਤ ਦੇ ਵਿੱਚ ਪੈਂਦੀ, ਉੱਥੇ ਲਾਇਆ ਜਾਏਗਾ ਇਹ। ਅਤੇ ਇਹਦੇ ਵਿੱਚ ਲਗਭਗ ਇਹ ਮਤਲਬ 20,000 ਮੈਟਰਿਕ ਟਨ ਇੱਕ ਸਾਲ ਦੇ ਵਿੱਚ ਇੰਨਾ ਕਾਰਬਨ ਪ੍ਰੋਡਿਊਸ ਕਰੂਗਾ। ਫਿਗਰ ਅਨਇੰਪੋਰਟੈਂਟ ਹੈ,
ਕਾਰਬਨ ਫਾਈਬਰ ਬੇਸਿਕਲੀ ਇੱਕ ਲਾਈਟ ਜਾਂ ਮਟੀਰੀਅਲ ਹੁੰਦਾ ਜਿਹਦੀ ਕੰਡਕਟਿਵਿਟੀ ਬਹੁਤ ਜ਼ਿਆਦਾ ਹੁੰਦੀ ਹੈ, ਠੀਕ ਹੈ, ਬਹੁਤ ਸੰਚਾਲਕਤਾ ਬਹੁਤ ਜ਼ਿਆਦਾ ਹੁੰਦੀ ਹੈ, ਅਤੇ ਪੋਟੈਂਸ਼ੀਅਲ ਜਿਹੜਾ ਬੇਸਿਕਲੀ ਇਹਦਾ ਪਰਪਸ ਕੀ ਹੈ ਵੀ ਇਹ ਤੋਂ ਕਰਾਂਗੇ ਕੀ। ਸਟੀਲ ਤੁਹਾਨੂੰ ਪਤਾ, ਸਟੀਲ ਦਾ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਸਟੀਲ ਤੋਂ ਕੀ ਕਰਦੇ ਹਾਂ ਆਪਾਂ ਕੀ ਨਹੀਂ। ਸਟੀਲ ਦਾ ਬਦਲਾਅ ਹੈ ਇਹ, ਮਤਲਬ ਸਟੀਲ ਮਹਿੰਗਾ ਜ਼ਿਆਦਾ ਪੈਂਦਾ ਹੈ, ਕਾਰਬਨ ਫਾਈਬਰ ਸਸਤਾ ਪਊਗਾ ਅਤੇ ਐਜ਼ ਕੰਪੇਅਰ ਟੂ ਸਟੀਲ ਤੋਂ ਵੀ ਜ਼ਿਆਦਾ ਮਜ਼ਬੂਤੀ ਦਊਗਾ। ਤਾਂ ਇਸ ਮੋਟਿਵ ਨਾਲ ਸਟੀਲ ਨੂੰ ਰਿਪਲੇਸ ਕਰਨ ਵਾਸਤੇ ਇਹ ਕਾਰਬਨ ਫਾਈਬਰ ਲਿਆਂਦਾ ਜਾ ਰਿਹਾ ਪਿਕਚਰ ਦੇ ਵਿੱਚ, ਅਤੇ ਇਹਨੂੰ ਲੈ ਕੇ ਕਾਫੀ ਵੱਡਾ ਇੱਕ ਸੈਟਅਪ ਤਾਮਝਾਮ ਯਾਨੀ ਕਿ ਫੈਕਟਰੀ ਉਹ ਲਾ ਲਓ ਲਾਉਣ ਜਾ ਰਹੀ ਹੈ ਰਿਲਾਇੰਸ, ਕਿੱਥੇ, ਹਜ਼ੀਰਾ ਗੁਜਰਾਤ ਦੇ ਵਿੱਚ। ਗੁਜਰਾਤ ਦੇ ਬਾਰੇ ਦੇਖ ਲਓ, ਆਹ ਤਾਂ ਛੱਡੋ ਫਾਊਂਡੇਸ਼ਨ ਡੇ ਸੀ ਕਿਹੜਾ ਪੁੱਛਦਾ, ਜਿਹੜਾ ਇਹਦੇ ਵਾਲੇ ਹੈ ਆਪਣਾ ਰਿਲਾਇੰਸ ਲਿਮਿਟਡ ਦੇ ਬਾਰੇ। ਤਾਂ ਰਿਲਾਇੰਸ ਦੀ ਮੇਨ ਮੁੰਬਈ ਦੇ ਵਿੱਚ ਹੈ, ਧੀਰੂ ਭਾਈ ਅੰਬਾਨੀ ਇਹਦੇ ਸੰਸਥਾਪਕ ਨੇ, 73 'ਚ ਬਣੀ ਸੀ ਰਿਲਾਇੰਸ ਕੰਪਨੀ। ਅੱਗੇ ਆ ਜੋ ਅਰਵਿੰਦ ਕੇਜਰੀਵਾਲ ਨੇ ਲਾਂਚ ਕੀਤਾ ਕੰਟਰੀ ਦਾ ਪਹਿਲਾ ਵਰਚੁਅਲ ਸਕੂਲ ਫॉर ਸਟੂਡੈਂਟਸ, ਮਤਲਬ ਦਿੱਲੀ ਗੌਰਮੈਂਟ ਨੇ ਕਰਿਆ ਇਹ, ਬੇਸਿਕਲੀ ਤਾਂ ਇਹੀ ਹੋ ਗਿਆ, ਦਿੱਲੀ ਗੌਰਮੈਂਟ ਨੇ ਪਹਿਲਾ ਵਰਚੁਅਲ ਸਕੂਲ, ਠੀਕ ਹੈ, ਸਟੂਡੈਂਟਸ ਪੂਰੀ ਕੰਟਰੀ ਦੇ ਅਲਾਓ ਨੇ ਕਿ ਐਡਮਿਸ਼ਨ ਲੈਣ ਵਾਸਤੇ। ਇਹ ਨਹੀਂ ਹੈਗਾ ਕਿ ਹਲੇ ਦਿੱਲੀ ਵਾਸਤੇ ਹੈ, ਪੂਰੇ ਦੇਸ਼ ਦੇ ਵਿੱਚੋਂ ਕੋਈ ਵੀ ਸਟੂਡੈਂਟ ਇਹਦੇ 'ਚ ਐਡਮਿਸ਼ਨ ਲੈ ਸਕਦਾ। ਜਿਹੜਾ ਦਿੱਲੀ ਮਾਡਲ ਵਰਚੁਅਲ ਸਕੂਲ ਇਹ ਹੋਊਗਾ, ਇਹਦੇ 'ਚ ਕਲਾਸਾਂ ਹੋਣਗੀਆਂ 9ਵੀਂ ਤੋਂ 12ਵੀਂ ਲਈ, ਅਤੇ ਇੱਥੇ ਸਟੂਡੈਂਟਸ ਨੂੰ JEE ਨੀਟ ਇਹ ਵਾਲੇ ਪੇਪਰਾਂ ਦੀ ਤਿਆਰੀ ਵੀ ਕਰਾਈ ਜਾਊਗੀ। ਕਲਾਸਿਸ ਔਨਲਾਈਨ ਮੋਡ 'ਚ ਚੱਲਣਗੀਆਂ, ਰਿਕਾਰਡਡ ਲੈਕਚਰ ਵੀ ਅਪਲੋਡ ਕੀਤੇ ਜਾਣਗੇ ਔਨਲਾਈਨ, ਜਿਵੇਂ ਆਪਣਾ ਸਿਸਟਮ ਚੱਲਦਾ, ਮਤਲਬ ਜਿਹਨੇ ਲਾਈਵ ਹੋ ਕੇ ਕਲਾਸ ਲਾਉਣੀ ਹੈ ਲਾਈਵ ਹੋ ਕੇ ਲਾ ਲਓ, ਅਤੇ ਜਿਹਨੂੰ ਮਤਲਬ ਬੱਚੇ ਨੂੰ ਅੱਗੇ ਪਿੱਛੇ ਟਾਈਮ ਦਾ ਚੱਕਰ ਪੈਂਦਾ ਹੈ ਤਾਂ ਉਹਨੂੰ ਰਿਕਾਰਡਡ ਮਿਲ ਜੂਗਾ ਪੂਰੇ ਦਾ ਪੂਰਾ, ਤਾਂ ਉਹ ਬਾਅਦ 'ਚ ਸੁਣ ਸਕਦਾ ਉਸ ਕਲਾਸ ਨੂੰ। ਤਾਂ ਕਿਹੜਾ ਦਿੱਲੀ ਦੇ ਸਰਕਾਰ ਦਾ ਇਹ ਉਪਰਾਲਾ ਹੈ। ਦਿੱਲੀ ਪੁਲਿਸ ਪਹਿਲੀ ਪੁਲਿਸ ਬਣ ਗਈ ਹੈ ਕੰਟਰੀ ਦੇ ਵਿੱਚ ਟੂ ਮੇਕ ਕਲੈਕਸ਼ਨ ਆਫ ਫੋਰੈਂਸਿਕ ਐਵੀਡੈਂਸ ਮੈਂਡੇਟਰੀ। ਜਿਹੜੇ ਫੋਰੈਂਸਿਕ ਐਵੀਡੈਂਸ ਹੁੰਦੇ ਨੇ ਨਾ, ਜਿਵੇਂ ਤੁਸੀਂ ਦੇਖੋ ਕਿ ਕਿਸੇ ਤੋਂ ਕੋਈ ਜਿਵੇਂ ਆਪਾਂ ਇਹਦੀ ਗੱਲ ਕਰ ਲਈਏ, ਕੰਪਿਊਟਰ ਦੇ ਵਿੱਚੋਂ ਕੁਛ ਆਪਾਂ ਨੇ ਰਿਕਵਰ ਕੀਤਾ ਗਾ ਹੈ ਨਾ, ਕਿਸੇ ਬਿਲਕੁਲ ਸਾਈਟ ਦੇ ਉੱਤੇ, ਜਿਵੇਂ ਹੁਣ ਕਿਤੇ ਕੋਈ ਕ੍ਰਾਈਮ ਹੋਇਆ, ਕੋਈ ਜੁਰਮ ਹੋ ਗਿਆ, ਤਾਂ ਉੱਥੋਂ ਜਿਹੜੇ ਫੋਰੈਂਸਿਕ ਐਵੀਡੈਂਸ ਇਕੱਠੇ ਕਰੇ ਜਾਂਦੇ ਨੇ, ਤਾਂ ਉਹ ਐਵੀਡੈਂਸ ਜ਼ਰੂਰੀ ਕਰਤੇ, ਲਾਜ਼ਮੀ ਕਰਤੇ। ਦੇਸ਼ ਦੀ ਪਹਿਲੀ ਪੁਲਿਸ ਆ ਜਿਹਨੇ ਇਹ ਲਾਜ਼ਮੀ ਕੀਤੇ ਨੇ ਇਕੱਠੇ ਕਰਨੇ, ਉਹ ਕਿਹੜੀ ਆ, ਉਹ ਦਿੱਲੀ ਪੁਲਿਸ ਆ ਜਿਹਨੇ ਕੀਤੇ ਨੇ, ਠੀਕ ਹੈ। ਤਾਂ ਬੇਸਿਕਲੀ ਦੇਖਿਆ ਜਾਵੇ, ਕਹਿੰਦਾ ਦਿੱਲੀ ਪੁਲਿਸ ਦੇ ਵਿੱਚ ਪਹਿਲੀ ਪੁਲਿਸ ਬਣ ਗਈ ਕੰਟਰੀ 'ਚ ਟੂ ਮੇਕ ਕਲੈਕਸ਼ਨ ਆਫ ਫੋਰੈਂਸਿਕ ਮੈਂਡੇਟਰੀ ਇਨ ਦਾ ਕ੍ਰਾਈਮਸ ਪਨਿਸ਼ੇਬਲ ਮੋਰ ਦੈਨ 6 ਈਅਰ, ਜਿਹਦੇ 'ਚ 6 ਸਾਲ ਤੋਂ ਵੱਧ ਦੀ ਸਜ਼ਾ ਹੁੰਦੀ ਹੈ ਕਿਸੇ ਕ੍ਰਾਈਮ ਦੇ ਵਿੱਚ, ਉੱਥੇ ਤੁਹਾਨੂੰ ਫੋਰੈਂਸਿਕ ਐਵੀਡੈਂਸ ਲਿਆਉਣਾ ਹੀ ਲਿਆਉਣਾ ਪਊਗਾ, ਮੈਂਡੇਟਰੀ ਹੋ ਗਿਆ, ਠੀਕ ਹੈ। ਤਾਂ ਇਹ ਇੱਕ ਨਿਊਜ਼ ਹੈ। ਅੱਗੇ ਚੱਲਦੇ ਹਾਂ। ਰਾਜਸਥਾਨ ਗੌਰਮੈਂਟ ਨੇ ਲਾਂਚ ਕੀਤਾ ਮਹਿਲਾ ਨਿਧੀ ਟੂ ਸਪੋਰਟ ਵੂਮਨ ਐਂਟਰਪ੍ਰੇਨੋਰ। ਹੁਣ ਜਿਹੜੇ ਵੂਮਨ ਰਾਜਸਥਾਨ ਦੇ, ਜਿਵੇਂ ਮੈਂ ਪਹਿਲੀ ਦੱਸ ਚੁੱਕਿਆ ਕਿ ਚੀਫ ਮਿਨਿਸਟਰ ਅਸ਼ੋਕ ਗਹਿਲੋਤ ਜੀ ਨੇ, ਇਹਨਾਂ ਨੇ ਮਹਿਲਾ ਨਿਧੀ ਨਾਮ ਦੀ ਇੱਕ ਸਕੀਮ ਲਿਆਂਦੀ ਹੈ। ਮਤਲਬ ਜਿਹੜੀਆਂ ਔਰਤਾਂ ਐਂਟਰਪ੍ਰੇਨਿਓਰ ਨੇ, ਖੁਦ ਅੱਗੇ ਹੋ ਕੇ ਕੰਮ ਕਰ ਰਹੀਆਂ ਨੇ ਜਾਂ ਕਰਨ ਦੇ ਵਿੱਚ ਇੰਟਰਸਟਿਡ ਨੇ, ਤਾਂ ਉਹਨਾਂ ਨੂੰ ਸਪੋਰਟ ਦੇਣ ਵਾਸਤੇ ਆ, ਉਹਨਾਂ ਦੇ ਛੋਟੇ ਬਿਜ਼ਨਸਾਂ ਨੂੰ ਕਿਵੇਂ ਉੱਪਰ ਲਿਆਂਦਾ ਜਾਵੇ। ਕਿਉਂਕਿ ਜਿਹੜਾ MSME ਸੈਕਟਰ ਆ ਨਾ ਸਾਡਾ, ਇਹ ਨੌਕਰੀਆਂ ਦੇਣ ਦੇ ਵਿੱਚ ਸਭ ਤੋਂ ਅੱਗੇ ਇਹੀ ਹੈ। ਜਿੰਨੀਆਂ ਨੌਕਰੀਆਂ ਇਹ ਪ੍ਰੋਡਿਊਸ ਕਰ ਸਕਦਾ, ਉਨੀਆਂ ਸਾਡੇ ਵੱਡੇ ਅਦਾਰੇ ਨਹੀਂ ਪ੍ਰੋਡਿਊਸ ਕਰ ਸਕਦੇ ਹੈਗੇ। ਤਾਂ ਇਹ ਇਸੇ ਕਰਕੇ ਸਰਕਾਰ ਦਾ ਕੁੱਲ ਜ਼ੋਰ ਇਹਦੇ 'ਤੇ ਲੱਗਿਆ ਹੋਇਆ ਕਿ MSME ਸੈਕਟਰ ਜਿਹੜਾ ਕਿ ਸਾਡਾ, ਜਦੋਂ ਕਰੋਨਾ ਕਾਲ ਦੇ ਵਿੱਚ ਇਹਨੂੰ ਬਹੁਤ ਵੱਡੀ ਸੈਟਬੈਕ ਲੱਗੀ ਹੈ ਇਸ MSME ਸੈਕਟਰ ਨੂੰ, ਉਹਨੂੰ ਕਿਵੇਂ ਨਾ ਕਿਵੇਂ ਉਠਾਇਆ ਜਾਵੇ ਉੱਪਰ ਸਮਹਾਓ, ਠੀਕ ਹੈ। ਇਹਦੇ ਲਈ ਕਿੰਨੀਆਂ ਸਕੀਮਾਂ ਨੇ, ਤਾਂ ਉਹਦੇ ਵਿੱਚੋਂ ਹੀ ਇਹ ਸੂਬੇ ਦੀ ਸਕੀਮ ਹੈ ਜਿਹਨੂੰ ਅਸੀਂ ਮਹਿਲਾ ਨਿਧੀ ਬੋਲਦੇ ਹਾਂ। ਤਾਂ ਬਜਟ ਦੇ ਵਿੱਚ ਸਪੈਸ਼ਲ ਇਹਨਾਂ ਵਾਸਤੇ ਪੈਸੇ ਰੱਖੇ ਗਏ ਨੇ, ਜਿਹੜਾ ਇਸ ਵਾਰ ਦਾ ਬਜਟ ਅਨਾਊਂਸ ਕੀਤਾ ਗਹਿਲੋਤ ਸਰਕਾਰ ਨੇ ਕਿ ਇਹਨਾਂ ਵਾਸਤੇ ਆ ਸਪੈਸ਼ਲ ਬਜਟ ਹੋਏਗਾ। ਸਕੀਮ ਦੇ ਵਿੱਚ ਲੋਨ ਦਿੱਤੇ ਜਾਣਗੇ ਅਪ ਟੂ 40,000 48 ਘੰਟਿਆਂ ਦੇ ਵਿੱਚ, ਠੀਕ ਹੈ, ਅਤੇ ਅਬਵ 40,000 ਵਿਦਿਨ 15 ਡੇਜ਼। ਮਤਲਬ ਜੇ 40,000 ਤੋਂ ਉੱਤੇ ਕਿਸੇ ਨੂੰ ਪੈਸੇ ਚਾਹੀਦੇ ਨੇ ਤਾਂ ਉਹਦੇ ਲਈ 15 ਦਿਨਾਂ ਦੇ ਵਿੱਚ ਲੋਨ ਸੈਕਸ਼ਨ ਕਰ ਦਿੱਤਾ ਜਾਊਗਾ, ਸੈਂਕਸ਼ਨ। ਅਤੇ ਜੇ 40,000 ਤੱਕ ਦਾ ਲੋਨ ਕੋਈ ਮੰਗਦਾ ਤਾਂ 48 ਘੰਟਿਆਂ ਦੇ ਵਿੱਚ ਉਸ ਮਹਿਲਾ ਨੂੰ ਆਪਦੇ ਕੰਮ ਨੂੰ ਚਲਾਉਣ ਵਾਸਤੇ 40,000 ਰੁਪਏ ਮਿਲ ਜਾਣਗੇ। NGT ਤੁਸੀਂ ਸੁਣਿਆ ਉਹ, ਨੈਸ਼ਨਲ ਗ੍ਰੀਨ ਟ੍ਰਿਬਿਊਨਲ, ਇਹਨੇ 3500 ਕਰੋੜ ਦੀ ਪੈਨਲਟੀ ਲਾਈ ਹੈ ਵੈਸਟ ਬੰਗਾਲ ਗੌਰਮੈਂਟ ਨੂੰ, ਕਿਉਂਕਿ ਉਹਨਾਂ ਨੇ ਵੇਸਟ ਮੈਨੇਜਮੈਂਟ ਕਰਨ ਨੂੰ ਲੈ ਕੇ ਉਹਨਾਂ ਦਾ ਜ਼ਿਆਦਾ ਵੱਡਾ ਉਹ ਨਹੀਂ ਹੈਗਾ, ਤਾਂ ਵੇਸਟ ਮੈਨੇਜਮੈਂਟ ਦੇ ਵਿੱਚ ਜ਼ਿਆਦਾ ਵੱਡਾ ਰੌਲਾ ਹੋਣ ਕਰਕੇ ਕਿ ਉਹ ਇੰਨੀ ਸਹੀ ਢੰਗ ਨਾਲ ਇਹਨੂੰ ਇੰਪਲੀਮੈਂਟ ਨਹੀਂ ਕਰ ਪਾ ਰਹੇ, ਤਾਂ ਇਸ ਕਰਕੇ NGT ਨੇ 3500 ਕਰੋੜ ਰੁਪਏ ਦਾ ਜਿਹੜਾ ਹੈ ਜੁਰਮਾਨਾ ਇਹਨਾਂ ਦੇ ਉੱਤੇ ਲਾਇਆ। ਤਾਂ NGT ਨੂੰ ਲੈ ਕੇ ਦਿਸ ਇਜ਼ ਇੰਪੋਰਟੈਂਟ। ਸੋ NGT ਜੇ ਆਪਾਂ ਦੇਖੀਏ ਕਿ ਉਹਦਾ ਚੇਅਰਮੈਨ ਕੌਣ ਹੈ, ਬਹੁਤ ਪੇਪਰ 'ਚ ਪੁੱਛਿਆ ਜਾਂਦਾ, ਤਾਂ NGT ਨਾ ਬੇਸਿਕਲੀ ਇੱਕ ਤਰ੍ਹਾਂ ਨਾਲ ਤੁਸੀਂ ਇਹ ਕਹਿ ਸਕਦੇ ਹੋ ਕਿ ਇਨਵਾਇਰਮੈਂਟ, ਵਾਤਾਵਰਨ ਦੇ ਖੇਤਰ ਦੇ ਵਿੱਚ ਇੱਕ ਤਰ੍ਹਾਂ ਦਾ ਟ੍ਰਿਬਿਊਨਲ ਬਣਾਇਆ ਹੋਇਆ। ਹੁਣ ਇਹ ਸ਼ਬਦ ਦਾ ਮੈਂ ਤੁਹਾਡੇ ਅੱਗੇ ਇਸਤੇਮਾਲ ਕਰਨ ਲੱਗਿਆ, ਟ੍ਰਿਬਿਊਨਲ।
ਟ੍ਰਿਬਿਊਨਲ ਗਿਆ ਕਿ ਸਾਡੇ ਦੇਸ਼ ਦੇ ਵਿੱਚ ਨਾ ਇੰਨੇ ਕੇਸ ਚੱਲ ਰਹੇ ਨੇ ਯਾਰ, ਇੱਕ ਕੇਸ ਦੀ ਵਾਰੀ ਆਉਂਦੀ ਹੀ ਨਹੀਂ ਹੈਗੀ, ਤਰੀਕਾਂ ਹੀ ਨਹੀਂ ਪੈਂਦੀਆਂ ਹੈਗੀਆਂ। ਫਿਰ ਇਹਨਾਂ ਨੇ ਨਾ ਇਹ ਟ੍ਰਿਬਿਊਨਲ ਵਾਲਾ ਕੰਸੈਪਟ ਲਿਆਂਦਾ, ਮਤਲਬ ਇੱਕ ਫੀਲਡ ਦੇ ਵਿੱਚ ਇੱਕ ਤਰ੍ਹਾਂ ਦਾ ਕੋਰਟ ਕੱਢ ਦਿੱਤਾ ਜਾਵੇ। ਜਿਵੇਂ ਮੈਂ ਉਦਾਹਰਨ ਦੇ ਤੌਰ 'ਤੇ ਤੁਹਾਡੇ ਨਾਲ ਗੱਲ ਕਰਾਂ, ਪਾਣੀਆਂ ਦੇ ਮੁੱਦੇ 'ਤੇ ਟ੍ਰਿਬਿਊਨਲ ਬਣਾ ਲਓ, ਠੀਕ ਹੈ। 2 ਸਟੇਟਾਂ ਦੀ ਲੜਾਈ ਹੈ, ਉਹਦਾ ਵਾਸਤੇ ਟ੍ਰਿਬਿਊਨਲ ਬਣਾ ਦਿਓ। ਜਾਂ ਜਿਵੇਂ ਆਪਾਂ ਗੱਲ ਕਰ ਲਈਏ ਕਿ ਸ਼ੇਅਰ ਬਾਜ਼ਾਰ ਦੇ ਵਿੱਚ ਜਾਂ ਇਕੋਨਮੀ ਨਾਲ ਰਿਲੇਟਡ, ਉਹਦੇ 'ਤੇ ਇੱਕ ਟ੍ਰਿਬਿਊਨਲ ਬਣਾ ਦਿਓ। ਐਵੇਂ ਹੀ ਵਾਤਾਵਰਨ ਦੇ ਲਈ ਟ੍ਰਿਬਿਊਨਲ ਬਣਿਆ ਹੋਇਆ, ਜਿਹਨੂੰ NGT ਕਹਿੰਦੇ ਨੇ, ਨੈਸ਼ਨਲ ਗ੍ਰੀਨ ਟ੍ਰਿਬਿਊਨਲ। ਛੋਟਾ ਕੋਰਟ ਕਹਿ ਸਕਦੇ ਹੋ, ਹੈ ਇਹ ਵੀ ਇੱਕ ਤਰ੍ਹਾਂ ਦਾ ਕੋਰਟ ਹੈ, ਠੀਕ ਹੈ। ਇਹਦੀ ਇਹ ਕੌਨਸਟੀਟਿਊਸ਼ਨਲ ਹੈ, ਬਿਲਕੁਲ ਸੰਵਿਧਾਨਿਕ ਬਾਡੀ ਹੈ, ਰਿਸਪੌਂਸਿਬਿਲਿਟੀ ਹੈ। ਅਤੇ ਲੋਕਲ ਬਾਡੀ ਪ੍ਰੋਵਾਈਡ ਪੋਲਿਊਸ਼ਨ ਫਰੀ ਇਨਵਾਇਰਮੈਂਟ। ਦੇਖੋ ਬੇਸਿਕਲੀ ਤਾਂ ਉਹਨਾਂ ਦਾ ਕਹਿਣਾ ਇਹੀ ਹੈ ਵੀ ਜੇ ਆਪਾਂ ਦੇਖੀਏ ਜਿਹੜੇ ਸਾਡੇ, ਤੁਸੀਂ ਜੇ ਨਾ ਉਹ ਪੜ੍ਹੋਗੇ DPSPs, ਡਾਇਰੈਕਟਿਵ ਪ੍ਰਿੰਸੀਪਲਸ ਆਫ ਸਟੇਟ ਪੋਲਿਸੀ, ਠੀਕ ਹੈ, ਉਹਦੇ ਵਿੱਚ ਕਲੀਅਰਲੀ ਲਿਖਿਆ ਹੋਇਆ ਕਿ ਇੱਕ ਬੰਦੇ ਨੂੰ ਪੋਲਿਊਸ਼ਨ ਫਰੀ ਵਾਤਾਵਰਨ ਦੇਣਾ, ਇਹ ਇੱਕ ਉਸ ਚਾਹੇ ਸੂਬੇ ਦੀ ਸਰਕਾਰ ਹੈ ਚਾਹੇ ਕੇਂਦਰ ਦੀ ਸਰਕਾਰ ਹੈ, ਉਹਦੀ ਇੱਕ ਜ਼ਿੰਮੇਵਾਰੀ ਹੈ। ਉਹਦੇ ਤਹਿਤ ਹੀ ਆ ਸਾਰਾ ਕੁਛ ਲਾਇਆ ਜਾਂਦਾ, ਠੀਕ ਹੈ। ਤਾਂ NGT ਦੇ ਚੇਅਰਮੈਨ ਯਾਦ ਰੱਖਿਓ, ਅਤੇ NGT ਨੇ ਹੀ ਕਿਹਦੇ 'ਤੇ ਜੁਰਮਾਨਾ ਲਾਇਆ ਇਹ ਯਾਦ ਰੱਖਿਓ। ਦੋਨੋਂ ਗੱਲਾਂ ਇਹਦੇ ਵਿੱਚ ਮਹੱਤਵਪੂਰਨ ਨੇ। NGT ਨੂੰ ਲੈ ਕੇ ਵੀ ਆਪਾਂ ਕੁਛ ਚੀਜ਼ਾਂ ਪੜ੍ਹਦੇ ਹਾਂ, ਕਿਉਂਕਿ NGT 'ਤੇ ਸਵਾਲ ਬਹੁਤ ਬਣਦੇ ਨੇ। ਤਾਂ NGT ਨੂੰ ਬਣਾਇਆ ਗਿਆ ਸੀਗਾ, ਇਹ ਸਪੈਸ਼ਲਾਈਜ਼ਡ ਬਾਡੀ ਇੱਕ ਐਕਟ ਦੇ ਤਹਿਤ। ਇਹਦਾ ਮਤਲਬ ਇਹ ਕਿਹੜੀ ਬਾਡੀ ਹੋ ਗਈ? ਸਟੈਚੂਟਰੀ ਬਾਡੀ ਹੋ ਗਈ। ਸਟੈਚੂਟਰੀ ਬਾਡੀ ਉਹ ਬਾਡੀ ਹੁੰਦੀ ਹੈ ਜਿਹੜੀ ਕਾਨੂੰਨ ਦੇ ਤਹਿਤ ਬਣਦੀ ਹੈ, ਮਤਲਬ ਉਹਦੇ ਲਈ ਕੋਈ ਨਾ ਕੋਈ ਕਾਨੂੰਨ ਬਣੂਗਾ, ਕਾਨੂੰਨ ਪਾਰਲੀਮੈਂਟ 'ਚੋਂ ਸੰਸਦ 'ਚੋਂ ਪਾਸ ਹੋਊਗਾ, ਪਾਸ ਹੋਣ ਤੋਂ ਬਾਅਦ ਇੱਕ ਐਕਟ ਦੇ ਰੂਪ ਦੇ ਵਿੱਚ ਉਹ ਬਾਡੀ ਬਣੂਗੀ, ਠੀਕ ਹੈ। ਪਾਵਰਫੁਲ ਬਾਡੀ ਹੁੰਦੀ ਹੈ। ਸਭ ਤੋਂ ਪਾਵਰਫੁਲ ਬਾਡੀ ਹੁੰਦੀ ਹੈ ਕੌਨਸਟੀਟਿਊਸ਼ਨਲ ਬਾਡੀ, ਜਿਹਨੂੰ ਅਸੀਂ ਸੰਵਿਧਾਨਕ ਬਾਡੀ ਕਹਿ ਦਿੰਦੇ ਹਾਂ। ਉਦੋਂ ਬਾਅਦ ਆਉਂਦੀ ਹੈ ਸਟੈਚੂਟਰੀ ਬਾਡੀ, ਜਿਹੜੀ ਹੈ ਦੂਜੇ ਨੰਬਰ ਦੀ, ਜਿਹੜੀ ਐਕਟ ਦੇ ਥਰੂ ਬਣਦੀ ਹੈ। ਫਿਰ ਆ ਜਾਂਦੀ ਐਕਸਟਰਾ ਕੌਨਸਟੀਟਿਊਸ਼ਨਲ, ਉਹ ਐਵੇਂ ਹੁੰਦੀਆਂ ਨੇ ਜਿਵੇਂ ਨੀਤੀ ਆਯੋਗ ਹੈ, ਉਹ ਨਾ ਸੰਵਿਧਾਨਕ ਬਾਡੀ ਹੈ ਨਾ ਉਹ ਸਟੈਚੂਟਰੀ ਬਾਡੀ ਹੈ, ਫਿਰ ਵੀ ਬਹੁਤ ਪਾਵਰਫੁਲ ਹੈ। ਤਾਂ ਐਕਸੈਪਸ਼ਨਾਂ ਤਾਂ ਹਰ ਜਗ੍ਹਾ 'ਤੇ ਹੁੰਦੀਆਂ ਨੇ, ਠੀਕ ਹੈ। ਹੁਣ NGT ਨੂੰ ਲੈ ਕੇ ਇੱਕ ਸਵਾਲ ਇਹ ਪੁੱਛਿਆ ਜਾਂਦਾ ਹੁੰਦਾ ਕਿ NGT ਨੂੰ ਬਣਾਉਣ ਵਾਲਾ ਭਾਰਤ ਕਿੰਨਵਾਂ ਕੰਟਰੀ ਬਣਿਆ ਸੀ? ਭਾਰਤ ਤੀਜਾ ਦੇਸ਼ ਸੀਗਾ ਜਿਹਨੇ ਐਨਵਾਇਰਨਮੈਂਟ ਯਾਨੀ ਕਿ ਵਾਤਾਵਰਨ ਦੇ ਖੇਤਰ ਦੇ ਵਿੱਚ ਟ੍ਰਿਬਿਊਨਲ ਬਣਾਇਆ ਸੀਗਾ। ਇਸ ਤੋਂ ਪਹਿਲਾਂ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ 2 ਇਹੋ ਜਿਹੇ ਦੇਸ਼ ਨੇ ਜਿਨ੍ਹਾਂ ਨੇ ਕਾਰਨਾਮਾ ਕਰਿਆ ਹੋਇਆ, ਜਿਨ੍ਹਾਂ 'ਚ ਵਾਤਾਵਰਨ ਨੂੰ ਬਚਾਉਣ ਵਾਸਤੇ ਇਹ ਸਾਰੀਆਂ ਚੀਜ਼ਾਂ ਬਣੀਆਂ ਹੋਈਆਂ ਨੇ, ਠੀਕ ਹੈ। 5 ਥਾਵਾਂ ਦੇ ਉੱਤੇ ਇਹਦੀ ਸਿਟਿੰਗ ਹੈ। ਨਿਊ ਦਿੱਲੀ ਮੇਨ ਆਫਿਸ ਹੈ। ਇਹ ਤੋਂ ਇਲਾਵਾ ਭੋਪਾਲ, ਪੂਨੇ, ਕਲਕੱਤਾ, ਚੇਨਈ ਦੇ ਵਿੱਚ ਵੀ ਇਹਨਾਂ ਦੇ ਦਫ਼ਤਰ ਹੈਗੇ ਨੇ, ਸਮਝ ਗਏ। ਤਾਂ ਚੇਅਰਪਰਸਨ ਨੂੰ ਕੌਣ ਅਪੁਆਇੰਟ ਕਰਦਾ? ਇਹ ਵੀ ਇੱਕ ਇੰਪੋਰਟੈਂਟ ਸਵਾਲ ਹੋ ਸਕਦਾ ਆਪਣੇ ਵਾਸਤੇ ਕਿ ਜਿਹੜਾ ਚੇਅਰਮੈਨ ਹੁੰਦਾ, ਇਹਦਾ ਚੇਅਰਪਰਸਨ ਹੁੰਦਾ NGT ਦਾ, ਉਹਨੂੰ ਕੌਣ ਕਰਦਾ? ਤਾਂ ਚੇਅਰਮੈਨ ਨੂੰ ਨਿਯੁਕਤ ਕਰਨ ਦੀ ਜ਼ਿੰਮੇਵਾਰੀ ਸੈਂਟਰਲ ਗੌਰਮੈਂਟ ਦੇ ਨਾਲ ਕੰਸਲਟੇਸ਼ਨ 'ਚ ਉਹਦੀ ਸਲਾਹ ਲੈ ਕੇ ਚੀਫ ਜਸਟਿਸ ਆਫ ਇੰਡੀਆ ਕਰਦਾ। ਮਤਲਬ ਚੀਫ ਜਸਟਿਸ ਆਫ ਇੰਡੀਆ ਕਰਦਾ ਪਰ ਸੈਂਟਰਲ ਗੌਰਮੈਂਟ ਦੀ ਨਾਲ ਸਲਾਹ ਜ਼ਰੂਰ ਲੈਂਦਾ। ਤਾਂ ਇਹ ਚੀਜ਼ ਹੈ। ਅੱਗੇ ਮੋਹਲਾ, ਮਾਨਪੁਰ, ਅੰਬਾਗੜ੍ਹ, ਚੌਂਕੀ 29ਵੇਂ ਡਿਸਟ੍ਰਿਕਟ ਬਣ ਗਏ ਛੱਤੀਸਗੜ੍ਹ ਦੇ। ਤਾਂ ਛੱਤੀਸਗੜ੍ਹ ਦੇ ਵਿੱਚ ਇਹ ਡਿਸਟ੍ਰਿਕਟ 29th ਡਿਸਟ੍ਰਿਕਟ ਹੈ। ਇਹ ਇੱਕੋ ਹੀ ਨਾਮ ਆ, ਮੈਨੂੰ ਲੱਗਾ ਕਿਤੇ 3 ਨਾਮ ਨੇ, ਠੀਕ ਹੈ। ਤਾਂ ਛੱਤੀਸਗੜ੍ਹ ਦੇ CM, ਜਿਵੇਂ ਇੱਥੇ ਵੀ ਕਾਂਗਰਸ ਦੀ ਸਰਕਾਰ ਹੈ, ਭੂਪੇਸ਼ ਬਘੇਲ ਜੀ ਨੇ, ਤਾਂ ਇਹਨਾਂ ਨੇ ਨਵੇਂ ਇੱਕ ਡਿਸਟ੍ਰਿਕਟ ਨੂੰ ਬਣਾਇਆ, 29ਵਾਂ ਡਿਸਟ੍ਰਿਕਟ, ਠੀਕ ਹੈ। ਚੌਕੀ, ਅੱਜ ਜਿਹੜਾ ਵੀ ਪੂਰਾ ਨਾਮ ਸੀਗਾ ਤੁਸੀਂ ਦੇਖ ਲਿਓ, ਠੀਕ ਹੈ। ਤਾਂ ਇਹ ਜੇ ਨਾਮ ਆਉਂਦਾ ਡਾਇਰੈਕਟਲੀ ਕਿ ਕਿਹੜੇ ਸੂਬੇ ਦੇ ਵਿੱਚ ਇਹ ਨਵਾਂ ਡਿਸਟ੍ਰਿਕਟ ਬਣਿਆ, ਤਾਂ ਸਾਨੂੰ ਪਤਾ ਹੋਵੇ ਛੱਤੀਸਗੜ੍ਹ ਦੇ ਵਿੱਚ ਬਣਿਆ। UP ਦਾ ਇੱਕ ਡਿਸਟ੍ਰਿਕਟ ਹੈ ਜਿਹਦਾ ਨਾਮ ਹੈਗਾ ਭਰਤੌਲ, ਠੀਕ ਹੈ। ਭਰਤੌਲ ਡਿਸਟ੍ਰਿਕਟ ਜਿਹੜਾ UP ਦਾ ਹੈਗਾ, ਇਹ UP's ਡਿਸਟ੍ਰਿਕਟ ਭਰਤੌਲ ਪਹਿਲਾ ਵਿਲੇਜ ਬਣ ਗਿਆ ਸਟੇਟ ਦੇ ਵਿੱਚ ਟੂ ਹੈਵ RO ਵਾਟਰ। ਵਾਹ, ਬੜੀ ਅੱਛੀ ਗੱਲ ਹੈ। RO ਵਾਟਰ ਤਾਂ ਤੁਸੀਂ ਸਮਝਦੀ ਹੋ ਨਾ। RO ਵਾਟਰ ਕਰਨ ਵਾਲਾ ਬਰੇਲੀ ਜ਼ਿਲ੍ਹੇ ਦਾ, ਅੱਛਾ ਇੱਥੇ ਮਿਸਿੰਗ ਹੋ ਗਈ ਕੁਛ ਟਰਮ, ਇਹ ਜ਼ਿਲ੍ਹਾ ਬਰੇਲੀ ਹੈ। ਬਰੇਲੀ ਜ਼ਿਲ੍ਹੇ ਦੇ ਵਿੱਚ ਇਹ ਪਿੰਡ ਦਾ ਨਾਮ ਆ ਭਰਤੌਲ। ਮੈਂ ਵੀ ਸੁਣਿਆ ਭਰਤੌਲ ਕੋਈ ਜ਼ਿਲ੍ਹਾ ਤਾਂ ਸੁਣਿਆ ਨਹੀਂ ਕਦੇ, ਤਾਂ ਭਰਤੌਲ ਪਿੰਡ ਦਾ ਨਾਮ ਹੈ। ਤਾਂ ਬਰੇਲੀ ਜ਼ਿਲ੍ਹਾ, ਬਰੇਲੀ ਦੇ ਵਿੱਚ ਜਿਹੜਾ ਭਰਤੌਲ ਪਿੰਡ ਹੈ, ਪਹਿਲਾ ਪਿੰਡ ਬਣ ਚੁੱਕਿਆ ਜਿਹੜੇ ਪਿੰਡ ਨੂੰ ਜਿੱਥੇ ਟੋਟਲੀ RO ਵਾਟਰ ਹੈ। ਮਤਲਬ ਅੱਛੀ ਗੱਲ ਹੈ। ਚਲੋ ਇੱਥੋਂ ਦੀ ਪੰਚਾਇਤ ਦੇ ਵਾਸਤੇ ਇਹ ਬਹੁਤ ਅੱਛੀ ਹੈਗਾ। ਇਹ ਅਚੀਵਮੈਂਟ ਦੇਖੋ, ਇੱਕ ਸਕੀਮ ਚੱਲਦੀ ਹੈ ਆਦਰਸ਼ ਗ੍ਰਾਮ ਪੰਚਾਇਤ ਇਨੀਸ਼ੀਏਟਿਵ, ਠੀਕ ਹੈ। ਆਦਰਸ਼ ਗ੍ਰਾਮ ਦਾ ਮਤਲਬ ਗ੍ਰਾਮ ਪੰਚਾਇਤ ਇਹੋ ਜਿਹੀ ਹੋਵੇ ਜਿਹੜੀ ਪਿੰਡਾਂ ਦੇ ਵਿੱਚ ਪੰਚਾਇਤ ਹੁੰਦੀ ਹੈ ਵੀ ਉਹ ਲੋਕਾਂ ਵਾਸਤੇ ਸਾਰੀਆਂ ਜਿਹੜੀਆਂ ਬੇਸਿਕ ਨੈਸੈਸਿਟੀ ਉਹਨਾਂ ਦੀ ਲੋੜ ਹੈ ਜੀਵਨ ਜਿਉਣ ਵਾਸਤੇ, ਉਹਦੇ 'ਤੇ ਕੰਮ ਕਰੇ, ਹੈ ਨਾ। ਇਹਦੇ ਤਹਿਤ ਹੀ ਇਹਨਾਂ ਨੇ ਸਾਰੇ ਪਿੰਡ ਦੇ ਵਿੱਚ RO ਵਾਟਰ ਦੀ ਵਿਵਸਥਾ ਕਰਤੀ। ਤਾਂ ਪਿੰਡ ਦਾ ਨਾਮ ਪੁੱਛਿਆ ਜਾ ਸਕਦਾ ਬਿਲਕੁਲ ਭਰਤੌਲ, ਅਤੇ UP ਦਾ ਇਹ ਪਿੰਡ ਹੈ, ਠੀਕ ਹੈ, ਜਿਹਨੂੰ ਪਹਿਲਾ ਪਿੰਡ ਬਣਿਆ ਜਿਹਦੇ ਵਿੱਚ ਪੂਰਾ RO ਵਾਟਰ ਦੀ ਸਪਲਾਈ ਹੈ। ਇਹੋ ਜਿਹੇ ਸਵਾਲ ਬਹੁਤ ਪੇਪਰ 'ਚ ਬਣਦੇ ਆ ਯਾਰ, ਤੈਨੂੰ ਧਿਆਨ ਰੱਖੋ। ਬਾਕੀ ਤਾਂ ਇਹੀ ਲਿਖਿਆ ਕਿ ਸਾਫ਼ ਪਾਣੀ ਨਾਲ ਬਿਮਾਰੀਆਂ ਨਹੀਂ ਹੁੰਦੀਆਂ, ਫਲਾਣਾ ਨਹੀਂ ਹੁੰਦੀਆਂ, ਉਹ ਕੋਈ ਬੜੀ ਵੱਡੀ ਗੱਲ ਨਹੀਂ ਹੈਗੀ, ਠੀਕ ਹੈ। ਅੱਗੇ ਆ ਜਾਓ। ਉੱਤਰਾਖੰਡ ਦੀ ਜਿਹੜੀ ਗੌਰਮੈਂਟ ਹੈ, ਉਹਨੇ ਹੁਣੇ E-ਗਵਰਨੈਂਸ ਪੋਰਟਲ ਦਾ ਨਾਮ ਹੈਗਾ ਸਮਰਥ।
ਸਮਰਥ ਪੋਰਟਲ ਉੱਤਰਾਖੰਡ ਦੀ ਗੌਰਮੈਂਟ ਨੇ ਲਾਂਚ ਕੀਤਾ। ਠੀਕ ਹੈ, ਸਮਰਥ ਪੋਰਟਲ ਦੇ ਵਿੱਚ ਕੀ ਹੋਊਗਾ, ਦੇਖੋ ਇਹ ਐਡਮਿਨਿਸਟ੍ਰੇਟਿਵ ਅਤੇ ਐਜੂਕੇਸ਼ਨਲ ਅਪਡੇਟਸ, ਠੀਕ ਹੈ, ਇਨਕਲੂਡਿੰਗ ਦਾ ਇਨਫੋਰਮੇਸ਼ਨ ਅਬਾਊਟ ਐਂਟਰੈਂਸ ਐਗਜ਼ਾਮ, ਅਪੁਆਇੰਟਮੈਂਟ ਫਰੋਮ ਦਾ 5 ਸਟੇਟ ਯੂਨੀਵਰਸਿਟੀਜ਼, 140 ਪਬਲਿਕ ਸਕੂਲ। ਇਹ ਰਾਜ ਦੀਆਂ ਯੂਨੀਵਰਸਿਟੀਆਂ ਅਤੇ ਪਬਲਿਕ ਸਕੂਲਾਂ ਤੋਂ ਦਾਖਲਾ ਪ੍ਰੀਖਿਆਵਾਂ, ਉਹਨਾਂ ਦੀਆਂ ਨਿਯੁਕਤੀਆਂ ਬਾਰੇ ਸਾਰਾ ਅਪਡੇਟ ਪ੍ਰਦਾਨ ਕਰੂਗਾ। ਸਮਝ ਗਏ? ਤਾਂ ਸਮਰਥ ਦਾ ਕੀ ਰੋਲ ਰਹੂਗਾ ਸਾਡੇ ਕੋਲ। 40 ਅਕੈਡਮਿਕ ਸਟੱਡੀ ਮੋਡਿਊਲ ਵੀ ਇਹਦੇ ਵਿੱਚ ਪਾਏ ਜਾਣਗੇ ਇਸ ਪੋਰਟਲ ਦੇ ਵਿੱਚ, ਮਤਲਬ ਬੱਚੇ ਪੜ੍ਹ ਸਕਣ, ਇਹਦੇ ਵਿੱਚ ਪੜ੍ਹਾਈ ਦਾ ਉਹ ਵੀ ਬਣਾਇਆ ਜਾਊ। ਮਤਲਬ ਐਜੂਕੇਸ਼ਨ ਸਿਸਟਮ ਜਿਹੜਾ ਹੈਗਾ ਉੱਤਰਾਖੰਡ ਦਾ, ਉਹਨੂੰ ਜ਼ਿਆਦਾ ਟਰਾਂਸਪੇਰੈਂਟ ਬਣਾਇਆ ਜਾਵੇ, ਇਹਦਾ ਇਹ ਮੇਨ ਮੋਟਿਵ ਹੈ। ਇਹਦੇ ਵਿੱਚ ਕੋਈ ਵੀ ਐਡਮਿਸ਼ਨ ਹੈ ਉਹ ਵੀ ਇਸ ਪੋਰਟਲ ਦੇ ਵਿੱਚ ਹਰ ਚੀਜ਼ ਅਪਡੇਟ ਹੋਊਗੀ ਵੀ ਆਹ ਸਰਕਾਰੀ ਯੂਨੀਵਰਸਿਟੀ ਜਾਂ ਸਕੂਲ ਦੇ ਵਿੱਚ ਇਹ ਸਟੇਟ ਨੂੰ ਐਡਮਿਸ਼ਨ ਓਪਨ ਹੈ। ਠੀਕ ਹੈ, ਉੱਥੇ ਹੀ ਅਪਡੇਟਡ ਲਿਸਟਾਂ ਪੈਣਗੀਆਂ ਬੱਚਿਆਂ ਦੀਆਂ। ਇਹ ਨਹੀਂ ਹੈਗਾ ਵੀ ਘਪਲੇ ਨਾਲ ਕੋਈ ਐਡਮਿਸ਼ਨ ਲੈ ਜਾਊਗਾ, ਮੈਰਿਟ ਦੇ ਹਿਸਾਬ 'ਤੇ ਐਡਮਿਸ਼ਨ ਹੋਊਗੀ, ਉਹ ਸਾਰਾ ਕੁਛ ਇਹਦੇ ਵਿੱਚ ਹੋਊਗਾ। ਰਾਈਟ, ਅਤੇ ਦੂਜਾ ਇਹਦੇ ਵਿੱਚ ਲੈਕਚਰ ਵੀ ਪਾਉਣਗੇ ਇਹ ਤੋਂ ਇਲਾਵਾ, ਤਾਂ ਕਿ ਬੱਚੇ ਇਹਨੂੰ ਅਸੈਸ ਕਰਕੇ ਪੋਰਟਲ ਨੂੰ ਔਨਲਾਈਨ ਆਪਣੀ ਪੜ੍ਹਾਈ ਕਰ ਸਕਣ। ਆਹ ਆਪਣੀ ਪਹਿਲਾਂ ਹੋਏਗੀ ਗੱਲ, ਹੈ ਨਾ, ਪੜ੍ਹ ਚੁੱਕੇ ਆਪਾਂ ਪਿਛਲੇ ਉਹਦੇ ਵਿੱਚ, ਦੁਬਾਰਾ ਰਿਪੀਟ ਹੋ ਗਿਆ। ਤਾਮਿਲਨਾਡੂ ਗੌਰਮੈਂਟ ਨੇ ਲਾਂਚ ਕੀਤਾ ਪਦੂਮਈ ਪੈਨ ਫॉर ਗਰਲ ਸਟੂਡੈਂਟਸ। ਠੀਕ ਹੈ, ਤਾਂ ਪਦੂਮਈ ਪੈਨ ਦਾ ਮਤਲਬ ਹੁੰਦਾ ਮਾਡਰਨ ਵੂਮਨ। ਜੇ ਤਾਮਿਲਨਾਡੂ ਦੇ CM ਦੀ ਗੱਲ ਕਰ ਲਈਏ, MK ਸਟੈਲਿਨ, ਇੱਥੋਂ ਦੇ ਸਟੈਲਿਨ ਕੀ ਨੇਗੇ, ਮੁੱਖ ਮੰਤਰੀ ਨੇਗੇ। ਇਸ ਸਕੀਮ ਦੇ ਤਹਿਤ ਜਿਹੜੀਆਂ ਕੁੜੀਆਂ 6ਵੀਂ ਤੋਂ ਲੈ ਕੇ 12ਵੀਂ ਦੇ ਵਿੱਚ ਨੇ ਸਰਕਾਰੀ ਸਕੂਲਾਂ ਦੇ ਵਿੱਚ, ਉਹਨਾਂ ਨੂੰ 1000 ਰੁਪਏ ਮਹੀਨਾ ਦਿੱਤਾ ਜਾਊਗਾ ਤਾਂ ਕਿ ਉਹ ਆਪਣੀ ਹਾਇਰ ਐਜੂਕੇਸ਼ਨ ਨੂੰ ਕੰਟੀਨਿਊ ਕਰ ਸਕਣ। ਕਈ ਵਾਰ ਹੁੰਦਾ ਕਿ ਪੇਰੈਂਟਸ ਨਹੀਂ ਅਫੋਰਡ ਕਰ ਪਾਉਂਦੇ ਅਤੇ ਬੱਚਿਆਂ ਨੂੰ ਵੱਡੀਆਂ ਕਲਾਸਾਂ ਦੇ ਵਿੱਚ 7ਵੀਂ 8ਵੀਂ ਤੋਂ ਬਾਅਦ ਹਟਾ ਲੈਂਦੇ ਨੇ, 10ਵੀਂ ਤੋਂ ਬਾਅਦ ਹਟਾ ਲੈਂਦੇ ਨੇ, 11ਵੀਂ 12ਵੀਂ ਨਹੀਂ ਕਰਾਉਂਦੇ। ਤਾਂ ਉਹ ਚੀਜ਼ ਨੂੰ ਬੜਾਵਾ ਦੇਣ ਲਈ ਐਜੂਕੇਸ਼ਨ ਨੂੰ ਇਹ ਚੀਜ਼ ਕੀਤਾ ਗਿਆ, ਡਾਇਰੈਕਟਲੀ ਉਹਨਾਂ ਦੇ ਬੈਂਕ ਖਾਤਿਆਂ 'ਚ ਪਾ ਦਿੱਤੇ ਜਾਣਗੇ। ਅਤੇ ਸਕੀਮ ਦਾ ਨਾਮ ਕੀ ਆ? ਪਦੂਮਈ ਪੈਨ, ਮਾਡਰਨ ਵੂਮਨ ਇਹਦਾ ਮਤਲਬ ਹੁੰਦਾ। ਕਿਹੜੀ? ਤਾਮਿਲਨਾਡੂ ਸਰਕਾਰ ਦੀ ਸਕੀਮ ਹੈ, ਤਾਂ ਧਿਆਨ 'ਚ ਰੱਖ ਲਿਓ। ਠੀਕ ਹੈ, ਮੇਨਲੀ ਉਹੀ ਹੈ, ਦੇਖੋ ਬੱਚਿਆਂ ਦੀਆਂ, ਜਿਹੜੇ ਬੱਚੇ ਛੋਟੀ ਉਮਰ 'ਚ ਵਿਆਹ ਕਰ ਦਿੱਤੇ ਜਾਂਦੇ ਨੇ ਅਤੇ ਔਰਤਾਂ ਨੂੰ ਇੰਡੀਪੈਂਡੈਂਟ ਬਣਾਇਆ ਜਾਵੇ, ਸੁਤੰਤਰ ਬਣਾਇਆ ਜਾਵੇ, ਇਹਦਾ ਮੇਨ ਮੋਟਿਵ ਰਹਿਣ ਵਾਲਾ। ਨਿਊ ਕਰੈਬ ਸਪੀਸ਼ੀਜ਼, ਕਰੈਬ ਸਮਝਦੇ ਹੋ, ਜਿਹੜੇ ਉਹ ਕੇਕੜੇ ਜਿਹੇ ਹੁੰਦੇ ਨੇ, ਠੀਕ ਹੈ, ਸਮੁੰਦਰ ਦੇ ਜੀਵ ਜੇ ਮਿਲਦੇ ਨੇ, ਉਹਨੂੰ ਆਪਾਂ ਕਰੈਬ ਬੋਲ ਦਿੰਦੇ ਹਾਂ, ਜਿਹਦਾ ਨਾਮ ਇਹਨਾਂ ਨੇ ਰੱਖਿਆ ਘਟਿਆਨਾ ਦੀ ਵਰਨਾ। ਠੀਕ ਹੈ, ਦੇ ਵਰਨਾ ਇਹਦਾ ਨਾਮ ਹੈ ਇਸ ਕਰੈਬ ਦੀ ਸਪੀਸ਼ੀਜ਼ ਦਾ। ਇਹ ਲੱਭਿਆ ਕਿੱਥੇ? ਕਰਨਾਟਕਾ 'ਚ ਮਿਲਿਆ। ਪਹਿਲੀ ਗੱਲ ਤਾਂ ਇਹ ਪੁੱਛ ਸਕਦੇ ਨੇ ਨਿਊਜ਼ ਦੇ ਵਿੱਚ ਨਾ, ਸਵਾਲ ਟੇਢਾ ਜਿਹਾ ਬਣਾ ਦਿੰਦੇ ਨੇ ਕਿ ਘਟਿਆਨਾ ਦੇ ਵਰਨਾ ਅੱਜ ਕੱਲ੍ਹ ਨਿਊਜ਼ ਦੇ ਵਿੱਚ ਸੀ, ਖਬਰਾਂ ਦੇ ਵਿੱਚ ਸੀ, ਦੱਸੋ ਇਹ ਕੀ ਚੀਜ਼ ਹੈ? ਠੀਕ ਹੈ, ਇਹ ਕੋਈ ਹਿਰਨ ਦਾ ਨਾਮ ਹੈ, ਇਹ ਕਿਸੇ ਸ਼ੇਰ ਦਾ ਨਾਮ ਹੈ, ਕਿਹਦਾ ਨਾਮ ਹੈ? ਜੇ ਜਾਂ ਕੁਛ ਵੀ ਲਿਖ ਸਕਦੇ ਨੇ, ਹੈ ਨਾ। ਤਾਂ ਜੇ ਤੁਸੀਂ ਇਹ ਪੜ੍ਹਿਆ ਹੋਊਗਾ ਕਰੰਟ ਤਾਂ ਹੀ ਤੁਸੀਂ ਕਰ ਪਾਓਗੇ, ਨਹੀਂ ਆਪਾਂ ਨੂੰ ਕੀ ਪਤਾ ਲੱਗੂ ਵੀ ਕਿਹਦਾ ਨਾਮ ਆ। ਤਾਂ ਇਹ ਕਰੈਬ ਦੀ ਸਪੀਸ਼ੀਜ਼ ਹੈ। ਠੀਕ ਹੈ, ਨਵੀਂ ਕਰੈਬ ਮਤਲਬ ਕੇਕੜਾ, ਕੇਕੜੇ ਦੀ ਪ੍ਰਜਾਤੀ ਹੈ ਇੱਕ ਨਵੀਂ, ਕਰਨਾਟਕਾ ਦੇ ਵਿੱਚ ਮਿਲੀ ਹੈ। ਵੈਸਟਰਨ ਘਾਟ ਵਾਲਾ ਇਲਾਕਾ ਜਿਹੜਾ, ਉਹ ਇਲਾਕੇ ਦੇ ਵਿੱਚ, ਪੱਛਮੀ ਘਾਟ ਦੇ ਵਿੱਚ, ਕਿਉਂਕਿ ਉੱਥੇ ਇਹੋ ਜਿਹੀਆਂ ਨਵੀਆਂ ਚੀਜ਼ਾਂ ਬਹੁਤ ਮਿਲਦੀਆਂ ਰਹਿੰਦੀਆਂ ਨੇ। ਤਾਂ ਇਹਦੇ ਬਾਰੇ ਇੰਨਾ ਹੀ ਬਸ ਤੁਹਾਨੂੰ ਪਤਾ ਤਾਂ ਬਹੁਤ ਹੈ, ਬਾਕੀ ਵਾਲੇ ਆਪਾਂ ਨੂੰ ਇਹਦੀ ਡਿਟੇਲ 'ਚ ਜਾਣ ਦੀ ਲੋੜ ਨਹੀਂ। ਅੱਗੇ ਆ ਜਾਓ। ਤ੍ਰਿਪੁਰਾ 'ਚ ਦਸਪੁਰਾ ਹੈਜ਼ ਬਿਕਮ ਟੂ ਦਾ ਫਸਟ ਮੋਡੀਫਾਈਡ ਬਾਇਓ ਵਿਲੇਜ। ਪਹਿਲਾ ਸੋਧਿਆ ਹੋਇਆ ਜੀਵ ਪਿੰਡ ਬਣ ਗਿਆ ਤ੍ਰਿਪੁਰਾ ਦੇ ਵਿੱਚ। ਦਾਸਪੁਰਾ ਨਾਮ ਪਿੰਡ ਹੈ, ਦਾਸਪੁਰਾ ਨਾਮ ਦਾ ਪਿੰਡ ਹੈ। ਕਿਉਂ? ਕਿਉਂਕਿ ਇੱਥੇ ਜਿਹੜਾ ਹੈਗਾ ਨਾ ਕੈਮੀਕਲ ਫਰਟੀਲਾਈਜ਼ਰ ਜਿਹੜੇ ਆਪਾਂ ਵਰਤਦੇ ਹਾਂ, ਆਹ ਠੀਕ ਹੈ, DDT ਜਾਂ ਫਲਾਣਾ ਦਾ ਤਾਂ ਚਲੋ ਬੰਦ ਹੀ ਕਰਤੀ ਅੱਜ ਕੱਲ੍ਹ। ਤਾਂ ਇਹ ਸਾਰੇ ਕੈਮੀਕਲ ਫਰਟੀਲਾਈਜ਼ਰ ਘਟਾ ਤੇ ਇਹਨਾਂ ਨੇ ਵਰਤਣੀ। ਨੈਚੁਰਲ ਲਾਈਫ ਸਟਾਈਲ, ਨੈਚੁਰਲ ਖੇਤੀਬਾੜੀ ਨੂੰ ਪ੍ਰਮੋਟ ਕੀਤਾ ਜਾ ਰਿਹਾ ਇਸ ਪਿੰਡ ਦੇ ਵਿੱਚ, ਤਾਂ ਕਰਕੇ ਇਹਨੂੰ ਪਹਿਲਾ ਮੋਡੀਫਾਈਡ ਬਾਇਓ ਵਿਲੇਜ ਦਾ ਦਰਜਾ ਮਿਲ ਰਿਹਾ। ਇੰਡੀਆਜ਼ ਫਸਟ ਮੋਡੀਫਾਈਡ ਬਾਇਓ ਵਿਲੇਜ ਤ੍ਰਿਪੁਰਾ ਕਨਵਰਟਡ ਟੂ ਨੇਚਰ ਬੇਸਡ ਲਾਈਫ ਸਟਾਈਲ, ਵੀ ਕੁਦਰਤੀ ਲਾਈਫ ਸਟਾਈਲ ਇੱਥੇ ਅਪਣਾਇਆ ਜਾਊਗਾ ਲਾਈਵਲੀਹੁੱਡ ਲਈ। ਅਤੇ ਕੈਮੀਕਲ ਫਰਟੀਲਾਈਜ਼ਰ ਦਾ ਇਸਤੇਮਾਲ ਬਹੁਤ ਘਟਾ ਦਿੱਤਾ ਗਿਆ। ਠੀਕ ਹੈ, ਇਹਦੇ ਵਿੱਚ ਤਾਂ ਮੇਨ ਇਹੀ ਹੈ। ਤਾਂ ਇਹ ਟੋਟਲੀ ਪਿੰਡ ਜਿਹੜਾ ਹੈਗਾ ਨਾ, ਇਹ ਖੇਤੀਬਾੜੀ ਅਤੇ ਫਿਸ਼ਰੀ ਯਾਨੀ ਕਿ ਮੱਛੀ ਪਾਲਣ ਦੇ ਉੱਤੇ ਨਿਰਭਰ ਕਰਦਾ। ਅਤੇ ਤਾਂ ਕਰਕੇ ਸਰਕਾਰ ਨੇ ਇਹ ਟੀਚਾ ਮਿਥਿਆ ਹੋਇਆ ਤ੍ਰਿਪੁਰਾ ਦੀ ਨੇ ਵੀ ਅਸੀਂ 100 ਪਿੰਡ ਬਾਇਓ ਵਿਲੇਜਸ ਬਣਾ ਦੇਣੇ ਨੇ ਟੋਟਲ। ਠੀਕ ਹੈ, ਉਹਨਾਂ ਦੇ ਵਿੱਚ ਮਤਲਬ ਜਿਹੜੀ ਇੱਕ ਰਸਾਇਣਿਕ ਖਾਦਾਂ ਵਰਤੀਆਂ ਜਾਂਦੀਆਂ ਨੇ, ਇਹਨਾਂ ਦਾ ਇਸਤੇਮਾਲ ਘਟਾ ਦੇਣਾ ਬਿਲਕੁਲ, ਅਤੇ ਨੋਰਮਲ ਖੇਤੀਬਾੜੀ ਉਹਦੇ 'ਤੇ ਲੈ ਆਉਣਾ। ਠੀਕ ਹੈ, ਕਿਉਂਕਿ ਇਹਦੇ ਫਾਇਦੇ ਬੜੇ ਨੇ ਯਾਰ। ਤਾਂ ਤੁਹਾਨੂੰ ਪਤਾ ਹੀ ਹੈ ਕਿ ਬਾਇਓਗੈਸ ਬਣਾਓ ਤੁਸੀਂ, ਬਾਇਓਗੈਸ ਤੋਂ ਇਲੈਕਟ੍ਰਿਕ ਦੀ ਸੇਵਿੰਗ ਹੋਊਗੀ ਨਾ ਤੁਹਾਨੂੰ। ਉੱਥੋਂ ਹੀ ਸਿੱਧਾ ਹੈ ਨਾ ਗੋਬਰ ਗੈਸ ਪਲਾਂਟ ਲੱਗ ਜਾਂਦੇ ਨੇ, ਅਤੇ ਨਾਲ ਦੀ ਨਾਲ ਤੁਹਾਡਾ ਗੈਸ ਵਾਲਾ ਵੀ ਸਰੀ ਜਾਂਦਾ। ਤਾਂ ਉਹ ਸਾਰੀਆਂ ਚੀਜ਼ਾਂ ਨੂੰ ਪ੍ਰਮੋਟ ਕਰਨਾ ਹੀ ਇਹਦਾ ਮੇਨ ਪਰਪਜ਼ ਹੈ ਇਸ ਸਕੀਮ ਦਾ। ਤ੍ਰਿਪੁਰਾ ਦਾ ਪਿੰਡ ਹੈ, ਪਿੰਡ ਦਾ ਨਾਮ ਯਾਦ ਕਰ ਲਿਓ, ਦਾਸਪੁਰਾ। ਸਟੈਰਲਾਈਟ ਪਾਵਰਸ ਮੁੰਬਈ ਊਰਜਾ ਮਾਰਗ ਟਰਾਂਸਮਿਸ਼ਨ ਲਿਮਿਟਡ, ਬਈ ਕੰਪਨੀ ਦਾ ਨਾਮ ਆ MUML। ਇਹਨੇ ਕਮਿਸ਼ਨਡ 400 ਕਿਲੋਵਾਟ
ਇਹ ਕੀ ਹੈ, ਬਨਾਸਕੰਥਾ, ਕੰਸਾਰੀ ਤੇ ਬਦਾਵੀ ਟਰਾਂਸਮਿਸ਼ਨ ਲਾਈਨਸ ਇਨ ਗੁਜਰਾਤ। ਮਤਲਬ ਇਸ ਸੰਸਥਾ ਨੇ, MUL ਨਾਮ ਦੀ ਸੰਸਥਾ ਨੇ, ਮੁੰਬਈ ਊਰਜਾ ਮਾਰਗ ਟਰਾਂਸਮਿਸ਼ਨ ਨੇ 400 ਕਿਲੋ ਵੋਲਟ ਦੀ ਲਾਈਨ ਪੂਰੀ ਪਾਈ ਹੈ, ਟਰਾਂਸਮਿਸ਼ਨ ਲਾਈਨ ਜਿਹੜੀਆਂ ਆਪਣੀਆਂ ਉੱਪਰ ਜਾਂਦੀਆਂ ਨੇ, ਜਿਨ੍ਹਾਂ ਰਾਹੀਂ ਬਿਜਲੀ ਜਾਂਦੀ ਹੈ ਗੁਜਰਾਤ ਦੇ ਵਿੱਚ, ਗੁਜਰਾਤ ਦੇ ਆਹ ਇਲਾਕੇ ਦੇ ਵਿੱਚ। ਠੀਕ ਹੈ, ਹਲਕੀ ਜੀ ਨਿਊਜ਼ ਆ, ਬਾਹਲੀ ਇਹਦੇ ਡਿਟੇਲ 'ਚ ਜਾਣ ਦੀ ਲੋੜ ਨਹੀਂ। ਰਾਜਸਥਾਨ ਗੌਰਮੈਂਟ ਨੇ ਲਾਂਚ ਕੀਤਾ ਇੱਕ ਅੰਬੀਸ਼ੀਅਸ ਸਕੀਮ ਟੂ ਪ੍ਰੋਵਾਈਡ 100 days employment ਟੂ ਦ ਨੀਡੀ ਫੈਮਲੀਜ਼ ਅਰਬਨ ਏਰੀਆਜ਼ ਔਨ ਦ ਬੇਸਿਸ ਆਫ ਮਨਰੇਗਾ। ਦੇਖੋ ਮਨਰੇਗਾ ਤੁਸੀਂ ਸਾਰਿਆਂ ਨੇ ਸੁਣੀ ਹੋਊਗੀ ਹੈ ਨਾ, ਇਹਦੇ ਬਾਰੇ ਤਾਂ ਸਾਰੇ ਜਾਣਦੇ ਆ ਕਿ 100 ਦਿਨ ਦੀ ਇੰਪਲੋਇਮੈਂਟ ਦੇਣੀ ਜ਼ਰੂਰੀ ਹੈ ਨਾ ਮਨਰੇਗਾ ਦੇ ਤਹਿਤ। ਪਰ ਇਹ ਕਿੱਥੇ ਚੱਲਦੀ ਹੈ? ਰੂਰਲ ਏਰੀਏ 'ਚ ਚੱਲਦੀ ਹੈ, ਪੇਂਡੂ ਇਲਾਕੇ 'ਚ। ਸ਼ਹਿਰਾਂ 'ਚ ਤਾਂ ਇਹੋ ਜਿਹੀ ਕੋਈ ਸਕੀਮ ਨਹੀਂ। ਰਾਜਸਥਾਨ ਨੇ ਇਸੇ ਮਨਰੇਗਾ ਦੀ ਤਰਕ ਦੇ ਉੱਤੇ, ਇਸੇ ਲਾਈਨ 'ਤੇ ਚੱਲਦੇ ਹੋਏ ਇਹ ਸਕੀਮ ਯਾਨੀ ਕਿ ਅਰਬਨ ਏਰੀਆ ਦੇ ਵਿੱਚ ਲਾਗੂ ਕਰਤੀ, ਕਿ ਅਰਬਨ ਦੇ ਵਿੱਚ ਵੀ, ਕਿਉਂਕਿ ਇਹਦੇ ਨਾਲ ਹੋ ਕੀ ਰਿਹਾ ਕਿ ਅਰਬਨ ਇਲਾਕੇ ਦੇ ਵਿੱਚ ਵੀ ਬਹੁਤ ਸਾਰੇ ਇਹੋ ਜਿਹੇ ਹੈਗੇ ਨੇ ਜਿਹੜੇ ਬੇਰੁਜ਼ਗਾਰ ਨੇ, ਤਾਂ ਇਹ ਅਰਬਨ ਇਲਾਕੇ ਦੇ ਬੇਰੁਜ਼ਗਾਰਾਂ ਨੂੰ ਨੌਕਰੀ ਪ੍ਰੋਵਾਈਡ ਕਰੂਗੀ। ਸਮਝ ਗਏ? ਤਾਂ ਇਹ ਪੁੱਛਿਆ ਜਾ ਸਕਦਾ। ਰਾਜਸਥਾਨ ਦੀਆਂ 2-3 ਸਕੀਮਾਂ ਆ ਗਈਆਂ, ਬੜੀਆਂ ਅੱਛੀਆਂ ਸਕੀਮਾਂ ਨੇ, ਤਾਂ ਇਹਨੂੰ ਧਿਆਨ 'ਚ ਰੱਖਿਓ ਵੀ ਇਹੀ ਸਵਾਲ ਸਿੱਧਾ ਡਾਇਰੈਕਟ ਬਣੂਗਾ ਵੀ ਕਿਹੜੇ ਸੂਬੇ ਦੀ ਸਰਕਾਰ ਹੈ ਜਿਹਨੇ ਮਨਰੇਗਾ ਦੇ ਤਰਕ 'ਤੇ ਅਰਬਨ ਇਲਾਕੇ, ਸ਼ਹਿਰੀ ਇਲਾਕਿਆਂ ਦੇ ਵਿੱਚ ਸੇਮ ਮਨਰੇਗਾ ਦੇ ਤਰਕ 'ਤੇ ਸਕੀਮ ਚਲਾਉਣ ਦੀ ਚਲਾਈ ਹੈਗੀ, ਜਿਹਦੇ ਤਹਿਤ ਬੇਰੁਜ਼ਗਾਰਾਂ ਨੂੰ ਯਾਨੀ ਕਿ 100 ਦਿਨਾਂ ਦਾ ਕੰਮ ਦਿੱਤਾ ਜਾਊਗਾ। ਤਾਂ ਆਨਸਰ ਹੋਊਗਾ ਰਾਜਸਥਾਨ ਸਰਕਾਰ। ਉੜੀਸਾ ਗੌਰਮੈਂਟ ਨੇ ਲਾਂਚ ਕੀਤਾ ਰੇਨ ਵਾਟਰ ਹਾਰਵੈਸਟਿੰਗ ਸਕੀਮ ਚੱਠਾ। ਠੀਕ ਹੈ, ਚੱਠਾ ਜੋ ਵੀ ਬੋਲ ਲਓ ਤੁਸੀਂ ਇਹਨੂੰ। ਤਾਂ ਉੜੀਸਾ ਸਰਕਾਰ ਦੀ ਸਕੀਮ ਹੈ, ਮਤਲਬ ਪਾਣੀ ਜਿਹੜਾ ਰੇਨ ਦੇ ਰਾਹੀਂ ਆਉਂਦਾ, ਮੀਂਹ ਦੇ ਰਾਹੀਂ, ਉਹਨੂੰ ਹਾਰਵੈਸਟ ਕਰਨਾ, ਇਕੱਠਾ ਕਰਨਾ ਹੈ, ਫਿਰ ਇਕੱਠਾ ਕਰਕੇ ਥੱਲੇ ਧਰਤੀ 'ਚ ਭੇਜਣਾ ਤਾਂ ਕਿ ਪਾਣੀ ਦਾ ਲੈਵਲ ਜਿਹੜਾ ਹੋਗਾ ਉੱਚਾ ਹੋ ਸਕੇ। ਇਹਦੀ ਫੁੱਲ ਫਾਰਮ ਦੇਖੋ ਕੀ ਹੁੰਦੀ ਹੈ, ਇੰਪੋਰਟੈਂਟ ਆ, ਸਾਨੂੰ ਪੁੱਛੀ ਜਾ ਸਕਦੀ ਹੈ। ਚੱਠਾ ਦੀ, ਚੱਠਾ ਜੋ ਵੀ ਬਣਦਾ, ਕਮਿਊਨਿਟੀ ਹਾਰਨੈਸਿੰਗ ਹਾਰਵੈਸਟਿੰਗ ਰੇਨ ਵਾਟਰ ਆਰਟੀਫਿਸ਼ਲੀ ਫਰੋਮ ਟੈਰਿਸ ਟੂ ਐਕੂਫਾਇਰ। ਠੀਕ ਹੈ, ਟੈਰਿਸ ਮਤਲਬ ਛੱਤ 'ਤੇ ਪਾਣੀ ਇਕੱਠਾ ਕਰਿਆ ਜਾਊਗਾ। ਐਕੂਫਾਇਰ ਹੁੰਦੇ ਨੇ ਥੱਲੇ ਜ਼ਮੀਨਾਂ ਦੇ ਵਿੱਚ ਟੋਏ ਪੱਟ ਕੇ ਬਣਾਏ ਜਾਂਦੇ ਨੇ। ਐਕੂਫਾਇਰ ਦੇ ਥਰੂ ਥੱਲੇ ਸਿੱਧਾ ਯਾਨੀ ਕਿ ਧਰਤੀ 'ਚ ਪਾਣੀ ਭੇਜਿਆ ਜਾਊਗਾ ਤਾਂ ਕਿ ਪਾਣੀ ਲੈਵਲ ਉੱਚਾ ਚੱਕਿਆ ਜਾ ਸਕੇ। ਕਮਿਊਨਿਟੀ ਹਾਰਨੈਸਿੰਗ, ਪੂਰੀ ਕਮਿਊਨਿਟੀ ਹਾਰਨੈਸ ਕਰੇ, ਪਾਣੀ ਨੂੰ ਬਚਾਵੇ ਅਤੇ ਹਾਰਵੈਸਟ ਕਰੇ ਰੇਨ ਵਾਟਰ ਨੂੰ ਆਰਟੀਫਿਸ਼ਲੀ। ਆਰਟੀਫਿਸ਼ਲੀ ਮਤਲਬ ਕੁਦਰਤੀ ਨਹੀਂ, ਤੁਸੀਂ ਟੋਏ ਪੱਟ ਕੇ ਆਰਟੀਫਿਸ਼ਲੀ ਬਣਾਓ, ਉਹ ਕਰੋਗੇ। ਅਤੇ ਟੈਰਿਸ ਤੋਂ ਐਕੂਫਾਇਰ ਤੱਕ। ਤਾਂ ਮੈਂ ਥੋੜ੍ਹਾ ਜਿਹਾ ਲਿੰਕ ਕਰ ਰਿਹਾ ਤਾਂ ਕਿ ਐਗਜ਼ੈਕਟ ਫੁੱਲ ਫਾਰਮ ਤਾਂ ਯਾਦ ਨਹੀਂ ਰਹਿੰਦੀ ਹੁੰਦੀ, ਪਰ ਉੱਥੇ ਜਦੋਂ ਫੁੱਲ ਫਾਰਮ ਆਊਗੀ, ਜਦੋਂ ਆਹ ਚੀਜ਼ਾਂ ਜਿਹੀਆਂ ਦਿਮਾਗ 'ਚ ਬੈਠਣਗੀਆਂ ਤਾਂ ਆਪਣੇ ਆਪ ਬਣ ਜੂਗੀ ਕਿ ਆਹ ਫੁੱਲ ਫਾਰਮ ਬਣਦੀ ਹੈ ਹੈ ਨਾ। ਟੈਰਿਸ ਤੋਂ ਥੱਲੇ ਤੱਕ ਲਿਆਉਣੀ ਹੈ ਅਤੇ ਉੱਪਰ ਹਾਰਨੈਸ ਕਰਨੀ ਹੈ, ਬਸ ਐਵੇਂ ਜਿਹੇ ਲਿੰਕ ਕਰ ਸਕਦੇ ਹੋ ਤੁਸੀਂ ਚੀਜ਼ਾਂ ਨੂੰ। ਅਤੇ ਜੇ ਆਪਾਂ ਗੱਲ ਕਰ ਲਈਏ ਉੜੀਸਾ ਦੀ, ਭੁਵਨੇਸ਼ਵਰ ਰਾਜਧਾਨੀ ਹੈ। ਨਵੀਨ ਪਟਨਾਇਕ ਜੀ BJD ਇਹਨਾਂ ਦੀ ਪਾਰਟੀ ਦਾ ਨਾਮ ਹੈ, ਬਿਜੂ ਜਨਤਾ ਦਲ। ਯਾਦ ਕਰ ਲਿਓ, ਕਈ ਵਾਰ ਇਹੋ ਜਿਹੇ ਸਵਾਲ ਵੀ ਬਹੁਤ ਬਣਦੇ ਨੇ ਵੀ ਫਲਾਣੇ ਬੰਦੇ ਦੀ ਪਾਰਟੀ ਦਾ ਨਾਮ ਕੀ ਹੈ, ਤਾਂ ਬਿਜੂ ਜਨਤਾ ਦਲ ਇਹਨਾਂ ਦੀ ਪਾਰਟੀ ਦਾ ਨਾਮ ਹੈ। ਨਵਨੀਨ ਪਟਨਾਇਕ ਜੀ ਮੁੱਖ ਮੰਤਰੀ ਨੇ। ਗਣੇਸ਼ੀ ਲਾਲ ਇੱਥੋਂ ਦੇ ਗਵਰਨਰ ਨੇ। ਅੱਗੇ ਆ ਜਾਓ। ਬਿਹਾਰ ਦੇ ਮੁੱਖ ਮੰਤਰੀ ਨੇ, ਨਾਮ ਨਿਤਿਸ਼ ਕੁਮਾਰ, ਸਾਰਿਆਂ ਨੇ ਸੁਣਿਆ ਹੀ ਹੋਊਗਾ। ਠੀਕ ਹੈ, ਪਹਿਲਾਂ BJP ਨਾਲ ਸੀਗੇ ਅਤੇ ਹੁਣ ਉੱਧਰ ਦੂਜੇ ਪਾਸੇ ਲਾਲੂ ਦੇ ਮੁੰਡੇ ਨਾਲ BJD ਨਾਲ ਆ ਗਏ ਨੇ। ਠੀਕ ਹੈ, ਤਾਂ ਇਹਦੀ ਜੇ ਆਪਾਂ ਗੱਲ ਕਰੀਏ, ਬਿਹਾਰ ਚੀਫ ਮਿਨਿਸਟਰ ਨਿਤਿਸ਼ ਕੁਮਾਰ ਨੇ ਹੁਣੇ ਇੱਕ ਉਦਘਾਟਨ ਕੀਤਾ ਸਭ ਤੋਂ ਲੰਬੇ ਰਬੜ ਡੈਮ ਦਾ, ਗਾਇਆ ਜੀ ਡੈਮ। ਨਾਮ ਕੀ ਹੈ ਡੈਮ ਦਾ? ਗਾਇਆ ਜੀ ਡੈਮ। ਕਿਹੜੀ ਨਦੀ 'ਤੇ? ਫਾਲਗੂ ਨਦੀ ਦੇ ਉੱਤੇ। ਫਾਲਗੂ ਨਦੀ ਉੱਥੇ ਹੀ ਵਗਦੀ ਆ ਆਪਣੀ ਬਿਹਾਰ ਦੇ ਵਿੱਚ। ਜੇ ਆਪਾਂ ਗੱਲ ਕਰੀਏ ਤਾਂ ਸਿੰਪਲ ਪੁੱਛਿਆ ਜਾਊਗਾ ਕਿ ਗਾਇਆ ਜੀ ਡੈਮ ਹੁਣੇ ਮਤਲਬ ਸਭ ਤੋਂ ਲੌਂਗੈਸਟ ਰਬੜ ਦਾ ਬਣਿਆ ਹੋਇਆ ਡੈਮ ਹੈ, ਜਿਹਦਾ ਉਦਘਾਟਨ ਕੀਤਾ ਗਿਆ ਕਿਹੜੇ ਸੂਬੇ 'ਚ? ਤਾਂ ਬਿਹਾਰ ਸੂਬੇ ਦੇ ਵਿੱਚ। ਅੱਛਾ, ਮੈਂ ਇੱਕ ਚੀਜ਼, ਹਾਂ, RJD ਹੈ, ਕਿਤੇ ਤੁਸੀਂ ਉਹ BJD ਬੋਲ ਗਿਆ ਮੈਂ। ਠੀਕ ਹੈ, ਰਾਸ਼ਟਰੀ ਜਨਤਾ ਦਲ, ਲਾਲੂ ਦੀ ਪਾਰਟੀ। ਮੈਂ ਸ਼ਾਇਦ BJD ਉਹ ਬੋਲ ਗਿਆ ਜਿੰਨਾ ਕੁ ਮੈਨੂੰ ਧਿਆਨ 'ਚ ਆ। BJD ਤਾਂ ਇਹ ਹੈ ਬਿਜੂ ਜਨਤਾ ਦਲ, ਜਿਹੜੀ ਕਿ ਨਵੀਨ ਪਟਨਾਇਕ ਦੀ ਪਾਰਟੀ ਉੜੀਸਾ ਵਾਲੇ ਦੀ। ਅਤੇ ਇਹ ਵੀ ਯਾਦ ਕਰ ਲਿਓ ਕਿ ਨਿਤਿਸ਼ ਕੁਮਾਰ ਨੇ ਹੁਣ ਜਿਹੜੀ ਸਰਕਾਰ ਬਣਾਈ ਹੈ RJD ਨਾਲ ਰਲ ਕੇ ਬਣਾਈ ਹੈ। 411 ਮੀਟਰ ਲੰਬਾ ਭਾਈ ਡੈਮ ਹੈ ਇਹ, ਅਤੇ ਜਿਹੜਾ ਇਹ 3 ਮੀਟਰ ਉੱਚਾ ਹੈ। ਅਨਇੰਪੋਰਟੈਂਟ ਹੈ ਸਾਡੇ ਲਈ, ਕੋਈ ਵਾਲਾ ਕੰਮ ਦਾ ਨਹੀਂ। ਹੋਰ ਕੋਈ ਨਿਊਜ਼ ਆਪਾਂ, ਹੋਰ ਕੋਈ ਇਹਦੇ 'ਚ ਲਾਈਨ ਜੇ ਕੰਮ ਦੀ ਆਪਾਂ ਕੱਢ ਸਕਦੇ ਹਾਂ। ਬਸ ਇਹੀ ਸੀ, ਇੰਨਾ ਹੀ ਧਿਆਨ ਰੱਖਿਓ। ਨਾਮ ਅਤੇ ਰਬੜ ਦਾ ਬਣਿਆ ਹੋਇਆ ਪੂਰਾ ਪੁਲ ਹੈ, ਅਤੇ ਕਿੱਥੇ? ਬਿਹਾਰ 'ਚ। ਤਾਂ ਕਰਨਾਟਕਾ ਦੀ ਜਿਹੜੀ ਸਰਕਾਰ ਹੈ, ਕਰਨਾਟਕਾ ਗੌਰਮੈਂਟ, ਉਹਨੇ ਇਹ ਫੈਸਲਾ ਲਿਆ ਕਿ ਮੋਨੀਟਰੀ ਏਡ ਦਿੱਤਾ ਜਾਵੇ ਟੂ SC ST ਪੇਸ਼ੈਂਟਸ ਨੂੰ ਸਟੇਟ ਦੇ ਵਿੱਚ, ਜਿਹੜੇ ਰੇਅਰ ਡਿਜ਼ੀਜ਼ਿਸ ਤੋਂ ਸਫਰ ਕਰ ਰਹੇ ਨੇ ਜਾਂ ਹਾਈ ਕੋਸਟ ਡਿਜ਼ੀਜ਼ਿਸ ਤੋਂ ਸਫਰ ਕਰ ਰਹੇ ਨੇ।
ਦੇਖੋ ਜਿਹੜੇ ਰੇਅਰ ਡਿਜ਼ੀਜ਼ ਹੁੰਦੇ ਨੇ ਨਾ, ਰੇਅਰ ਡਿਜ਼ੀਜ਼ ਮਤਲਬ ਜਿਹੜੇ ਕਿਸੇ ਨੂੰ ਹੀ ਹੋਣ, ਹੈ ਨਾ, ਤਾਂ ਦੁਰਲਭ ਬਿਮਾਰੀਆਂ ਕਹਿ ਦਿੰਦੇ ਆਪਾਂ ਪੰਜਾਬੀ ਦੇ ਵਿੱਚ, ਅਤੇ ਜਿਹੜੀਆਂ ਬਹੁਤ ਉੱਚ ਕੀਮਤ ਵਾਲੀਆਂ ਬਿਮਾਰੀਆਂ ਨੇ ਜਿਨ੍ਹਾਂ ਦਾ ਇਲਾਜ ਕਰਾਉਣ ਵਾਸਤੇ ਪੈਸੇ ਬਹੁਤ ਚਾਹੀਦੇ ਨੇ, ਇਹ ਦੋ ਬਿਮਾਰੀਆਂ ਨੇ ਜਿਹੜੀਆਂ ਵਾਂਝੀਆਂ ਰਹਿ ਜਾਂਦੀਆਂ ਨੇ। ਰੇਅਰ ਡਿਜ਼ੀਜ਼ 'ਤੇ ਕੋਈ ਧਿਆਨ ਨਹੀਂ ਦਿੰਦਾ ਵੀ ਇੰਨੀ ਜਨਤਾ ਤਾਂ ਹੈ ਨਹੀਂ, ਬਹੁਤ ਥੋੜ੍ਹੀ ਜਨਤਾ ਨੂੰ ਆ, ਇਹਦੇ ਪਿੱਛੇ ਕੋਈ ਸਕੀਮਾਂ ਨਹੀਂ ਆਉਂਦੀਆਂ, ਕੋਈ ਪੈਸੇ ਨਹੀਂ ਖਰਚੇ ਜਾਂਦੇ। ਉੱਚੀਆਂ ਵਾਸਤੇ ਇੰਨਾ ਸਾਡਾ ਦੇਸ਼ ਨਹੀਂ ਅਮੀਰ ਵੀ ਹਰ ਇੱਕ ਨੂੰ ਪੈਸੇ ਦੇ ਸਕੇ, ਤਾਂ ਇਹ ਕਰਨਾਟਕਾ ਦੇ ਇਹ ਉਪਰਾਲਾ ਕਰਿਆ ਕਿ ਅਸੀਂ ਇਹ ਦੋਨਾਂ 'ਤੇ ਧਿਆਨ ਦੇਵਾਂਗੇ ਆਪਣੇ ਸੂਬੇ 'ਚ ਘੱਟੋ ਘੱਟ, ਠੀਕ ਹੈ। ਤਾਂ ਇਹ ਇੰਪੋਰਟੈਂਟ ਹੈ, ਇਹ ਸਾਰੀ ਚੀਜ਼ ਕਿਹਦੀ ਹੈ, ਕਰਨਾਟਕਾ ਦੀ ਦੇਣ ਹੈ ਕਿ ਇਹਨਾਂ ਦੇ ਲਈ ਇਹ ਜੋ ਜਿਵੇਂ ਆਯੁਸ਼ਮਾਨ ਭਾਰਤ ਸਕੀਮ ਚੱਲ ਰਹੀ ਹੈ ਉਹਦੇ ਤਹਿਤ ਹੀ ਮਤਲਬ ਇਹਨਾਂ ਦੋਨਾਂ ਨੂੰ ਵੀ ਇਹ ਕਵਰ ਕਰੂਗੀ ਆਪਣੇ ਸੂਬੇ ਦੇ ਵਿੱਚ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਦਘਾਟਨ ਕੀਤਾ ਵਰਲਡ ਡੇਅਰੀ ਸਮਿਟ ਦਾ ਨੋਇਡਾ ਦੇ ਵਿੱਚ। ਵਰਲਡ ਡੇਅਰੀ ਸਮਿਟ ਇੰਪੋਰਟੈਂਟ ਆ, ਪੁੱਛੀ ਜਾ ਸਕਦੀ ਹੈ ਕਿ ਵਰਲਡ ਡੇਅਰੀ ਸਮਿਟ ਹੁਣੇ ਪ੍ਰਧਾਨ ਮੰਤਰੀ ਜੀ ਨੇ ਉਦਘਾਟਨ ਕੀਤਾ ਕਿੱਥੇ, ਨੋਇਡਾ ਦੇ ਵਿੱਚ। ਨੋਇਡਾ ਕਿੱਥੇ ਪੈਂਦਾ, ਹਰਿਆਣੇ ਦੇ ਵਿੱਚ ਪੈਂਦਾ। ਤਾਂ ਇਹ ਕੁਐਸਚਨ ਐਜ਼ ਇਟ ਇਜ਼ ਹੀ ਦਿਮਾਗ 'ਚ ਰੱਖ ਲਿਓ, ਠੀਕ ਹੈ। ਤਾਂ ਅੱਗੇ ਚੱਲਦੇ ਹਾਂ। ਗੁਜਰਾਤ ਗੌਰਮੈਂਟ ਅਨਵੇਲਡ ਸਿਨੇਮੈਟਿਕ ਟੂਰਿਜ਼ਮ ਪੋਲਿਸੀ, ਠੀਕ ਹੈ। ਗੁਜਰਾਤ ਦੀ ਸਰਕਾਰ ਨੇ ਆਪਦੀ ਸੈਰ ਸਪਾਟੇ ਨੂੰ ਵਧਾਉਣ ਵਾਸਤੇ ਇੱਕ ਸਿਨੇਮੈਟਿਕ ਟੂਰਿਜ਼ਮ ਪੋਲਿਸੀ ਹੁਣੀ ਲੈ ਕੇ ਆਈ ਹੈ, ਠੀਕ ਹੈ। ਬੇਸਿਕਲੀ ਇੱਕ ਇਵੈਂਟ ਹੋਇਆ ਸੀਗਾ ਗਾਂਧੀ ਨਗਰ ਦੇ ਵਿੱਚ, ਉੱਥੇ ਇਹਨੂੰ ਲਾਂਚ ਕੀਤਾ ਗਿਆ। ਇਹ ਪੋਲਿਸੀ 2022 ਤੋਂ ਲੈ ਕੇ 2027 ਤੱਕ ਚੱਲੂਗੀ। ਅਤੇ ਗੁਜਰਾਤ ਦੇ ਜਿਹੜੇ ਇਸ ਟਾਈਮ ਦੇ ਮੁੱਖ ਮੰਤਰੀ ਨੇ ਭੁਪਿੰਦਰ ਪਟੇਲ ਉਹਨਾਂ ਦਾ ਨਾਮ ਹੈ, ਉਹਨਾਂ ਨੇ ਕਿਹਾ ਵੀ ਸਾਡੇ ਇੱਥੇ ਫਿਲਮ ਇਨਫਰਾਸਟਰਕਚਰ ਨੂੰ ਬੜਾਵਾ ਦੇਣ ਵਾਸਤੇ ਇਹ ਪੋਲਿਸੀ ਬਣਾਈ ਜਾ ਰਹੀ ਹੈ। ਵੀ ਜਿਵੇਂ ਬੋਂਬੇ ਦੇ ਵਿੱਚ ਫਿਲਮ ਇੰਡਸਟਰੀ ਆ, ਹੈ ਨਾ, ਇੰਨੀ ਸਟੈਬਲਿਸ਼ ਹੋਈ, ਤਾਂ ਸਾਡੇ ਵੀ ਇੱਥੇ ਇਹ ਸਿਨੇਮੈਟਿਕ ਵਾਲਾ ਜਿਹੜਾ ਟੂਰਿਜ਼ਮ ਆ ਇਹ ਚੀਜ਼ ਵਧੇ, ਫਿਲਮ ਇਨਫਰਾਸਟਰਕਚਰ ਸਾਡੇ ਸੂਬੇ 'ਚ ਵਧੇ ਅਤੇ ਅਸੀਂ ਵੀ ਇੱਧਰ ਨੂੰ ਮੂਵ ਕਰੀਏ। ਤਾਂ ਇਹ ਮੇਨ ਮੋਟਿਵ ਹੈ ਇਸ ਪੋਲਿਸੀ ਦਾ। ਤਾਂ ਕਿਹਦਾ, ਗੁਜਰਾਤ ਦਾ। ਅਜੇ ਦੇਵਗਨ ਨੂੰ ਬੁਲਾਇਆ ਸੀਗਾ ਸਪੈਸ਼ਲ ਐਕਟਰ। ਕਈ ਵਾਰ ਅਸੀਂ ਪੁੱਛ ਲੈਂਦੇ ਨੇ ਕਿ ਸਪੈਸ਼ਲ ਗੈਸਟ ਕਿਹਨੂੰ ਬੁਲਾਇਆ ਗਿਆ ਸੀ, ਜਦੋਂ ਹੈ ਹੀ ਇਹ ਸਿਨੇਮੈਟਿਕ ਦੇ ਨਾਲ ਰਿਲੇਟਡ ਹੈ, ਠੀਕ ਹੈ, ਸਿਨੇਮਾ ਦੇ ਨਾਲ ਰਿਲੇਟਡ ਹੈ, ਤਾਂ ਸਿਨੇਮਾ ਦਾ ਹੀ ਬੰਦਾ ਆਉਣਾ ਸੀ। ਤਾਂ ਅਜੇ ਦੇਵਗਨ ਉੱਥੇ ਸ਼ਮੂਲੀਅਤ ਹੋਈ ਸੀ ਅਜੇ ਦੇਵਗਨ ਦੀ। ਸਿੱਕਿਮ ਹੋਸਟ ਕਰੂਗਾ ਰਣਜੀ ਟਰੋਫੀ ਮੈਚ ਫਸਟ ਟਾਈਮ। ਇੰਪੋਰਟੈਂਟ ਹੈ। ਰਣਜੀ, ਦੋ ਸਵਾਲ ਬਣ ਗਏ। ਰਣਜੀ ਟਰੋਫੀ ਕਿਹੜੇ ਉਹਦੀ ਟਰੋਫੀ ਹੈ ਇਸ ਖੇਡ ਦੀ, ਕ੍ਰਿਕਟ ਦੀ, ਬਹੁਤ ਮਸ਼ਹੂਰ ਹੈ। ਆਪਣਾ ਸਪੋਰਟਸ ਵਾਲਾ ਲੈਕਚਰ ਤੁਸੀਂ ਸੁਣਿਓ, ਉਹਦੇ ਵਿੱਚ ਮੈਂ ਰਣਜੀ ਦੀ ਪੂਰੀ ਸਟੋਰੀ ਸੁਣਾਈ ਹੈ ਕਿ ਰਣਜੀ ਕਿਵੇਂ ਸ਼ੁਰੂ ਹੋਈ, ਹੈ ਨਾ, ਇਹਦਾ ਨਾਮ ਰਣਜੀ ਕਿੱਥੋਂ ਪਿਆ, ਠੀਕ ਹੈ, ਕੌਣ ਬੰਦਾ ਸੀ ਜਿਹਦੇ ਨਾਮ ਤੋਂ, ਰਾਜੇ ਦੇ ਨਾਮ ਤੋਂ ਇਹਦਾ ਨਾਮ ਰਣਜੀ ਪੈ ਗਿਆ ਸੀਗਾ ਐਂਡ ਆਲ, ਹੈ ਨਾ। ਤਾਂ ਰਣਜੀ ਟਰੋਫੀ ਦੀ ਜੇ ਆਪਾਂ ਗੱਲ ਕਰੀਏ ਤਾਂ ਸਿੱਕਿਮ ਕਿੱਧਰ ਹੈ, ਇਹ ਨਾਰਥ ਈਸਟ ਵਾਲੀ ਸਾਈਡ ਹੈ ਇੱਥੇ ਕਿਤੇ, ਠੀਕ ਹੈ। ਤਾਂ ਇਹ ਇਲਾਕੇ ਦੇ ਵਿੱਚ ਪਹਿਲੀ ਵਾਰ ਸਿੱਕਿਮ ਹੋਸਟ ਕਰਨ ਜਾ ਰਿਹਾ। ਸਿੱਕਿਮ ਨੇ ਇਸ ਤੋਂ ਪਹਿਲਾਂ ਰਣਜੀ ਟਰੋਫੀ ਕਦੇ ਨਹੀਂ ਹੋਸਟ ਕੀਤੀ ਹੈਗੀ। ਤਾਂ ਇਹ ਆਪਣੇ ਆਪ 'ਚ ਇੱਕ ਇੰਪੋਰਟੈਂਟ ਨਿਊਜ਼ ਹੋ ਜਾਂਦੀ ਹੈ। ਐਵੇਂ ਸਵਾਲ ਬਣ ਸਕਦਾ ਕਿ ਨਾਰਥ ਈਸਟ ਦੇ ਵਿੱਚ ਪਹਿਲੀ ਵਾਰ ਰਣਜੀ ਟਰੋਫੀ ਹੋਣ ਜਾ ਰਹੀ ਹੈ, ਕਿੱਥੇ ਹੋਣ ਜਾ ਰਹੀ ਹੈ, ਤਾਂ ਸਿੱਕਿਮ ਦੇ ਵਿੱਚ ਹੋਣ ਜਾ ਰਹੀ ਹੈ, ਠੀਕ ਹੈ। ਐਵੇਂ ਯਾਦ ਕਰ ਲਿਓ। ਅਤੇ ਇਹਦੇ ਵਿੱਚ ਜਿਹੜੇ ਮੈਚ ਹੋਣਗੇ ਉਹਦੇ ਵਿੱਚ 3 ਨਾਰਥ ਈਸਟ ਦੀਆਂ ਟੀਮਸ ਆ ਰਹੀਆਂ ਨੇ, ਮਿਜ਼ੋਰਮ ਦੀ, ਮਣੀਪੁਰ ਦੀ ਅਤੇ ਅਰੁਣਾਚਲ ਪ੍ਰਦੇਸ਼ ਦੀ, ਠੀਕ ਹੈ। ਤਾਂ 3 ਮਿਜ਼ੋਰਮ, ਮਣੀਪੁਰ, ਅਰੁਣਾਚਲ ਪ੍ਰਦੇਸ਼, ਯਾਦ ਰੱਖਿਓ ਇਹਨਾਂ ਦੀਆਂ ਕ੍ਰਿਕਟ ਟੀਮਾਂ ਵੀ ਵਿੱਚ ਹਿੱਸਾ ਲੈਣਗੀਆਂ। ਕਿੱਥੇ, ਇੱਕ ਮਾਈਨਿੰਗ ਕ੍ਰਿਕਟ ਗਰਾਊਂਡ ਹੈ, ਕ੍ਰਿਕਟ ਗਰਾਊਂਡ ਦਾ ਨਾਮ ਆ ਮਾਈਨਿੰਗ ਕ੍ਰਿਕਟ ਗਰਾਊਂਡ, ਰੰਗਪੋ ਦੇ ਨੇੜੇ ਹੈ, ਕਿੱਥੇ, ਸਿੱਕਿਮ ਦੇ ਵਿੱਚ ਪੈਂਦਾ। ਔਰ ਇਹ ਲਿਖਿਆ ਹੀ ਹੈ, ਚਲੋ ਇਹਨੂੰ ਵੀ ਪੜ੍ਹ ਲਾਂਗੇ। ਦੇਖੋ ਇਹਦੀ ਕੈਪੀਟਲ ਗੈਂਗਟੋਕ ਸਿੱਕਿਮ ਦੀ। ਪ੍ਰੇਮ ਸਿੰਘ ਤਮਾਂਗ ਇਸ ਟਾਈਮ ਦੇ ਉੱਤੇ ਇੱਥੋਂ ਦੇ ਮੁੱਖ ਮੰਤਰੀ ਨੇ। ਗੰਗਾ ਪ੍ਰਸਾਦ ਇੱਥੋਂ ਦੇ ਕੀ ਨੇਗੇ ਜੀ, ਗਵਰਨਰ ਨੇ। ਅਤੇ ਜੇ ਆਪਾਂ ਗੱਲ ਕਰ ਲਈਏ ਕਿ ਇਸ ਵਾਰ ਦਾ ਜਿਹੜਾ ਟਾਈਟਲ ਸੀਗਾ ਰਣਜੀ ਦਾ, ਇਹ ਕਿਹਨੇ ਜਿੱਤਿਆ, ਪਹਿਲੀ ਵਾਰ ਜਿੱਤਿਆ ਸੀ ਇਸ ਟੀਮ ਨੇ, ਮੱਧ ਪ੍ਰਦੇਸ਼ ਨੇ। ਤਾਂ ਮੱਧ ਪ੍ਰਦੇਸ਼ ਨੇ ਪਹਿਲੀ ਵਾਰ ਜਿੱਤਿਆ, ਤਾਂ ਇਹ ਪਹਿਲੀ ਵਾਰ ਵਾਲੀ ਚੀਜ਼ ਵੀ ਇੰਪੋਰਟੈਂਟ ਹੁੰਦੀ ਹੈ। ਤਾਂ ਐਵੇਂ ਬਣ ਸਕਦਾ ਕਿ ਇਸ ਵਾਰ ਦਾ ਟਾਈਟਲ ਜਿਹੜਾ ਰਣਜੀ ਟਰੋਫੀ ਦਾ ਪਹਿਲੀ ਵਾਰ ਕਿਸੇ ਸੂਬੇ ਨੇ ਜਿੱਤਿਆ, ਤਾਂ ਉਹ ਕਿਹੜਾ ਸੂਬਾ, ਤਾਂ ਇਹ ਵੀ ਯਾਦ ਕਰ ਲਿਓ, ਮੱਧ ਪ੍ਰਦੇਸ਼, ਠੀਕ ਹੈ। ਰਣਜੀ ਟਰੋਫੀ ਦੀ ਗੱਲ ਕਰ ਲਈਏ 1934 'ਚ ਸ਼ੁਰੂ ਹੋਈ ਸੀ। ਸਭ ਤੋਂ ਵੱਧ ਰਨ ਰਣਜੀ ਟਰੋਫੀ ਦੇ ਵਿੱਚ ਵਸੀਮ ਜਾਫਰ ਦੇ ਨੇ। ਵਸੀਮ ਜਾਫਰ ਇੱਕ ਬੈਟਸਮੈਨ ਹੈ, ਟੈਸਟ ਦੇ ਵਿੱਚ ਖੇਡਦਾ ਸੀ, 12,000 ਦੇ ਲਗਭਗ ਰਣਜੀ 'ਚ ਇਹਨੇ ਰਨ ਬਣਾਏ ਹੋਏ ਨੇ। ਸਭ ਤੋਂ ਵੱਧ ਵਿਕਟਾਂ ਲਈਆਂ ਨੇਗੀਆਂ ਰਜਿੰਦਰ ਗੋਇਲ ਨੇ ਇਹਦੇ ਵਿੱਚ, ਕਿਉਂਕਿ ਬਹੁਤ ਪੁਰਾਣੀ ਟਰੋਫੀ ਹੈ, ਤਾਂ ਐਵੇਂ ਬਣ ਸਕਦਾ, ਠੀਕ ਹੈ। ਅਤੇ ਬਾਕੀ ਤਾਂ ਉਹੀ ਗੱਲ ਲਿਖੀ ਹੈ ਕਿ ਇਸ ਵਾਰ ਜਿੱਤਿਆ ਕਿਹਨੇ ਆ, ਠੀਕ ਹੈ, ਮੱਧ ਪ੍ਰਦੇਸ਼ ਨੇ ਜਿੱਤਿਆ। ਇਹਨੂੰ ਤੁਸੀਂ ਦੇਖ ਸਕਦੇ ਹੋ। ਅੱਗੇ ਆ ਜਾਓ, ਅਗਲੇ ਸਵਾਲ 'ਤੇ ਮੂਵ ਕਰਦੇ ਹਾਂ। ਮੇਘਾਲਿਆ ਹੈਜ਼ ਲਾਂਚਡ ਔਨਲਾਈਨ ਪੋਰਟਲ MRSSA। ਮੇਘਾਲਿਆ ਨੇ ਇੱਕ ਔਨਲਾਈਨ ਪੋਰਟਲ ਚਲਾਇਆ ਹੈ MRSSA। ਫੁੱਲ ਫਾਰਮ ਕੀ ਹੈ, ਮੇਘਾਲਿਆ ਰੈਜ਼ੀਡੈਂਟਸ ਸੇਫਟੀ ਐਂਡ ਸਿਕਿਉਰਿਟੀ ਐਕਟ।
ਮੇਘਾਲਿਆ ਦੇ ਜਿਹੜੇ ਨਿਵਾਸੀ ਨੇ ਉਹਨਾਂ ਦੀ ਸੇਫਟੀ ਅਤੇ ਸਿਕਿਉਰਿਟੀ ਵਾਸਤੇ ਇਹ ਪੋਰਟਲ ਚਲਾਇਆ ਗਿਆ। ਇਨਸ਼ੋਰ ਕਰੂਗਾ ਇੰਟੈਲੀਜੈਂਸ ਇਨਪੁਟਸ ਇਕੱਠੀਆਂ ਕਰਕੇ ਉਹਨਾਂ ਨੂੰ ਪ੍ਰੋਸੈਸ ਕਰਕੇ ਗਵਰਨਮੈਂਟ ਤੱਕ ਪਹੁੰਚਾਇਆ ਕਰੂਗਾ ਤਾਂ ਕਿ ਉਹਨਾਂ ਦੀ ਸੇਫਟੀ ਵਾਸਤੇ, ਕਿਉਂਕਿ ਨਾ ਉਹ ਕਨੈਕਟਡ ਨਹੀਂ ਹੈਗਾ ਜ਼ਿਆਦਾ ਏਰੀਆ, ਜਿਹੜਾ ਇਹ ਨਾਰਥ ਈਸਟ ਦਾ ਏਰੀਆ ਨਾ ਇਹ ਇੱਕ ਦੂਜਿਆਂ ਨਾਲ ਕਨੈਕਟਡ ਨਹੀਂ ਪਹਾੜੀ ਇਲਾਕਾ ਹੋਣ ਕਰਕੇ। ਤਾਂ ਮੇਨਲੀ ਇਹ ਜਿੰਨੇ ਵੀ 6000 ਪਿੰਡ ਹੈਗੇ ਨੇ ਅਤੇ ਜਿਹੜੇ ਉੱਥੇ ਮੇਘਾਲਿਆ ਦੇ ਵਿੱਚ ਪੈਂਦੇ ਨੇ ਉਹਨਾਂ ਨੂੰ ਔਨਲਾਈਨ ਜੋੜ ਕੇ ਉਹਨਾਂ ਨੂੰ ਕਨੈਕਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸ ਪੋਰਟਲ ਦੇ ਥਰੂ। ਐਮ ਤੇ ਮੇਘਾਲਿਆ, ਬਸ ਐਂ ਯਾਦ ਕਰ ਲਿਓ, ਠੀਕ ਹੈ। ਮੇਘਾਲਿਆ ਦੀ ਰੈਜ਼ੀਡੈਂਟਸ ਦੀ ਸਿਕਿਉਰਿਟੀ ਅਤੇ ਸੇਫਟੀ ਵਾਸਤੇ। ਅੱਗੇ ਆ ਜਾਓ, ਮੇਘਾਲਿਆ ਦੀ ਕੈਪੀਟਲ ਕਿਹੜੀ ਹੈ ਜੀ? ਕੈਪੀਟਲ ਹੈਗੀ ਹੈ ਸ਼ਿਲੌਂਗ, ਅਤੇ ਮੇਘਾਲਿਆ ਦੇ ਗਵਰਨਰ ਹੈਗੇ ਨੇ ਸੱਤਿਆਪਾਲ ਮਲਿਕ। ਤਾਂ ਇਸ ਚੀਜ਼ ਨੂੰ ਤੁਸੀਂ ਦੇਖ ਸਕਦੇ ਹੋ। ਆ ਉੱਤੇ ਲਿਖਿਆ ਹੀ ਹੈ ਕਿ ਮੁੱਖ ਮੰਤਰੀ ਕੌਣ ਸੀਗਾ? ਕੋਨਾਰਡ ਕੇ ਸੰਗਮਾ, ਇਹ ਇੱਥੋਂ ਦੇ ਮੁੱਖ ਮੰਤਰੀ ਨੇ। ਤਿੰਨਾਂ ਦੇ ਨਾਮ ਤਾਂ ਤੁਸੀਂ ਧਿਆਨ 'ਚ ਰੱਖ ਹੀ ਲਿਆ ਕਰੋ, ਕਈ ਵਾਰ ਪੇਪਰ 'ਚ ਇਹੋ ਜਿਹਾ ਸਵਾਲ ਛੋਟਾ ਮੋਟਾ ਬਣ ਜਾਂਦਾ ਹੈ। ਅੱਗੇ ਆ ਜਾਓ, ਛੱਤੀਸਗੜ੍ਹ ਦੇ ਮੁੱਖ ਮੰਤਰੀ ਨੇ ਇਨੋਗਰੇਟ ਕੀਤਾ 2 ਹੋਰ ਡਿਸਟ੍ਰਿਕਟਸ ਨੂੰ, ਜਿਹਦੇ ਨਾਲ ਟੋਟਲ ਗਿਣਤੀ ਹੋ ਗਈ 33। ਠੀਕ ਹੈ, 33 ਟੋਟਲ ਗਿਣਤੀ ਹੋ ਗਈ ਛੱਤੀਸਗੜ੍ਹ ਦੇ ਵਿੱਚ ਜ਼ਿਲ੍ਹਿਆਂ ਦੀ। 2 ਨਵੇਂ ਜ਼ਿਲ੍ਹੇ ਇਹਦੇ ਵਿੱਚ ਬਣੇ ਨੇ, ਤਾਂ ਉਹ 2 ਨਵੇਂ ਜ਼ਿਲ੍ਹਿਆਂ ਦੇ ਨਾਮ ਤੁਸੀਂ ਦੇਖ ਸਕਦੇ ਹੋ। ਇੱਕ ਦਾ ਨਾਮ ਹੈਗਾ ਮਨੇਂਦਰਗੜ੍ਹ, ਚਿਰਮਿਰੀ ਭਰਤਪੁਰ, ਠੀਕ ਹੈ, ਮਨੇਂਦਰਗੜ੍ਹ ਅਤੇ ਚਿਰਮੁਰੀ ਭਗਤਪੁਰ ਐਂਡ ਸ਼ਕਤੀ। ਦੂਜੇ ਦਾ ਨਾਮ ਆ ਸ਼ਕਤੀ। ਇਹ ਤਾਂ ਆਪਾਂ ਦੇਖਿਆ ਮਨੇਂਦਰਗੜ੍ਹ, ਚਿਰਮਿਰੀ ਅਤੇ ਭਰਤਪੁਰ, ਇੱਕ ਹੈ ਪੂਰੇ ਦਾ ਪੂਰਾ, ਅਤੇ ਸ਼ਕਤੀ। ਇਹ 2 ਬਣਾਏ ਨੇ। ਬਾਕੀ ਸਾਨੂੰ ਇਹਦੀ ਡਿਟੇਲ 'ਚ ਜਾਣ ਦੀ ਲੋੜ ਨਹੀਂ, ਕਿਹੜੇ ਉਹਦੇ ਨਾਲ ਲੱਗਦੇ ਨੇ ਜਾਂ ਫਲਾਣਾ, ਕਿਉਂਕਿ ਅਸੀਂ ਕਿਹੜਾ ਛੱਤੀਸਗੜ੍ਹ ਦਾ ਪੇਪਰ ਦੇਣ ਜਾਣਾ ਵੀ ਸਾਨੂੰ ਇੰਨਾ ਪਤਾ ਹੋਵੇ। ਛੱਤੀਸਗੜ੍ਹ ਦੀ ਰਾਏਪੁਰ ਰਾਜਧਾਨੀ ਹੈ ਅਤੇ ਗਵਰਨਰ ਹੈਗੇ ਨੇ ਇੱਥੋਂ ਦੇ ਅਨੁਸੂਈਆ ਉਈਕੇ। ਆਹ ਯਾਦ ਕਰ ਲਿਓ। ਅੱਗੇ ਦਿਸ ਇਜ਼ ਇੰਪੋਰਟੈਂਟ, ਪੁੱਛਿਆ ਜਾਊਗਾ। ਨਾਗਾ ਮਿਰਚਾ ਜਾਂ ਨਾਗਾ ਕਿੰਗ ਚਿੱਲੀ, ਠੀਕ ਹੈ, ਇਹ ਇੱਕ ਤਿਉਹਾਰ ਮਨਾਇਆ ਗਿਆ, ਫੈਸਟੀਵਲ ਮਨਾਇਆ ਗਿਆ ਕਿੱਥੇ? ਨਾਗਾਲੈਂਡ 'ਚ। ਜਾਂ ਇਹ ਤਾਂ ਯਾਦ ਕਰਨਾ ਸੌਖਾ ਹੀ ਹੈ ਕਿਉਂਕਿ ਨਾਗਾ ਮੂਹਰੇ ਲੱਗ ਗਿਆ ਤਾਂ ਨਾਗਾਲੈਂਡ 'ਚ ਹੀ ਹੋਊਗਾ, ਔਰ ਕਿੱਥੇ ਹੋਊਗਾ। ਪਹਿਲਾ ਕਾਈਂਡ ਆਫ ਨਾਗਾਲੈਂਡ ਨਾਗਾ ਮਿਰਚੀ ਫੈਸਟੀਵਲ ਹੈ ਜਿਹੜਾ ਔਰਗੇਨਾਈਜ਼ ਕੀਤਾ ਜਾ ਰਿਹਾ ਕੋਹਿਮਾ ਦੇ ਵਿੱਚ। ਕੋਹਿਮਾ ਰਾਜਧਾਨੀ ਹੈ ਨਾਗਾਲੈਂਡ ਦੀ। ਉੱਥੇ ਫੈਸਟੀਵਲ ਨੂੰ ਡਿਪਾਰਟਮੈਂਟ ਆਫ ਹਾਰਟੀਕਲਚਰ ਦਾ ਜਿਹੜਾ ਸਾਡਾ ਵਿਭਾਗ ਹੈ ਉਹਨੇ ਸਪੋਂਸਰ ਕੀਤਾ ਪੂਰੇ ਦਾ ਪੂਰਾ। ਪਹਿਲਾ ਪ੍ਰੋਡਕਟ ਸੀ ਨਾਗਾਲੈਂਡ ਦਾ ਜਿਹਨੂੰ GI ਟੈਗ ਮਿਲਿਆ। GI ਦਾ ਮਤਲਬ ਹੁੰਦਾ ਜਗਰਾਫੀਕਲ ਇੰਡੀਕੇਸ਼ਨ। ਜਗਰਾਫੀਕਲ ਇੱਕ ਨਾ ਟਰਮ ਹੁੰਦੀ ਆ IPRs, ਇੰਟਲੈਕਚੁਅਲ ਪ੍ਰੋਪਰਟੀ ਰਾਈਟਸ। ਜਿਵੇਂ ਕਿ ਇਹਦੇ ਤਹਿਤ ਕਈ ਤਰ੍ਹਾਂ ਦੇ ਰਾਈਟ ਆਉਂਦੇ ਨੇ, ਜਿਵੇਂ ਪੇਟੈਂਟ ਕਰਾਉਣਾ ਹੋ ਗਿਆ, ਠੀਕ ਹੈ। ਤੁਸੀਂ ਕੋਈ ਰਿਸਰਚ ਕੀਤੀ, ਕੋਈ ਨਵੀਂ ਚੀਜ਼ ਬਣਾ ਤੀ, ਤੁਸੀਂ ਚਾਹੁੰਦੇ ਹੋ ਕਿ ਕੋਈ ਉਹਨੂੰ ਕਾਪੀ ਨਾ ਕਰ ਲਏ, ਤੁਸੀਂ ਉਹਦਾ ਪੇਟੈਂਟ ਕਰਾ ਲਓ। ਪੇਟੈਂਟ ਕਰਾਉਣ ਤੋਂ ਬਾਅਦ ਤੁਹਾਡੀ ਉਹ ਕੋਈ ਚੀਜ਼ ਕਾਪੀ ਨਹੀਂ ਕਰ ਸਕਦਾ। ਜਿਵੇਂ ਕਾਪੀਰਾਈਟ ਇੱਕ ਹੋ ਗਿਆ, ਸੀਡੀਆਂ, ਫਿਲਮ ਇੱਕ ਵਾਰ ਕਿਸੇ ਜਿਹਨੇ ਪ੍ਰੋਡਕਸ਼ਨ ਕੀਤੀ ਆ ਉਸ ਬੰਦੇ ਨੇ ਉਹਦਾ ਕਾਪੀਰਾਈਟ ਲੈ ਲਿਆ, ਕੋਈ ਚੋਰੀ ਕਰਕੇ ਪਾਊਗਾ ਤਾਂ ਉਹ ਕੇਸ ਕਰ ਸਕਦਾ, ਉਹ ਵੀ IPR ਹੈ। ਐਵੇਂ ਇੱਕ ਜਗਰਾਫੀਕਲ ਇੰਡੀਕੇਸ਼ਨ ਹੁੰਦੀ ਹੈ, ਕਿਸੇ ਇਲਾਕੇ ਦੀ, ਸੂਬੇ ਦੀ ਕਿਸੇ ਚੀਜ਼ ਨੂੰ ਮਸ਼ਹੂਰ ਕਰਨ ਵਾਸਤੇ ਉਹਨੂੰ ਜਗਰਾਫੀਕਲ ਇੰਡੀਕੇਸ਼ਨ ਦੇ ਦਿੱਤੀ ਜਾਂਦੀ ਹੈ। ਜਿਵੇਂ ਸਾਡੇ ਪੰਜਾਬ ਦੇ ਵਿੱਚ ਫੁਲਕਾਰੀ ਮਸ਼ਹੂਰ ਹੈ ਤਾਂ ਫੁਲਕਾਰੀ ਨੂੰ ਜਗਰਾਫੀਕਲ ਇੰਡੀਕੇਸ਼ਨ ਮਿਲੀ ਹੋਈ ਹੈ। ਫੁਲਕਾਰੀ, ਇਹਦਾ ਮਤਲਬ ਇਹ ਨਹੀਂ ਹੈਗਾ ਕਿ ਫੁਲਕਾਰੀ ਕੋਈ ਹੋਰ ਨਹੀਂ ਬਣਾ ਸਕਦਾ, ਹੋਰ ਵੀ ਬਣਾ ਸਕਦਾ, ਪਰ ਜਦੋਂ ਫੁਲਕਾਰੀ ਦਾ ਜ਼ਿਕਰ ਆਊਗਾ ਤਾਂ ਉਹ ਮਸ਼ਹੂਰ ਕਿੱਥੋਂ ਦੀ ਹੈ? ਉਹ ਪੰਜਾਬ ਦੀ ਮਸ਼ਹੂਰ ਹੈ। ਰਸਗੁੱਲੇ ਦਾ ਜ਼ਿਕਰ ਆਊਗਾ ਤਾਂ ਉਹ ਮਸ਼ਹੂਰ ਕਿੱਥੋਂ ਦਾ? ਉਹ ਸਾਡੇ ਕੋਲ ਵੈਸਟ ਬੰਗਾਲ ਦਾ ਮਸ਼ਹੂਰ ਹੈ। ਸਿਮਿਲਰਲੀ ਜੇ ਨਾਗਾ ਮਿਰਚਾ ਦਾ ਜ਼ਿਕਰ ਆਊਗਾ ਤਾਂ ਕਿੱਥੋਂ ਦਾ ਮਸ਼ਹੂਰ ਹੈ ਨਾਗਾ ਮਿਰਚਾ? ਉਹ ਹੈਗੀ ਹੈ ਜੀ ਨਾਗਾਲੈਂਡ ਦੀ। ਸਮਝ ਗਏ? ਤਾਂ ਇਹ ਚੀਜ਼ ਨੂੰ ਧਿਆਨ 'ਚ ਰੱਖਿਓ। ਕਰਨਾਟਕਾ ਦੀ ਗਵਰਨਮੈਂਟ ਨੇ ਇਨਕਰੀਜ਼ ਕੀਤੀ ਹੈ ਕੰਪਨਸੇਸ਼ਨ ਟੂ ਦ ਡਿਪੈਂਡੈਂਟਸ ਆਫ ਫੋਰੈਸਟ ਮਾਰਟੀਅਰਸ 30 ਲੱਖ ਤੋਂ 50 ਲੱਖ। ਠੀਕ ਹੈ, ਜੰਗਲ ਦੇ ਵਿੱਚ ਜਿਹੜੇ ਸ਼ਹੀਦ ਹੋਏ ਨੇ ਕਰਨਾਟਕਾ ਨੇ ਉਹਨਾਂ ਨੂੰ ਮੁਆਵਜ਼ਾ ਕੰਪਨਸੇਸ਼ਨ ਪਹਿਲਾਂ 30 ਲੱਖ ਦਿੰਦੇ ਸੀ, ਹੁਣ ਉਹਨਾਂ ਨੇ ਵਧਾ ਕੇ ਉਹ ਕਿੰਨੀ ਕਰਤੀ? 50 ਲੱਖ ਕਰਤੀ। ਤਾਂ ਇਸ ਚੀਜ਼ ਨੂੰ ਧਿਆਨ 'ਚ ਰੱਖਿਓ, ਤਾਂ ਇੰਪੋਰਟੈਂਟ ਹੈ। ਤਾਂ ਕਿਹਨੇ ਕੀਤੀ ਹੈ? ਕਰਨਾਟਕਾ ਨੇ ਕੀਤੀ ਹੈ ਬੇਸਿਕਲੀ, ਕਿਉਂਕਿ ਜੰਗਲ ਜਾ ਸੁਣ ਕੇ ਅਸੀਂ ਸ਼ਾਇਦ ਕਰਨਾਟਕਾ ਦੇ ਘੱਟ ਚਾਂਸ ਆ ਵੀ ਅਸੀਂ ਟਿੱਕ ਲਾਈਏ, ਅਸੀਂ ਕੋਈ ਜੰਗਲ ਵਾਲੇ ਨਾਰਥ ਈਸਟ ਸਟੇਟ ਦੇ ਵੱਧ ਚਾਂਸ ਆ ਵੀ ਟਿੱਕ ਲਾ ਦਈਏ, ਤਾਂ ਇਸ ਕਰਕੇ ਇਹਨੂੰ ਧਿਆਨ 'ਚ ਰੱਖਣ ਦੀ ਲੋੜ ਹੈ। ਇਸ ਟਾਈਮ 'ਤੇ ਮੁੱਖ ਮੰਤਰੀ ਉੱਥੇ ਹੈਗੇ ਨੇ ਜੀ ਬਸਵਰਾਜ ਬੰਮਈ ਅਤੇ ਥਾਵਰ ਚੰਦ ਗਹਿਲੋਤ ਗਵਰਨਰ ਨੇ, ਤਾਂ ਦੋਨਾਂ ਦੇ ਨਾਮ ਵੀ ਨੋਟ ਕਰ ਲਿਓ। ਅੱਗੇ ਆ ਜਾਓ। ਪ੍ਰਿੰਸੀਪਲ ਅਕਾਊਂਟੈਂਟ ਜਨਰਲ ਆਫਿਸ ਇਨ ਮੁੰਬਈ ਹੈਜ਼ ਬਿਗਨ ਪੈਨਸ਼ਨ ਐਟ ਯੂਅਰ ਡੋਰ ਸਟੈਪ ਇਨੀਸ਼ੀਏਟਿਵ। ਪੈਨਸ਼ਨ ਐਟ ਯੂਅਰ ਡੋਰ ਸਟੈਪ ਮਤਲਬ ਸਿੱਧਾ ਘਰੇ ਪੈਨਸ਼ਨ ਦੇ ਕੇ ਜਾਣਗੇ। ਇਹ ਇਨੀਸ਼ੀਏਟਿਵ ਕਿਹਦਾ ਹੈ, ਕਿਹਨੇ ਸ਼ੁਰੂ ਕੀਤਾ? ਇਹ ਇਨੀਸ਼ੀਏਟਿਵ ਸ਼ੁਰੂ ਕੀਤਾ ਪ੍ਰਿੰਸੀਪਲ ਅਕਾਊਂਟੈਂਟ ਜਨਰਲ ਆਫਿਸ ਨੇ। ਠੀਕ ਹੈ, ਪ੍ਰਿੰਸੀਪਲ ਜਨਰਲ ਅਕਾਊਂਟੈਂਟ ਆਫਿਸ, ਉਹ ਵੀ ਵੈਸੇ ਤਾਂ ਹਰ ਜਗ੍ਹਾ ਦੇ ਨੇ ਇਹ ਪ੍ਰਿੰਸੀਪਲ ਅਕਾਊਂਟੈਂਟ ਜਨਰਲ ਆਫਿਸ, ਪਰ ਮੁੰਬਈ ਵਾਲੇ ਨੇ ਸ਼ੁਰੂ ਕੀਤਾ।
ਠੀਕ ਹੈ, ਕਿ ਜਿਹੜੇ ਵੀ ਇਹਨਾਂ ਦੇ ਤਹਿਤ ਕੋਲ ਰਜਿਸਟਰ ਹੋਣਗੇ ਪੈਨਸ਼ਨਰ ਜਿਨ੍ਹਾਂ ਨੂੰ ਪੈਨਸ਼ਨਾਂ ਦਿੱਤੀਆਂ ਜਾਂਦੀਆਂ ਨੇ ਉਸ ਘਰੇ ਪਹੁੰਚਾਉਣਗੇ ਸਿੱਧੀਆਂ। ਏਕਨਾਥ ਸ਼ਿੰਦੇ ਮਹਾਰਾਸ਼ਟਰ ਦੀ ਗੱਲ ਹੋ ਗਈ, ਤਾਂ ਮਹਾਰਾਸ਼ਟਰ ਦੇ ਏਕਨਾਥ ਸ਼ਿੰਦੇ ਇਸ ਟਾਈਮ 'ਤੇ ਮੁੱਖ ਮੰਤਰੀ ਨੇ, ਅਤੇ ਭਗਤ ਸਿੰਘ ਕੋਸ਼ਿਆਰੀ ਉੱਥੋਂ ਦੇ ਕੀ ਨੇ, ਗਵਰਨਰ ਨੇ। ਅੱਗੇ ਆ ਜਾਓ, ਕਸ਼ਮੀਰ ਦੀ ਪਹਿਲੀ ਇਲੈਕਟ੍ਰਿਕ ਟ੍ਰੇਨ ਸਟਾਰਟ ਹੋਣ ਜਾ ਰਹੀ ਹੈ 2 ਅਕਤੂਬਰ ਤੋਂ। 2 ਅਕਤੂਬਰ ਤੋਂ ਪਹਿਲੀ ਇਲੈਕਟ੍ਰਿਕ ਟ੍ਰੇਨ ਹੈ ਜਿਹੜੀ ਕਸ਼ਮੀਰ 'ਚ ਸ਼ੁਰੂ ਹੋਣ ਜਾ ਰਹੀ ਹੈ। ਠੀਕ ਹੈ, ਇਹ ਟ੍ਰੇਨ ਬਨੀਹਾਲ ਅਤੇ ਬਰਮੁੱਲਾ ਦੋਨਾਂ ਨੂੰ ਆਪਸ 'ਚ ਜੋੜੂਗੀ। ਠੀਕ ਹੈ, 2 ਥਾਵਾਂ ਨੇ, ਦੋਨਾਂ ਨੂੰ ਆਪਸ ਦੇ ਵਿੱਚ ਜੋੜੂਗੀ। ਕਿੱਥੇ ਪਹਿਲੀ ਕਿਹੜੇ ਸੂਬੇ 'ਚ ਸ਼ੁਰੂ ਹੋਣ ਜਾ ਰਹੀ ਹੈ ਇਲੈਕਟ੍ਰਿਕ ਟ੍ਰੇਨ, ਹੀ ਪੁੱਛਿਆ ਜਾਊਗਾ, ਕਸ਼ਮੀਰ ਦੇ ਵਿੱਚ। ਯੂਟੀ ਇਸ ਟਾਈਮ 'ਤੇ ਤਾਂ ਸੂਬਾ ਤਾਂ ਨਹੀਂ ਹੈਗਾ। ਲਦਾਖ ਨੇ ਵਰਚੁਅਲੀ ਇਨੋਗਰੇਟ ਕੀਤਾ ਲਦਾਖ ਸਕਰੀਨ ਰਾਈਟਰਜ਼ ਫੇਅਰ ਇਨ ਲੇਹ। ਦੇਖੋ ਹੋਇਆ ਕਿੱਥੇ ਆ, ਲੇਹ ਦੇ ਵਿੱਚ। ਲਦਾਖ ਨੇ ਇਨੋਗਰੇਟ ਕੀਤਾ, ਉਦਘਾਟਨ ਕੀਤਾ ਲਦਾਖ ਦੇ ਪ੍ਰਸ਼ਾਸਨ ਨੇ। ਉਹ ਵੀ ਪ੍ਰਸ਼ਾਸਨ ਕੌਣ ਆ ਉੱਥੇ, ਤਾਂ LG ਹੋਈ ਹੈ। LG ਦਾ ਨਾਮ ਕੀ ਹੈ, ਲੈਫਟੀਨੈਂਟ ਗਵਰਨਰ ਦਾ RK ਮਾਥੁਰ। ਤਾਂ RK ਮਾਥੁਰ ਇਜ਼ ਦਾ LG ਆਫ ਲੈਫਟੀਨੈਂਟ ਗਵਰਨਰ ਆਫ ਕਿੱਥੋਂ ਦਾ, ਲਦਾਖ। ਠੀਕ ਹੈ, ਧਿਆਨ 'ਚ ਰੱਖੇਗੀ ਗੱਲ ਇਹ। ਅਤੇ JNK ਦਾ ਕੌਣ LG, ਇਹ ਤੁਸੀਂ ਮੈਨੂੰ ਕਮੈਂਟ ਬਾਕਸ 'ਚ ਦੱਸੋ ਕਿ JNK ਦੇ ਵਿੱਚ ਇਸ ਟਾਈਮ LG ਕੌਣ ਆ। ਇਹ ਦੋ ਬਹੁਤ ਨਿਊਜ਼ 'ਚ ਨੇ ਕਿਉਂਕਿ ਹਰ ਰੋਜ਼ ਇਹਨਾਂ ਦੀ ਕੋਈ ਨਾ ਕੋਈ ਨਵੀਂ ਸਕੀਮ ਆ ਜਾਂਦੀ ਹੈ। ਤਾਂ ਇਹਨਾਂ ਦੋਵਾਂ ਦੇ ਨਾਮ ਜ਼ਰੂਰ ਯਾਦ ਰੱਖਿਓ, ਪੁੱਛ ਸਕਦੇ ਨੇ ਕਿ ਉੱਥੋਂ ਦਾ LG ਕੌਣ ਹੈ ਇਸ ਟਾਈਮ 'ਤੇ। ਇੱਕ ਦਿੱਲੀ ਵਾਲਾ, ਕਿਉਂਕਿ ਤਿੰਨੇ ਵਿਵਾਦਾਂ 'ਚ ਰਹਿੰਦੇ ਨੇ 24 ਘੰਟੇ। ਹੁਣ ਤਾਂ ਪੰਜਾਬ ਵਾਲਾ ਵੀ ਵਿਵਾਦਾਂ ਦੇ ਵਿੱਚ ਹੀ ਹੈ। ਠੀਕ ਹੈ, ਪਨਵਾਰੀ ਲਾਲ ਪੁਰੋਹਿਤ, ਉਹਦਾ ਨਾਮ ਵੀ ਯਾਦ ਕਰ ਲਿਓ, ਉਹ ਵੀ ਪੁੱਛ ਸਕਦੇ ਨੇ। ਤੀਜੇ ਦਿਨ ਮੁੱਖ ਮੰਤਰੀ ਨਾਲ ਕੋਈ ਪੰਗਾ ਹੋਇਆ ਹੀ ਹੁੰਦਾ ਉਹਦਾ। ਠੀਕ ਹੈ, ਤਾਂ ਇਸ ਕਰਕੇ ਜਿਹੜੇ ਵਿਵਾਦ ਵਾਲੇ ਐਵੇਂ ਦੇ ਸਵਾਲ ਨੇ ਉਹ ਤਾਂ ਬਹੁਤ ਪੇਪਰ 'ਚ ਬਣਨ ਦੇ ਚਾਂਸ ਵੱਧ ਜਾਂਦੇ ਨੇ ਉਹਦੇ। ਠੀਕ ਹੈ, ਤਾਂ ਸਕਰੀਨ ਰਾਈਟਰਜ਼ ਫੇਅਰ ਲੇਹ ਦੇ ਵਿੱਚ ਤਾਂ ਲਦਾਖ LG ਨੇ ਇਹਦਾ ਉਦਘਾਟਨ ਕੀਤਾ। ਤਾਂ ਮੇਨਲੀ ਕੀ ਹੋਊਗਾ ਇਹਦਾ, ਲਦਾਖ ਦੇ ਵਿੱਚ ਨਾ ਜਿਹੜੀ ਇਹ ਸੈਕਟਰ ਵਾਲੀ ਇੰਡਸਟਰੀ ਹੈ ਸਕਰੀਨ ਰਾਈਟਰਸ ਵਾਲੀ, ਇਹਨੂੰ ਵਧਾਉਣਾ ਚਾਹੁੰਦੇ ਨੇ ਵੀ ਲੋਕ ਬੰਦੂਕਾਂ ਛੱਡ ਕੇ ਕਿਤਾਬਾਂ ਵੱਲ, ਇਹਨਾਂ ਚੀਜ਼ਾਂ ਵੱਲ ਨੂੰ ਪੈਣ, ਉੱਥੋਂ ਦੇ ਕਲਚਰ ਨੂੰ ਲਿਖਣ, ਉਹਦੇ 'ਤੇ ਫਿਰ ਫਿਲਮਾਂ ਬਣਨ। ਠੀਕ ਹੈ, ਅਤੇ ਉੱਥੋਂ ਦੀ ਕਲਚਰ ਦੇ ਉੱਤੇ ਜਦੋਂ ਫਿਲਮਾਂ ਬਣਗੀਆਂ ਲੋਕਾਂ ਨੂੰ ਉੱਥੇ ਕਲਚਰ ਬਾਰੇ ਨੌਲੇਜ ਮਿਲੂਗੀ, ਪਤਾ ਲੱਗੂਗਾ। ਇਸ ਚੀਜ਼ ਨੂੰ ਬੜਾਵਾ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਝਾਰਖੰਡ ਤੀਜੀ ਸਟੇਟ ਬਣ ਗਈ ਜਿਹਨੇ ਫੂਡ ਸਿਕਿਉਰਿਟੀ ਐਟਲਸ ਬਣਾਇਆ ਗਾ। ਠੀਕ ਆ, ਫੂਡ ਸਿਕਿਉਰਿਟੀ ਐਟਲਸ ਬਣਾਉਣ ਵਾਲੀ ਝਾਰਖੰਡ ਤੀਜੀ ਸਟੇਟ ਬਣ ਗਈ। ਇਹ ਤੋਂ ਪਹਿਲਾਂ ਕਿਹੜੀਆਂ ਸੂਬੇ ਨੇ ਜਿਨ੍ਹਾਂ ਨੇ ਐਟਲਸ ਬਣਾ ਰੱਖਿਆ, ਇੱਕ ਬਿਹਾਰ ਨੇ, ਇੱਕ ਉੜੀਸਾ ਨੇ। ਠੀਕ ਆ, 2 ਨੇ ਜਿਨ੍ਹਾਂ ਨੇ ਫੂਡ ਸਿਕਿਉਰਿਟੀ ਐਟਲਸ ਬਣਾਇਆ ਹੋਇਆ ਆਪਣੇ ਰੂਰਲ ਯਾਨੀ ਕਿ ਪੇਂਡੂ ਇਲਾਕਿਆਂ ਵਾਸਤੇ। ਤਾਂ ਬੇਸਿਕਲੀ ਕਾਹਦੇ ਲਈ ਹੈ ਇਹ, ਮਤਲਬ ਫੂਡ ਸਿਕਿਉਰਿਟੀ ਦੇ ਲਈ ਹੈ ਕਿ ਲੋਕਾਂ ਨੂੰ ਜਿਵੇਂ ਆਪਾਂ ਕਿੰਨੀਆਂ ਸਕੀਮਾਂ ਫੂਡ ਦੇ ਫ੍ਰੀ ਦੇ ਵਿੱਚ ਰਾਸ਼ਨ ਵੰਡਿਆ ਜਾਂਦਾ ਜਾਂ ਹੋਰ ਕਰਿਆ ਜਾਂਦਾ, ਉਹਦਾ ਇੱਕ ਐਟਲਸ ਤਿਆਰ ਕਰ ਲੈਣਾ ਵੀ ਕਿੱਥੇ ਕਿੱਥੇ ਸਾਡਾ ਗਰੀਬੀ ਇਲਾਕਾ ਜ਼ਿਆਦਾ ਜਿੱਥੇ ਸਾਨੂੰ ਇਹ ਵੰਡਣ ਦੀ ਲੋੜ ਹੈ ਨਾ, ਉਸ ਪਰਪਸ ਦੇ ਲਈ ਇੱਕ ਮੈਪਿੰਗ ਕਰਨਾ। ਤਾਂ ਉਹ ਮੈਪਿੰਗ ਨੂੰ ਹੀ ਆਪਾਂ ਐਟਲਸ ਬੋਲ ਦਿੰਦੇ ਹਾਂ। ਤਾਂ ਉੜੀਸਾ, ਬਿਹਾਰ ਅਤੇ ਤੀਜੀ ਆਪਣੇ ਕੋਲ ਇਹ ਆ ਗਈ ਜਿਹੜੀ ਰੀਸੈਂਟ ਦੇ ਵਿੱਚ ਜਿਹਨੇ ਕਰਿਆ, ਝਾਰਖੰਡ ਦੀ ਰਾਜਧਾਨੀ ਸਾਡੇ ਕੋਲ ਕਿਹੜੀ ਹੈ, ਰਾਂਚੀ। ਹੇਮੰਤ ਸੋਰੇਨ ਇੱਥੋਂ ਦੇ ਮੁੱਖ ਮੰਤਰੀ ਨੇ, ਅਤੇ ਰਮੇਸ਼ ਬੈਸ਼ ਕਹਿ ਲਓ ਜਾਂ ਤੁਸੀਂ, ਉਹ ਇੱਥੋਂ ਦੇ ਗਵਰਨਰ ਨੇ। 8 ਚੀਤੇ ਰਿਲੀਜ਼ ਕੀਤੇ ਗਏ ਨੇ ਕੂਨੋ ਨੈਸ਼ਨਲ ਪਾਰਕ ਦੇ ਵਿੱਚ, ਮੱਧ ਪ੍ਰਦੇਸ਼। ਇੰਪੋਰਟੈਂਟ ਹੈ ਕੁਐਸਚਨ। ਪ੍ਰਧਾਨ ਮੰਤਰੀ ਨੇ ਆਪਦੇ ਜਨਮ ਦਿਨ ਵਾਲੇ ਦਿਨ ਛੱਡੇ ਸੀ, ਬੜੀ ਵੀਡੀਓ ਚੱਲੀਆਂ ਸੀ, ਉਹ ਤੁਸੀਂ ਦੇਖੀਆਂ ਹੋਣੀਆਂ YouTube 'ਤੇ, ਕਿੰਨੀਆਂ ਵੀਡੀਓ ਵਾਇਰਲ ਹੋਈਆਂ ਨੇ। 8 ਚੀਤੇ ਲਿਆਂਦੇ ਸੀ ਕਿੱਥੋਂ, ਨਮੀਬੀਆ ਤੋਂ ਲਿਆਂਦੇ ਨੇ। ਇਹ ਵੀ ਯਾਦ ਕਰਨ ਵਾਲੀ ਚੀਜ਼ ਹੈ ਕਿ ਕਿੱਥੋਂ ਲਿਆਂਦੇ ਸੀ। ਤਾਂ ਨਮੀਬੀਆ ਅਫਰੀਕਾ ਦਾ ਦੇਸ਼ ਆ, ਨਮੀਬੀਆ। ਅਸਲ 'ਚ ਪਹਿਲਾ ਸਮਝੌਤਾ ਚੱਲਿਆ ਸੀ ਈਰਾਨ ਨਾਲ। ਠੀਕ ਹੈ, ਈਰਾਨ ਕੋਲੇ ਕੀ ਸੀਗਾ, ਏਸ਼ੀਅਨ ਚਿੱਤੇ ਨੇ ਈਰਾਨ ਦੇ ਕੋਲ। ਪਰ ਈਰਾਨ ਕਹਿੰਦਾ ਵੀ ਜਿਵੇਂ ਈਰਾਨ ਦੇ ਕੋਲ ਅੱਜ ਦੇ ਟਾਈਮ ਉਹਨਾਂ ਦੀ ਫੇਮਸ ਹੈ, ਯੂਨੀਕ ਚੀਜ਼ ਹੈ ਕਿਉਂਕਿ ਹੋਰ ਕਿਸੇ ਦੇਸ਼ 'ਚ ਨਹੀਂ ਹੈਗੇ। ਐਵੇਂ ਜਿਹੜੇ ਏਸ਼ੀਆਟਿਕ ਲਾਇਨਸ ਨੇ, ਏਸ਼ੀਆ ਦੇ ਸ਼ੇਰ, ਉਹ ਸਾਡੇ ਭਾਰਤ 'ਚ ਨੇ ਇਕੱਲੇ, ਹੋਰ ਕਿਤੇ ਨਹੀਂ ਹੈਗੇ। ਭਾਰਤ 'ਚ ਵੀ ਕਿੱਥੇ, ਗੀਰ ਫੋਰੈਸਟ ਹੈ ਇੱਕ, ਕਿੱਥੇ ਪੈਂਦਾ, ਗੁਜਰਾਤ 'ਚ ਪੈਂਦਾ, ਉੱਥੇ ਮਿਲਦੇ ਨੇ। ਉਹ ਕਹਿੰਦੇ ਐਂ ਕਰੋ ਸਾਨੂੰ ਸ਼ੇਰ ਦੇ ਦਿਓ, ਸਾਡੇ ਤੋਂ ਚੀਤਾ ਲੈ ਲਓ। ਮਤਲਬ ਫਿਰ ਉਹਨਾਂ ਨਾਲ ਸਮਝੌਤਾ ਹੋ ਨਹੀਂ ਪਾਇਆ, ਬਣੀ ਨਹੀਂ ਗੱਲ। ਫਿਰ ਆਪਣੇ ਵਾਲਿਆਂ ਨੇ ਨਮੀਬੀਆ ਤੋਂ ਮੰਗਾਇਆ। ਨਮੀਬੀਆ ਨੇ 8 ਭੇਜੇ ਸੀ ਸਾਨੂੰ, ਮਤਲਬ 1 ਕਰੋੜ 2 ਕਰੋੜ ਰੁਪਏ ਦਾ ਇੱਕ ਸੀਗਾ, ਅਤੇ ਉਹਨੂੰ ਲੈ ਕੇ ਆਏ। ਫਿਰ ਇੱਥੇ ਹੁਣ ਇੱਥੇ ਕੋਈ ਇਹੋ ਜਿਹੀ ਜਗ੍ਹਾ ਲੱਭਣੀ ਸੀ ਜਿੱਥੇ ਉਹਨਾਂ ਦਾ ਸਰਵਾਈਵਲ ਹੋ ਸਕੇ, ਰਹਿ ਸਕਣ ਵਿਚਾਰੇ, ਉੱਥੋਂ ਦਾ ਜਿਹੋ ਜਿਹਾ ਜੀਵਨ, ਉੱਥੇ ਜਿਹੋ ਜਿਹਾ ਇਨਵਾਇਰਮੈਂਟ ਉਹਨਾਂ ਨੂੰ ਚਾਹੀਦਾ ਸੀਗਾ, ਜਿਹੋ ਜਿਹੇ ਜੰਗਲ, ਉਹ ਸਾਰੀਆਂ ਚੀਜ਼ਾਂ ਇੱਥੇ ਬਣਾ ਕੇ ਦਿੱਤੀਆਂ। ਤਾਂ ਉਹਨਾਂ ਨੂੰ ਸਭ ਤੋਂ ਵੱਧ ਸੂਟ ਕਰਦੀ ਸੀ ਕੂਨੋ ਨੈਸ਼ਨਲ ਪਾਰਕ। ਕੂਨੋ ਨੈਸ਼ਨਲ ਪਾਰਕ ਕਿੱਥੇ ਮਿਲਦਾ, ਮੱਧ ਪ੍ਰਦੇਸ਼ ਦੇ ਵਿੱਚ। ਤਾਂ ਇਹ ਸਵਾਲ ਆਟੋਮੈਟਿਕਲੀ ਬਹੁਤ ਪੇਪਰਾਂ 'ਚ ਆ ਵੀ ਚੁੱਕਿਆ, ਅੱਗੇ ਵੀ ਆਉਣ ਦੇ ਚਾਂਸ ਨੇ, ਬਿਕੋਜ਼ ਇਹ ਹਰ ਨਿਊਜ਼ 'ਚ ਆਈ ਜਾਂਦਾ ਹਰ ਮਹੀਨੇ ਦੇ ਵਿੱਚ ਕਿਸੇ ਨਾ ਕਿਸੇ ਪਰਪਸ ਤੋਂ। ਹੁਣ ਨਿਊਜ਼ ਦੇ ਵਿੱਚ ਸੀ ਕਿ ਇੱਕ ਚੀਤਾ ਜਿਹੜਾ ਹੈਗਾ, ਉਹ ਚੀਤਾ ਸਹੀ ਨਹੀਂ ਨਿਕਲਿਆ, ਮਤਲਬ ਉਹਦੇ ਕੁਝ ਬਿਮਾਰੀ ਸੀਗੀ ਅੰਦਰੂਨੀ। ਤਾਂ ਉਹ ਹੁਣ ਨਮੀਬੀਆ ਨੂੰ ਵਾਪਸ ਕਰ ਰਹੇ ਨੇ ਵੀ ਭਾਈ ਚੀਤਾ ਬਦਲ ਕੇ ਦਿਓ, ਤੁਸੀਂ ਨੇ ਮਾੜਾ ਚੀਤਾ ਦਿੱਤਾ ਸਾਨੂੰ। ਤਾਂ ਕਰਕੇ ਇਹ ਨਿਊਜ਼ 'ਚ ਰਹਿੰਦਾ। ਤਾਂ ਇਸ ਚੀਜ਼ ਨੂੰ ਧਿਆਨ 'ਚ ਰੱਖ ਲਿਓ। ਅੱਗੇ ਆ ਜਾਓ,
ਅਗਲਾ ਜਿਹੜਾ ਸਾਡੇ ਕੋਲੇ ਆਉਂਦਾ, ਅੱਛਾ ਚੀਤੇ ਨੂੰ ਲੈ ਕੇ ਇੱਕ ਚੀਜ਼ ਪੁੱਛੀ ਜਾ ਸਕਦੀ ਹੁੰਦੀ ਆ, IUCN ਦੀ ਰੈੱਡ ਲਿਸਟ ਹੈ ਇੱਕ। IUCN ਇੱਕ ਸੰਸਥਾ ਹੈਗੀ ਜਿਹੜੀ ਕਿ ਇਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰਦੀ ਹੈ, ਸਪੀਸ਼ੀਜ਼ ਨੂੰ, ਜਿੰਨੀਆਂ ਵੀ ਜਾਨਵਰਾਂ ਦੀਆਂ ਸਪੀਸ਼ੀਜ਼ ਨੇ ਉਹ ਇਹਨਾਂ ਨੂੰ ਵੱਖਰੀਆਂ ਵੱਖਰੀਆਂ, ਜਿਵੇਂ ਇੰਡੇਂਜਰਡ ਕੈਟੇਗਰੀ, ਕ੍ਰਿਟੀਕਲੀ ਇੰਡੇਂਜਰਡ ਕੈਟੇਗਰੀ, ਵਲਨਰੇਬਲ ਕੈਟੇਗਰੀ, ਠੀਕ ਹੈ, ਐਵੇਂ ਕੈਟੇਗਰੀਆਂ 9 ਕੈਟੇਗਰੀਆਂ ਨੇ ਜਿਨ੍ਹਾਂ ਦੇ ਵਿੱਚ ਉਹ ਵੰਡਦੀ ਹੈ। ਜਿੰਨੀ ਉਹਨਾਂ ਦੀ ਮਾੜੀ ਹਾਲਤੂ ਸੰਖਿਆ ਘਟੀ ਜਾਊਗੀ ਉਨੀ ਹੀ ਕ੍ਰਿਟੀਕਲ ਉਹਨਾਂ ਦੀ ਸਟੇਟ ਬਣੀ ਜਾਊਗੀ, ਠੀਕ ਹੈ। ਤਾਂ ਇਹਦੇ ਵਿੱਚ ਜਿਵੇਂ ਵਲਨਰੇਬਲ ਤੋਂ ਬਾਅਦ ਇੰਡੇਂਜਰਡ ਹੁੰਦਾ, ਟੌਪ 'ਤੇ ਕ੍ਰਿਟੀਕਲ ਇੰਡੇਂਜਰਡ ਹੁੰਦਾ। ਜੇ ਕ੍ਰਿਟੀਕਲ ਇੰਡੇਂਜਰਡ ਹੋ ਗਿਆ ਮਤਲਬ ਹੁਣ ਉਹ ਖਾਤਮੇ ਦੇ ਨੇੜੇ ਹੀ ਹੈ। ਇਦੋਂ ਬਾਅਦ ਫਿਰ ਉਹ ਐਕਸਟਿੰਕਟ ਹੀ ਹੋ ਜਾਂਦਾ, ਮਤਲਬ ਜੰਗਲ 'ਚ ਮਿਲਦਾ ਹੀ ਨਹੀਂ ਕਿਤੇ, ਧਰਤੀ ਤੋਂ ਖਤਮ ਹੀ ਹੋ ਚੁੱਕਿਆ, ਠੀਕ ਹੈ। ਪਹਿਲਾਂ ਐਕਸਟਿੰਕਟ ਇਨ ਵਾਈਲਡ ਹੁੰਦਾ, ਫਿਰ ਜਮੀ ਐਕਸਟਿੰਕਟ ਹੋ ਜਾਂਦਾ, ਟੋਟਲੀ ਐਕਸਟਿੰਕਟ ਖਤਮ ਹੋ ਜਾਂਦਾ। ਐਵੇਂ 9 ਪੂਰੀਆਂ ਉਹ ਨੇ ਜਿਹੜੀਆਂ ਇਹਨਾਂ ਨੂੰ ਡੈਜ਼ਿਗਨੇਸ਼ਨ ਦਿੱਤੀਆਂ ਜਾਂਦੀਆਂ ਨੇ, ਜਾਂ ਤੁਸੀਂ ਰੈਂਕ ਦਿੱਤੇ ਜਾਂਦੇ ਨੇ। ਰੈਂਕ ਤਾਂ ਨਹੀਂ ਤੁਸੀਂ ਕਹਿ ਸਕਦੇ, ਮਤਲਬ ਇਹਨਾਂ ਦੀ ਸਟੇਟ ਦੇ ਆਧਾਰ 'ਤੇ ਇਹਨਾਂ ਨੂੰ ਡੈਜ਼ਿਗਨੇਟ ਕਰਦੇ ਹਾਂ ਆਪਾਂ, IUCN ਰੈੱਡ ਲਿਸਟ ਦੇ ਵਿੱਚ ਪਾਉਂਦੇ ਹਾਂ। ਤਾਂ ਇਹਨੂੰ ਵਲਨਰੇਬਲ ਹੈ। ਇਹ ਸਵਾਲ ਬਹੁਤ ਇੰਪੋਰਟੈਂਟ ਹੈ, ਇਹ ਪੁੱਛਿਆ ਜਾ ਸਕਦਾ ਕਿ ਚੀਤਾ ਕਿ IUCN ਦੀ ਲਿਸਟ ਦੇ ਵਿੱਚ ਕਿੱਥੇ ਆਉਂਦਾ, ਤਾਂ ਵਲਨਰੇਬਲ ਕੈਟੇਗਰੀ 'ਚ ਆਉਂਦਾ। ਇੱਕ ਪੁੱਛਣਗੇ ਕਿ ਜਿਹੜਾ ਸਾਡਾ ਜੰਗਲੀ ਜੀਵ ਨੂੰ ਲੈ ਕੇ ਉਹਦੀ ਸੁਰੱਖਿਆ ਵਾਸਤੇ ਐਕਟ ਬਣਿਆ ਹੋਇਆ, ਜਿਹਨੂੰ ਵਾਈਲਡ ਲਾਈਫ ਪ੍ਰੋਟੈਕਸ਼ਨ ਐਕਟ 1972 ਕਿਹਾ ਜਾਂਦਾ ਹੈ, ਉਸ ਐਕਟ ਦੇ ਕਿਹੜੇ ਸ਼ਡਿਊਲ 'ਚ ਪੈਂਦੀ ਹੈ ਇਹ, ਤਾਂ ਉਹਦੀ ਜਿਹੜੀ ਸੂਚੀ ਨੰਬਰ 1 ਹੈ, ਤਾਂ ਸੂਚੀ ਨੰਬਰ ਸ਼ਡਿਊਲ 1 ਦੇ ਵਿੱਚ ਇਹ ਪਾਇਆ ਜਾਂਦਾ ਚੀਤਾ। ਤਾਂ ਇਸ ਗੱਲ ਨੂੰ ਵੀ ਤੁਸੀਂ ਯਾਦ ਰੱਖ ਲਿਓ। ਅੱਗੇ ਆ ਜਾਓ। ਤੇਲੰਗਾਨਾ ਦੀ ਸਰਕਾਰ ਨੇ ਫੈਸਲਾ ਲਿਆ ਕਿ ਨਵੇਂ ਇੰਟੀਗ੍ਰੇਟਿਡ ਸੈਕਟਰੀਏਟ ਕੰਪਲੈਕਸ ਬਣਾਇਆ ਜਾਊਗਾ। ਨਹੀਂ, ਉਹਦਾ ਨਾਮ ਰੱਖਣ ਦੀ ਲੋੜ ਉਹ ਕਰ ਰਹੇ ਨੇ, ਉਹਦਾ ਨਾਮ ਅਸੀਂ ਰੱਖਾਂਗੇ ਵੀ ਬਾਬਾ ਸਾਹਿਬ BR ਅੰਬੇਦਕਰ। ਜਿਹੜਾ ਇਹਨਾਂ ਦਾ ਨਵਾਂ ਇੰਟੀਗ੍ਰੇਟਿਡ ਕੋਈ ਸੈਕਟਰੀਏਟ ਬਣਾਇਆ ਹੋਣਾ ਇਹਨਾਂ ਨੇ, ਜਿਵੇਂ ਹੁਣ ਸਾਰੀਆਂ ਸਰਕਾਰਾਂ ਅਸਲ 'ਚ ਕਰਦੀਆਂ ਹੀ ਹੁੰਦੀਆਂ ਨੇ, ਠੀਕ ਹੈ। ਜਦੋਂ ਬਹੁਤੀ ਪੁਰਾਣੀ ਬਿਲਡਿੰਗ ਹੋ ਗਈ ਕਿ ਨਵਾਂ, ਜਿਵੇਂ ਹੁਣ ਸੰਸਦ ਦੀ ਨਵੀਂ ਬਣ ਰਹੀ ਹੈ ਸਾਡੀ, ਤਾਂ ਹੋਰ ਛੱਡੋ ਤੁਸੀਂ, ਠੀਕ ਹੈ। ਤਾਂ ਇਹਨਾਂ ਨੇ ਜਿਹੜਾ ਇਹ ਨਵਾਂ ਬਣਾਇਆ, ਇਹਦਾ ਨਾਮ ਕਿਹਦੇ ਤੋਂ ਰੱਖਿਆ, BR ਅੰਬੇਦਕਰ ਤੋਂ, ਬਾਬਾ ਸਾਹਿਬ BR ਅੰਬੇਦਕਰ ਤੋਂ। ਕਿਹਦਾ ਇਹ, ਤੇਲੰਗਾਨਾ ਨੇ। ਤਾਂ ਇਹ ਤਾਂ ਸਿੱਧਾ ਫੈਕਟ ਹੀ ਹੈ, ਯਾਦ ਕਰਨਾ ਪਊ ਆਪਾਂ ਨੂੰ। ਤੇਲੰਗਾਨਾ ਦੀ ਰਾਜਧਾਨੀ ਹੈਦਰਾਬਾਦ ਹੈ, ਮੁੱਖ ਮੰਤਰੀ ਚੰਦਰ ਸ਼ੇਖਰ ਰਾਓ ਨੇਗੇ, ਠੀਕ ਹੈ, ਆਹ ਗੱਲ ਯਾਦ ਰੱਖ ਲਿਓ। ਅਤੇ ਰਾਜਪਾਲ ਪੁੱਛ ਲਿਆ ਜਾਵੇ ਤਾਂ ਤਮਿਲਿਸਾਈ ਸੁੰਦਰਰਾਜਨ ਲੇਡੀਜ਼ ਹੈ ਇੱਕ, ਠੀਕ ਹੈ, ਵੀ ਬੜੀ ਨਿਊਜ਼ ਦੇ ਵਿੱਚ ਰਹਿੰਦੀ ਹੈ। ਤਮਿਲਿਸਾਈ ਸੁੰਦਰਰਾਜਨ ਯਾਦ ਰੱਖ ਲਿਓ, ਤੇਲੰਗਾਨਾ ਦੀ ਕੀ ਹੈਗੀ, ਗਵਰਨਰ ਹੈ, ਰਾਜਪਾਲ ਹੈ। ਦਿੱਲੀ ਪੰਜਾਬ ਨੇ ਜੁਆਇਨ ਕੀਤੇ ਨੇ ਹੈਂਡਸ ਟੂ ਕਰਬ ਸਟਬਲ ਬਰਨਿੰਗ ਥਰੂ ਬਾਇਓਡੀਕੰਪੋਜ਼ਰ। ਇਹ ਇੰਪੋਰਟੈਂਟ ਹੋ ਸਕਦਾ, ਜਿਹੜੀ ਪਰਾਲੀ ਨੂੰ ਸਾੜ ਕੇ ਹੈ ਨਾ ਪ੍ਰਦੂਸ਼ਣ ਹੁੰਦਾ, ਉਹਨੂੰ ਕੰਟਰੋਲ ਕਰਨ ਵਾਸਤੇ ਦਿੱਲੀ ਨੇ ਪੰਜਾਬ ਨਾਲ ਹੱਥ ਮਿਲਾਏ ਨੇ, ਠੀਕ ਹੈ, ਕਿ ਬਾਇਓਡੀਕੰਪੋਜ਼ਰਸ ਦੇ ਥਰੂ ਇਹਨਾਂ ਦਾ ਕੰਟਰੋਲ ਕਰਿਆ ਜਾਵੇ, ਠੀਕ ਹੈ। ਤਾਂ ਇਹ ਤਾਂ ਹੋਣਾ ਹੀ ਸੀ, ਕਿਉਂਕਿ ਦੋਨਾਂ ਥਾਂ 'ਤੇ ਜਦੋਂ ਉਹਦੀ ਸਰਕਾਰ ਹੈ, ਸਿੰਪਲੀ ਦੇਖਿਆ ਜਾਵੇ ਆਮ ਆਦਮੀ ਪਾਰਟੀ ਦੀ, ਤਾਂ ਇਹ ਇਹਨਾਂ ਨਾਲ ਹੀ ਹੱਥ ਮਿਲਾ ਸਕਦੇ ਨੇ, ਹੋਰ ਤਾਂ ਕਿਹਦੇ ਨਾਲ ਮਿਲਾਉਣਗੇ। ਜਿਹੜੇ ਇਹ ਪੂਸਾ ਬਾਇਓਡੀਕੰਪੋਜ਼ਰ ਹੈਗੇ ਨੇ, ਇਹ ਇੱਕ ਮਾਈਕਰੋਬੀਅਲ ਸੋਲਿਊਸ਼ਨ ਹੈ ਜਿਹੜਾ ਡੀਕੰਪੋਜ਼ ਕਰ ਦਿੰਦਾ 15 ਤੋਂ 20 ਦਿਨਾਂ 'ਚ। ਮਤਲਬ ਮਾਈਕਰੋਬਸ, ਬੈਕਟੀਰੀਆ ਵਗੈਰਾ ਸਿੱਟ ਕੇ ਉਹਦੇ ਉੱਤੇ ਉਹਨੂੰ 15-20 ਦਿਨਾਂ ਦੇ ਵਿੱਚ ਗਾਲ ਦਿੱਤਾ ਜਾਂਦਾ, ਗਲ ਜਾਂਦੇ ਆ ਪੂਰੇ ਦੇ ਪੂਰੇ, ਜਿਹੜਾ ਆਪਣੇ ਕਰਚੇ ਹੁੰਦੇ ਨੇ, ਜਿਹੜੀ ਪਰਾਲੀ ਹੁੰਦੀ ਹੈ, ਅਤੇ ਉਹ ਗਲ ਕੇ ਜ਼ਮੀਨ ਦੇ ਵਿੱਚ ਹੀ ਮਿਕਸ ਹੋ ਜਾਂਦੀ ਹੈ, ਅਤੇ ਜ਼ਮੀਨ ਦੀ ਵੀ ਉਪਜਾਊ ਸ਼ਕਤੀ ਨੂੰ ਵਧਾਉਂਦੀ ਹੈ, ਠੀਕ ਹੈ। ਅਤੇ 2022 'ਚ ਟੋਟਲ ਏਰੀਆ ਅੰਡਰ ਪੈਡੀ ਕਲਟੀਵੇਸ਼ਨ ਪੰਜਾਬ 'ਚ 29 ਤੋਂ 30 ਲੱਖ ਹੈਕਟੇਅਰ ਇੰਨੇ ਏਰੀਏ ਦੇ ਵਿੱਚ ਸਾਡੇ ਝੋਨਾ ਲਾਇਆ ਗਿਆ ਸੀਗਾ, ਠੀਕ ਹੈ। ਤਾਂ ਇਹਦੇ ਇਹੋ ਜਿਹੀਆਂ ਸਕੀਮਾਂ ਤਾਂ ਲਿਆਉਣੀਆਂ ਜ਼ਰੂਰੀ ਹੈ ਹੀ ਨੇ ਪੰਜਾਬ ਵਾਸਤੇ, ਤਾਂ ਇਹ ਵੀ ਇੱਕ ਉਪਰਾਲਾ ਦਿੱਲੀ ਨਾਲ ਰਲ ਕੇ ਸਰਕਾਰ ਨੇ ਕਰਿਆ। ਕੇਂਦਰੀ ਮੰਤਰੀ ਜਿਹੜੇ ਰੋਡ ਟਰਾਂਸਪੋਰਟ ਅਤੇ ਹਾਈਵੇਜ਼ ਦੇ ਕੌਣ ਨੇ, ਨਿਤਿਨ ਗਡਕਰੀ ਜੀ, ਠੀਕ ਹੈ। ਉਹਨਾਂ ਨੇ ਇਨੋਗਰੇਟ ਕੀਤਾ ਅਤੇ ਫਾਊਂਡੇਸ਼ਨ ਸਟੋਨ ਰੱਖਿਆ 7 ਨੈਸ਼ਨਲ ਹਾਈਵੇ ਪ੍ਰੋਜੈਕਟਸ ਦਾ ਮੱਧ ਪ੍ਰਦੇਸ਼ ਦੇ ਵਿੱਚ। ਨੋਰਮਲ ਗੱਲ ਹੈ, ਕੋਈ ਬੜਾ ਇਹਨੂੰ ਡਿਟੇਲ 'ਚ ਜਾਣ ਦੀ ਲੋੜ ਨਹੀਂ ਹੈਗੀ। ਤਾਂ ਨਿਤਿਨ ਗਡਕਰੀ ਜੀ ਯਾਦ ਕਰ ਲਿਓ। ਇਹਨਾਂ ਦੇ ਹੋਰ ਕੋਈ ਕੁਐਸਚਨ ਉਪਰਾਲੇ 'ਤੇ ਆਉਂਦਾ ਤਾਂ ਉਹਨੂੰ ਆਪਾਂ ਬਹੁਤ ਧਿਆਨ 'ਚ ਦੇਖਾਂਗੇ, ਤਾਂ ਇਹ ਕੋਈ ਵਾਲਾ ਉਹ ਨਹੀਂ ਸੀ। ਮੱਧ ਪ੍ਰਦੇਸ਼ ਦੇ ਬਾਰੇ ਗੱਲ ਕਰ ਲੈਂਦੇ ਹਾਂ। ਮੱਧ ਪ੍ਰਦੇਸ਼ ਦਾ ਭੋਪਾਲ ਰਾਜਧਾਨੀ ਹੈ, ਅਤੇ ਮੁੱਖ ਮੰਤਰੀ ਦਾ ਨਾਮ ਸ਼ਿਵਰਾਜ ਸਿੰਘ ਚੌਹਾਨ ਹੈ, ਅਤੇ ਮੰਗੂ ਬਾਈ ਸੀ ਪਟੇਲ ਜਿਹੜੇ ਹੈਗੇ ਨੇ ਉਹ ਇੱਥੋਂ ਦੇ ਗਵਰਨਰ ਨੇ। ਮਨੀਪੁਰ ਦੇ ਵਿੱਚ ਜਿਹੜੇ CM ਮੁੱਖ ਮੰਤਰੀ ਨੇ ਬੀਰੇਨ ਸਿੰਘ, ਉਹਨਾਂ ਨੇ ਇੱਕ ਪੋਰਟਲ ਲਾਂਚ ਕੀਤਾ, ਨਾਮ ਹੈਗਾ CM ਦਾ ਹੈਸੀ। ਇਹ ਮਨੀਪੁਰੀ ਦੇ ਵਿੱਚ ਹੈ। ਵੈਸੇ ਇਹਦਾ ਮਤਲਬ ਹੈਗਾ ਲੈਟਸ ਇਨਫੋਰਮ ਦਾ CM ਨੂੰ ਸਿੱਧਾ, ਜਿਵੇਂ ਆਪਣੇ ਮੁੱਖ ਮੰਤਰੀ ਨੇ ਇੱਕ ਨੰਬਰ ਜਾਰੀ ਕਰਤਾ ਨਾ ਵੀ ਜਿਹੜੀ ਕੰਪਲੇਂਟ ਆ ਸਿੱਧੀ ਮੈਨੂੰ ਆਵੇ, ਤਾਂ ਐਵੇਂ ਹੀ ਇਹ ਮਨੀਪੁਰ ਦੇ CM ਬੀਰੇਨ ਸਿੰਘ ਨੇ ਕੀਤਾ। ਇਹਨੇ ਇੱਕ ਪੋਰਟਲ ਲਾਂਚ ਕੀਤਾ, ਨਾਮ ਹੈਗਾ CM ਦੇ ਹੱਸੀ। ਤਾਂ ਇਹ ਇੰਪੋਰਟੈਂਟ ਹੈ, ਸਵਾਲ ਬਣ ਸਕਦਾ ਕਿ ਕਿਹੜੇ ਨੇ ਕੀਤਾ। ਜਿਹੜੇ ਵੀ ਤੁਹਾਡੀਆਂ ਪਬਲਿਕ ਗ੍ਰੀਵੈਂਸਿਸ ਨੇ, ਕੋਈ ਕੰਪਲੇਂਟਸ ਨੇ, ਕਹਿੰਦਾ ਸਿੱਧੀਆਂ ਸਾਨੂੰ ਭੇਜੋ, ਅਸੀਂ ਦੇਖਦੇ ਹਾਂ ਫਿਰ ਉਹਨੂੰ, ਠੀਕ ਹੈ। ਕੰਪਲੇਂਟਸ ਰਿਸੀਵ ਕਰਨੀਆਂ ਜਨਰਲ ਪਬਲਿਕ ਦੇ ਵਿੱਚ, ਅਤੇ ਫਿਰ ਉਹਦੇ ਉੱਤੇ ਅਸੀਂ ਅੱਗੇ ਕੋਈ ਫੈਸਲਾ ਲਵਾਂਗੇ। ਤਾਂ ਇਹ ਹੈ ਇਸ ਪੋਰਟਲ ਦੇ ਵਿੱਚ। ਬਿਹਾਰ ਗੌਰਮੈਂਟ ਨੇ ਨੋ ਬੈਗ ਡੇ, ਦਿਸ ਇਜ਼ ਆਲਸੋ ਵੈਰੀ ਇੰਪੋਰਟੈਂਟ, ਨੋ ਬੈਗ ਡੇ ਇੰਟਰੋਡਿਊਸ ਕੀਤਾ, ਠੀਕ ਹੈ। ਸਕੂਲਾਂ ਦੇ ਵਾਸਤੇ ਹੀ ਹੋਊਗਾ
ਬਿਹਾਰ ਗੌਰਮੈਂਟ ਨੇ ਇੰਟਰੋਡਿਊਸ ਕੀਤਾ ਨੋ ਬੈਗ ਡੇ ਸਕੂਲਸ ਦੇ ਵਿੱਚ। ਉਸ ਦਿਨ ਮੈਂਡੇਟਰੀ ਗੇਮਸ, ਮਤਲਬ ਕੀ ਹੋਊਗਾ ਕਿ ਮੈਂਡੇਟਰੀ ਗੇਮਸ ਵੀ ਜ਼ਰੂਰ ਰੱਖਤੀਆਂ ਇਹਨਾਂ ਨੇ, ਐਟਲੀਸਟ ਵੰਸ ਆ ਵੀਕ ਟੂ ਰਿਡਿਊਸ ਦਾ ਬਰਡਨ ਔਨ ਸਟੂਡੈਂਟਸ। ਹਫ਼ਤੇ 'ਚ ਇੱਕ ਦਿਨ ਮੈਂਡੇਟਰੀ ਗੇਮਸ ਹੋਣੀਆਂ ਚਾਹੀਦੀਆਂ ਨੇ, ਉਦਣ ਬੱਚੇ ਸਕੂਲ ਬੈਗ ਹੀ ਨਾ ਲੈ ਕੇ ਆਉਣ, ਠੀਕ ਹੈ, ਤਾਂ ਕਿ ਬੱਚਿਆਂ ਨੂੰ ਇਹ ਐਕਟੀਵਿਟੀਜ਼ ਦੇ ਵਿੱਚ ਇਨਵੋਲਵ ਕੀਤਾ ਜਾ ਸਕੇ। ਅਤੇ ਸਿਰਫ ਲੰਚ ਬਾਕਸ ਲੈ ਕੇ ਆਪਣੇ ਪਹੁੰਚ ਜਾਓ, ਕਿਤਾਬਾਂ ਲਿਆਉਣ ਦੀ ਲੋੜ ਨਹੀਂ, ਬੈਗ ਲਿਆਉਣ ਦੀ ਲੋੜ ਨਹੀਂ, ਠੀਕ ਆ। ਕਿਹਨੇ ਕਰੀ ਹੈ ਇਹ? ਬਿਹਾਰ ਗੌਰਮੈਂਟ ਨੇ। ਇੰਪੋਰਟੈਂਟ, ਚੰਗਾ ਉਪਰਾਲਾ। ਪਟਨਾ ਰਾਜਧਾਨੀ। ਅੱਛਾ, ਮਧੂਬਨੀ ਪੇਂਟਿੰਗਸ। ਮਧੂਬਨੀ ਪੇਂਟਿੰਗਸ ਬਹੁਤ ਪੇਪਰ ਪੁੱਛਦਾ ਹੁੰਦਾ ਕਿ ਮਧੂਬਨੀ ਪੇਂਟਿੰਗਸ ਕਿੱਥੋਂ ਦੀਆਂ ਮਸ਼ਹੂਰ ਨੇ, ਤਾਂ ਮਧੂਬਨੀ ਪੇਂਟਿੰਗਸ ਹੈਗੀਆਂ ਨੇ ਬਿਹਾਰ ਦੀਆਂ ਮਸ਼ਹੂਰ। ਬਿਹਾਰ 'ਚ ਲੋਕ ਸਭਾ ਦੀਆਂ 40 ਸੀਟਾਂ ਨੇ, ਠੀਕ ਹੈ, ਅਤੇ ਮੈਂਬਰ ਨੇ ਜਿਹੜੇ, ਅਤੇ ਰਾਜ ਸਭਾ ਦੇ ਜੇ ਪੁੱਛ ਲਏ ਜਾਣ ਤਾਂ 16 ਮੈਂਬਰ ਨੇ। ਆਹ ਕੁਛ ਫੋਕ ਡਾਂਸਿਸ ਇਹਨਾਂ ਦੇ ਜਿਵੇਂ ਬੜੇ ਮਸ਼ਹੂਰ ਨੇ। ਇੱਕ ਚਾਊ, ਚਾਊ ਪੁੱਛਿਆ ਜਾਂਦਾ ਹੁੰਦਾ ਕਿੱਥੋਂ ਦਾ, ਬਹੁਤ ਜ਼ਿਆਦਾ ਮਸ਼ਹੂਰ ਹੈ। ਇੱਕ ਜਿਲਹੀਆ, ਝਰਨੀ, ਠੀਕ ਆ। ਆਹ ਕੁਛ ਹੈਗੇ ਨੇ ਡੋਮ ਕੱਛ। ਇਹ ਸਾਰੀਆਂ ਫੋਕ ਲੋਕ ਨਾਚ ਨੇ ਕਿੱਥੇ, ਜਿਹੜੇ ਇੱਥੇ ਦੇਖਣ ਨੂੰ ਮਿਲਦੇ ਨੇ ਸਾਨੂੰ। ਮਹਾਰਾਸ਼ਟਰਾ ਦੇ ਵਿੱਚ ਦੌਲਤਾਬਾਦ ਫੋਰਟ ਹੈ, ਉਹਦਾ ਨਾਮ ਦੇਵਗਿਰੀ ਫੋਰਟ ਰੱਖ ਰਹੇ ਨੇ ਹੁਣ। ਪਹਿਲਾਂ ਦੌਲਤਾਬਾਦ ਫੋਰਟ ਨਾਮ ਸੀਗਾ, ਨਾਮ ਬਦਲ ਕੇ ਕਰਤਾ ਦੇਵਗਿਰੀ ਫੋਰਟ। ਤਾਂ ਮਹਾਰਾਸ਼ਟਰਾ ਦੇ ਜਿਹੜੇ ਟੂਰਿਜ਼ਮ ਮੰਤਰੀ ਨੇ ਉਹਨਾਂ ਨੇ ਇਹ ਫੈਸਲਾ ਲਿਆ ਹੁਣੀ, ਠੀਕ ਹੈ, ਕਿ ਇੱਕ ਨੈਸ਼ਨਲ ਲੈਵਲ ਦਾ ਹੈਰੀਟੇਜ ਮੋਨੂਮੈਂਟ ਹੈ ਸਾਡਾ, ਤਾਂ ਇਹਦਾ ਨਾਮ ਅਸੀਂ ਬਦਲ ਰਹੇ ਹਾਂ। ਇਸ ਤੋਂ ਪਹਿਲਾਂ ਜੇ ਤੁਹਾਨੂੰ ਯਾਦ ਹੋਵੇ ਤਾਂ ਇੱਥੋਂ ਦਾ ਇੱਕ ਸ਼ਹਿਰ ਸੀ, ਸ਼ਹਿਰ ਦਾ ਨਾਮ ਸੀ ਔਰੰਗਾਬਾਦ, ਉਹਦਾ ਨਾਮ ਬਦਲ ਕੇ ਵੀ ਇਹਨਾਂ ਨੇ ਸ਼ੰਭਾਜੀ ਨਗਰ ਰੱਖਤਾ ਸੀ। ਤਾਂ ਇਹ ਵੀ ਯਾਦ ਕਰ ਲਿਓ ਕਿ ਔਰੰਗਾਬਾਦ ਦਾ ਨਾਮ ਬਦਲ ਕੇ ਕੀ ਕਰਤਾ, ਸ਼ੰਭਾਜੀ, ਅਤੇ ਦੌਲਤਾਬਾਦ ਫੋਰਟ ਦਾ ਨਾਮ ਬਦਲ ਕੇ ਕੀ ਕਰਤਾ, ਦੇਵਗਿਰੀ ਫੋਰਟ ਕਰਤਾ। ਮਹਾਰਾਸ਼ਟਰਾ ਸਰਕਾਰ ਦੁਆਰਾ ਕੀਤੇ ਗਏ ਨੇ, ਸਿੱਧੇ ਨਾਮ ਹੀ ਯਾਦ ਹੋਣ। ਜਿਹੜਾ ਇਹ ਦੌਲਤਾਬਾਦ ਫੋਰਟ ਸੀ ਨਾ, ਇੱਕ ਯਾਦਵਾ ਹੋਏ ਨੇ, ਯਾਦਵਾ ਡੈਂਸਿਟੀ ਹੋਈ ਹੈ, ਠੀਕ ਹੈ। ਇਹਨਾਂ ਦੀ ਰਾਜਧਾਨੀ ਮੰਨਿਆ ਜਾਂਦਾ ਸੀ, ਦਿੱਲੀ ਸਲਤਨਤ ਦੇ ਟਾਈਮ ਦੇ ਉੱਤੇ ਸੀ ਇਹ ਯਾਦਵਾ ਡੈਂਸਿਟੀ, ਠੀਕ ਹੈ। ਅਤੇ ਇਹਦਾ ਨਾਮ ਰੱਖਿਆ ਸੀਗਾ ਜਿਹੜਾ ਫੋਰਟ ਦਾ, ਦੌਲਤਾਬਾਦ, ਬੇਸਿਕਲੀ ਇਹ ਕੀਤਾ ਸੀਗਾ ਮੁਹੰਮਦ ਬਿਨ ਤੁਗਲਕ ਨੇ, ਠੀਕ ਹੈ। ਐਕਚੁਅਲੀ ਕੀ ਸੀਗਾ ਕਿ ਦੇਵਾਗਿਰੀ ਪਿੰਡ ਦੇ ਨੇੜੇ ਸਥਿਤ ਹੈ, ਅਤੇ ਪਹਿਲਾਂ ਤਾਂ ਇਹਦਾ ਨਾਮ ਜਿਹੜਾ ਹੈਗਾ ਸੀਗਾ, ਇਹ ਨਹੀਂ ਸੀਗਾ ਇਹਦਾ ਨਾਮ ਐਗਜ਼ੈਕਟਲੀ ਦੌਲਤਾਬਾਦ, ਠੀਕ ਹੈ। ਇਹਦਾ ਨਾਮ ਦੌਲਤਾਬਾਦ ਰੱਖਣ ਵਾਲਾ ਮੁਹੰਮਦ ਬਿਨ ਤੁਗਲਕ ਸੀ। ਜੇ ਤੁਹਾਨੂੰ ਤੁਗਲਕ ਵੰਸ਼ ਦੇ ਬਾਰੇ ਪਤਾ ਹੋਵੇ ਤਾਂ ਮੁਹੰਮਦ ਬਿਨ ਤੁਗਲਕ ਵੀ ਤੁਸੀਂ ਸੁਣਿਆ ਹੋਊਗਾ, ਤਾਂ ਉਹਨੇ ਰੱਖਿਆ ਸੀ। ਬਸ ਇਹਨਾਂ ਨੇ ਵਾਪਸ ਲਿਆ ਕੇ ਦੇਵਗਿਰੀ ਪਿੰਡ ਦੇ ਨੇੜੇ ਹੋਣ ਕਰਕੇ ਦੁਬਾਰਾ ਦੇਵਗਿਰੀ ਕਰਤਾ, ਤਾਂ ਇਹ ਹੋਇਆ। ਅੱਗੇ ਆ ਜਾਓ। ਤੇਲੰਗਾਨਾ ਦੀ ਸਰਕਾਰ ਨੇ ਅਨਾਊਂਸ ਕੀਤਾ ਕਿ ਅਸੀਂ ਜਿਹੜੀ ST ਰਿਜ਼ਰਵੇਸ਼ਨ ਆ ਨਾ, ਉਹਨੂੰ ਅਸੀਂ 6 ਤੋਂ 10% ਵਧਾਉਣ ਜਾ ਰਹੇ ਹਾਂ, ਸ਼ਡਿਊਲ ਟਰਾਈਬ ਦੀ, ਠੀਕ ਹੈ। ਇਹ ਵੀ ਇੱਕ ਇੰਪੋਰਟੈਂਟ ਕੁਐਸਚਨ ਹੈ ਕਿ ਸ਼ਡਿਊਲ ਟਰਾਈਬ ਦੀ ਜਿਹੜੀ ਰਿਜ਼ਰਵੇਸ਼ਨ ਹੈ, ਜਿਹੜੀ ਉਹਨਾਂ ਦੀ ਰਾਖਵਾਂਕਰਨ ਹੈ, ਉਹ 6 ਤੋਂ 10% ਤੱਕ ਵਧਾਉਣ ਦਾ ਫੈਸਲਾ ਕਿਹੜੇ ਸੂਬੇ ਨੇ ਕਰਿਆ? ਤੇਲੰਗਾਨਾ ਦੇ CM ਚੰਦਰ ਸ਼ੇਖਰ ਰਾਓ ਜੀ ਨੇ ਇਹ ਫੈਸਲਾ ਕੀਤਾ। ਅੱਗੇ ਆ ਜਾਓ। ਇਹਨਾਂ ਦੀ ਇੱਕ ਸਕੀਮ ਵੀ ਨਵੀਂ ਲਾਂਚ ਕੀਤੀ ਇਹਨਾਂ ਨੇ, ਉਹ ਵੀ ਯਾਦ ਕਰ ਲਿਓ। ਗਿਰੀਜਨਾ ਬੰਧੂ ਔਨ ਦਾ ਲਾਈਨਸ ਆਫ ਦਲਿਤ ਬੰਧੂ ਫॉर ਸ਼ਡਿਊਲ ਕਾਸਟ ਇਨ ਦਾ ਸਟੇਟ। ਦੇਖੋ, SCਆਂ ਵਾਸਤੇ ਇੱਕ ਸਕੀਮ ਇਹਨਾਂ ਦੀ ਚੱਲਦੀ ਆ ਦਲਿਤ ਬੰਧੂ, ਇਹਦੇ ਤਰਕ ਦੀ ਇਹਨਾਂ ਨੇ ਸਕੀਮ ਲਿਆਤੀ ਗਿਰੀਜਨਾ ਬੰਧੂ। ਜਿਹੜੀ ਗਿਰੀਜਨਾ ਬੰਧੂ ਹੈ ਇਹ ਆਦੀਵਾਸੀਆਂ ਵਾਸਤੇ ਹੈ, ਜਿਹੜੀ ਇਹ SC ਕਾਸਟ ਵਾਸਤੇ ਸੀ। ਇਹ ਸਕੀਮ ਦੇ ਤਹਿਤ 10 ਲੱਖ ਤੱਕ ਰੁਪਈਆ ਹਰ ਫੈਮਿਲੀ ਨੂੰ ਦਿੱਤਾ ਜਾਊਗਾ, ਠੀਕ ਹੈ। ਇਹ ਜਿਹੜੀ ਪਰਟੀਕੂਲਰ ਸਕੀਮ ਹੈ ਤਾਂ ਕਿ ਉਹ ਆਪਦਾ ਛੋਟਾ ਮੋਟਾ ਕੋਈ ਕਾਰੋਬਾਰ ਤੋਰ ਸਕਣ। ਅਤੇ ਗਿਰੀਜਨਾ ਬੰਧੂ ਅਤੇ ਦਲਿਤ ਬੰਧੂ ਦੋਨੋਂ ਹੀ ਤੇਲੰਗਾਨਾ ਦੀਆਂ ਸਕੀਮਾਂ ਨੇ। ਅਡਾਨੀ ਗ੍ਰੀਨ ਹੈਜ਼ ਕਮਿਸ਼ਨਡ ਇੰਨਾ ਪਾਵਰ ਪਲਾਂਟ ਮੱਧ ਪ੍ਰਦੇਸ਼। ਦੇਖੋ, ਪਹਿਲਾਂ ਤਾਂ ਬੜੇ ਕਰ ਰਹੇ ਸੀ, ਪਰ ਹੁਣ ਥੋੜ੍ਹਾ ਜਿਹਾ ਥੰਮ ਲੱਗਿਆ ਇਹਨਾਂ ਨੂੰ, ਠੀਕ ਹੈ। ਹੁਣ ਤਾਂ ਇਹਨਾਂ ਦੇ FPO ਵੀ ਜਿਹੜੇ ਆ ਰਹੇ ਸੀਗੇ ਵਾਪਸ ਹੋ ਗਏ, ਜਿਵੇਂ IPO FPO, ਠੀਕ ਹੈ। ਤਾਂ ਮੈਨੂੰ ਤਾਂ ਲੱਗਦਾ ਅਨਇੰਪੋਰਟੈਂਟ ਹੋ ਜਾਂਦੀ ਹੈ ਹੁਣ ਤਾਂ ਨਿਊਜ਼, ਛੱਡ ਸਕਦੇ ਆਪਾਂ। ਪਰ ਇਹ ਮੱਧ ਪ੍ਰਦੇਸ਼ 'ਚ ਲਾਉਣ ਜਾ ਰਿਹਾ ਸੀਗਾ ਵਿੰਡ ਪਾਵਰ ਪਲਾਂਟ। ਲੱਗੂ ਨਹੀਂ ਲੱਗੂ ਹੁਣ ਤਾਂ ਸਮਾਂ ਹੀ ਦੱਸੂਗਾ। ਮਹਾਰਾਸ਼ਟਰਾ ਨੇ ਇੱਕ ਇੰਸਟੀਟਿਊਸ਼ਨ ਬਣਾਇਆ ਸੇਮ ਤਰਕ ਅਤੇ ਨੀਤੀ ਆਯੋਗ ਵਾਂਗੂ। ਵੈਰੀ ਇੰਪੋਰਟੈਂਟ ਕੁਐਸਚਨ। ਜਿਵੇਂ ਨੀਤੀ ਆਯੋਗ ਦਾ ਕੀ ਕੰਮ ਆ? ਨੀਤੀ ਆਯੋਗ ਦਾ ਕੰਮ ਦੇਸ਼ ਦੇ ਲਈ ਪੂਰੇ ਵਾਸਤੇ ਉਹ ਬਣਾਉਣੀਆਂ ਨੇ, ਠੀਕ ਹੈ, ਸਕੀਮਾਂ ਲੈ ਕੇ ਆਉਣੀਆਂ ਨੇ ਨਵੀਆਂ ਵੀ ਸਾਡਾ ਦੇਸ਼ ਅੱਗੇ ਵਧੇ। ਉਸੇ ਤਰਕ 'ਤੇ ਇਹਨਾਂ ਨੇ ਵੀ ਇੱਕ ਇੰਸਟੀਟਿਊਟ ਬਣਾਤਾ, ਠੀਕ ਹੈ, ਜਿਹੜਾ ਕਿ ਮਹਾਰਾਸ਼ਟਰਾ ਦੇ ਲਈ ਐਵੇਂ ਸਕੀਮਾਂ ਘੜੂਗਾ, ਪੂਰੇ ਦੇ ਪੂਰੇ ਮਹਾਰਾਸ਼ਟਰਾ 'ਚ ਫਿਰ ਇੰਪਲੀਮੈਂਟ ਕੀਤੀਆਂ ਜਾਣਗੀਆਂ। ਤਾਂ ਮਹਾਰਾਸ਼ਟਰਾ ਦਾ ਇਹ ਇਨੀਸ਼ੀਏਟਿਵ ਹੈ। VK ਸਕਸੇਨਾ ਨੇ ਇਨੋਗਰੇਟ ਕੀਤਾ ਵੀ ਕੇਅਰ, ਇੱਕ ਦਿੱਲੀ ਪੁਲਿਸ ਕਮਿਊਨਿਟੀ ਪੁਲਿਸਿੰਗ ਇਨੀਸ਼ੀਏਟਿਵ, ਠੀਕ ਹੈ। ਜੇ ਦੇਖੀਏ VK ਸਕਸੇਨਾ ਕੌਣ ਹੈ, ਇਹਦਾ ਨਾਮ ਵੀ ਆ ਹੀ ਗਿਆ। ਇਹ ਹੈਗੇ ਨੇ ਦਿੱਲੀ ਦੇ ਲੈਫਟੀਨੈਂਟ ਗਵਰਨਰ, ਠੀਕ ਹੈ। RK ਮਾਥੁਰ ਪਹਿਲਾਂ ਪੜ੍ਹਿਆ ਤੁਸੀਂ ਨੇ, ਲਦਾਖ ਵਾਲੇ, ਅਤੇ VK ਸਕਸੇਨਾ ਹੋ ਗਏ
ਕਿੱਥੋਂ ਦੇ? ਦਿੱਲੀ ਦੇ। ਇੱਕ ਬਚ ਗਿਆ, ਕਿਹੜਾ? ਕਸ਼ਮੀਰ ਦਾ। ਕੋਈ ਨਾ ਉਹ ਵੀ ਕਿਤੇ ਆ ਜਾਣਗੇ, ਨਹੀਂ ਤਾਂ ਕਮੈਂਟ ਬਾਕਸ 'ਚ ਲਿਖ ਦਿਓ। ਤਾਂ ਇਹਨਾਂ ਨੇ ਇੱਕ ਨਵਾਂ ਇਹ ਕੀਤਾ ਇਨੋਗਰੇਟ, ਯਾਨੀ ਕਿ ਉਹਦਾ ਨਾਮ ਹੈਗਾ ਵੀ ਕੇਅਰ। ਤਾਂ ਦਿੱਲੀ ਪੁਲਿਸ ਦਾ ਇਨੀਸ਼ੀਏਟਿਵ ਹੈ। ਤਾਂ ਅਸੀਂ ਪੁੱਛਿਆ ਜਾ ਸਕਦਾ ਕਿ ਵੀ ਕੇਅਰ ਕਿਹਦਾ ਆਬਜੈਕਟਿਵ ਕੀ ਹੈ? ਲੋਕਾਂ ਦੇ ਵਿੱਚ ਜਾਗਰੂਕਤਾ ਫੈਲਾਉਣੀ, ਠੀਕ ਹੈ, ਕਿ ਤੁਸੀਂ ਪਬਲਿਕ ਅਤੇ ਜਿਹੜੀ ਪੁਲਿਸ ਦਾ ਇੰਟਰਫੇਸ ਬਣਾਉਣਾ ਆਪਸ ਦੇ ਵਿੱਚ, ਕਿ ਤੁਸੀਂ ਪੁਲਿਸ ਤੋਂ ਡਰੋ ਨਾ, ਪੁਲਿਸ ਕੋਲ ਆਓ, ਤੁਹਾਡੀਆਂ ਹਰ ਉਹਦਾ ਸਮਾਧਾਨ ਕੀਤਾ ਜਾਊਗਾ। ਨਾਗਾਲੈਂਡ ਦਾ ਜਿਹੜਾ ਜੇਲ੍ਹਾਂ ਦਾ ਮੰਤਰਾਲਿਆ ਹੈ, ਉਹਨੇ ਲਾਂਚ ਕੀਤਾ ਇੱਕ ਪ੍ਰਿਜ਼ਨ ਸਟਾਫ ਅਟੈਂਡੈਂਸ ਐਪ, ਕਿ ਜੇਲ੍ਹ ਦਾ ਜਿਹੜਾ ਸਟਾਫ ਹੈ ਉਹਨਾਂ ਦੀ ਹਾਜ਼ਰੀ ਵਾਸਤੇ ਇੱਕ ਮੋਬਾਈਲ ਐਪ ਲੈ ਕੇ ਆਈ ਹੈ ਇਹ, ਠੀਕ ਹੈ। ਆਬਜੈਕਟਿਵ ਉਹੀ ਹੈ ਕਿ ਉਹਨਾਂ ਨੂੰ ਮੁਸ਼ਕਿਲ ਰਹਿਤ ਬਣਾਇਆ ਜਾਵੇ ਅਤੇ ਵਿਆਪਕ ਹਾਜ਼ਰੀ ਰੋਜ਼ ਦੇ ਆਉਣ, ਫਰਲੋਆਂ ਨਾ ਮਾਰਨ, ਠੀਕ ਹੈ। ਆਹ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਏ ਕੋਹਿਮਾ ਨਾਗਾਲੈਂਡ ਦੀ ਰਾਜਧਾਨੀ ਹੈ, ਅਤੇ ਨਿਫਿਊ ਰੀਓ ਉੱਥੋਂ ਦੇ ਮੁੱਖ ਮੰਤਰੀ ਨੇ, ਅਤੇ ਜਗਦੀਸ਼ ਮੁਖੀ ਉੱਥੋਂ ਦੇ ਕੀ ਨੇਗੇ ਜੀ? ਗਵਰਨਰ ਨੇਗੇ। ਅੱਗੇ ਆ ਜਾਓ, ਜੰਮੂ ਅਤੇ ਕਸ਼ਮੀਰ ਦੇ ਲੈਫਟੀਨੈਂਟ ਗਵਰਨਰ ਮਨੋਜ ਸਿਨਹਾ। ਲਓ ਤੀਜੇ ਵੀ ਆ ਗਏ, ਮਨੋਜ ਸਿਨਹਾ, ਆਰ ਕੇ ਮਾਥੁਰ, ਅਤੇ ਤੀਜੇ ਆਪਾਂ ਨੇ ਹੁਣੀ ਪੜ੍ਹੇ ਨੇਗੇ, ਕੀ ਨਾਮ ਸੀ ਜਿਹੜਾ ਆਪਾਂ ਹੁਣੀ ਦੇਖਿਆ ਸੀਗਾ? ਲੈਟ ਅਸ ਸੀ, ਮੈਂ ਸਕਿਪ ਹੋ ਗਿਆ। ਵੀ ਕੇ ਸਕਸੇਨਾ। ਤਾਂ ਵੀ ਕੇ ਸਕਸੇਨਾ ਜੀ ਜਿਹੜੇ ਹੈਗੇ ਨੇ ਦਿੱਲੀ ਦੇ ਨੇ। ਵੀ ਕੇ ਸਕਸੇਨਾ, ਆਰ ਕੇ ਮਾਥੁਰ, ਅਤੇ ਤੀਜੇ ਹੋ ਗਏ ਮਨੋਜ ਸਿਨਹਾ। ਇਹ ਤਿੰਨੋਂ ਨਾਮ ਯਾਦ ਰੱਖਿਓ, ਤਿੰਨੇ ਨਿਊਜ਼ 'ਚ ਘੁੰਮਦੇ ਰਹਿੰਦੇ ਨੇ। ਤਾਂ ਇਹਨਾਂ ਨੇ ਹੁਣੇ ਉਦਘਾਟਨ ਕੀਤਾ ਕਸ਼ਮੀਰ ਦਾ ਪਹਿਲਾ ਮਲਟੀਪਲੈਕਸ, ਠੀਕ ਹੈ। ਕਿੱਥੇ? ਸੋਨਵਰ ਏਰੀਆ, ਸ਼੍ਰੀਨਗਰ ਦੇ ਨੇੜੇ ਪੈਂਦਾ। ਮਲਟੀਪਲੈਕਸ ਸਮਝਦੇ ਹੋ ਨਾ, ਜਿਵੇਂ ਸਿਨੇਮਾ ਸੁਨੇਮਾ ਹੋਊਗਾ ਉੱਥੇ ਖਰੀਦ ਵਾਸਤੇ, ਜਿਵੇਂ ਆਹ ਬਣ ਜਾਂਦੇ ਨੇ ਆਪਣੇ ਕਿੰਨੇ ਮੌਲ ਕਹਿ ਦਿੰਦੇ ਆਪਾਂ, ਉਵੇਂ ਦਾ ਸਿਸਟਮ। ਕਸ਼ਮੀਰ 'ਚ 3 ਡਿਕੇਡਸ ਬਾਅਦ ਕਿਤੇ ਇਹ ਚੀਜ਼ ਮੁੜ ਕੇ ਆ ਰਹੀ ਹੈ। ਮਤਲਬ ਇਹ ਚੀਜ਼ਾਂ ਤਾਂ ਖਤਮ ਹੀ ਹੋ ਗਈਆਂ ਸੀ ਕਸ਼ਮੀਰ ਦੇ ਵਿੱਚ, ਠੀਕ ਹੈ। ਮੂਵੀ ਥੀਏਟਰ ਵੀ ਇਹਦੇ ਵਿੱਚ ਹੋਣਗੇ, 520 ਸੀਟਾਂ ਰੱਖੀਆਂ ਨੇ, ਕਿਉਂਕਿ ਉੱਥੇ ਬੋਂਬਿੰਗ ਐਂਡ ਆਲ ਕਹਿੰਦੇ 1990 ਤੋਂ ਬਾਅਦ, ਯਾਨੀ ਕਿ ਟੈਰਰਿਜ਼ਮ ਦੇ ਦੌਰ ਤੋਂ ਬਾਅਦ ਮੁੜ ਕੇ ਸਿਨੇਮਾ ਕਸ਼ਮੀਰ ਦੇ ਵਿੱਚ ਆ ਰਿਹਾ ਹੈ। ਅੱਛੀ ਗੱਲ ਹੈ, ਬਹੁਤ ਅੱਛੀ ਗੱਲ ਹੈ, ਮੈਂ ਤਾਂ ਕਹੂੰਗਾ, ਠੀਕ ਹੈ। ਸਾਰਸ ਇਜ਼ਰਾਈਲੀ ਅੰਬੈਸੀ ਜਿਹਨੇ ਲਾਂਚ ਕੀਤਾ ਪ੍ਰੋਜੈਕਟ ਫॉर ਮੈਂਸੂਰੇਸ਼ਨਲ ਹੈਲਥ ਇਨ ਗਾਜ਼ੀਆਬਾਦ, ਯੂਪੀ 'ਚ। ਸਾਰਸ ਨਾਮ ਰੱਖਿਆ। ਇਜ਼ਰਾਈਲ ਦੀ ਜਿਹੜੀ ਅੰਬੈਸੀ ਹੈ ਉਹਦਾ ਪ੍ਰੋਜੈਕਟ ਹੈ ਇਹ, ਯੂਪੀ ਦੇ ਗਾਜ਼ੀਆਬਾਦ ਦੇ ਵਿੱਚ ਲਾਇਆ। ਸਾਰਸ ਦਾ ਮਤਲਬ ਬੇਸਿਕਲੀ ਜਿਹੜਾ ਮੈਂਸੂਰੇਸ਼ਨਲ ਪੀਰੀਅਡ ਹੁੰਦਾ ਵਿਮਨ ਦਾ, ਉਹਦੇ ਬਾਰੇ ਉਹਨਾਂ ਨੂੰ ਜਾਗਰੂਕਤਾ, ਜਾਂ ਪੈਡਸ ਵਗੈਰਾ ਫ੍ਰੀ ਵੰਡੀਆਂ ਜਾਣਗੀਆਂ ਇਸ ਪ੍ਰੋਜੈਕਟ ਦੇ ਤਹਿਤ। ਇਹ ਇਹਦਾ ਮੇਨ ਮੋਟਿਵ ਰਹਿਣ ਵਾਲਾ, ਠੀਕ ਹੈ। ਤਾਂ ਇਹ ਯਾਦ ਰੱਖ ਲਿਓ, ਸਾਰਸ ਤਾਂ ਆਪਣੇ ਆਪ 'ਚ ਇੱਕ ਇੰਪੋਰਟੈਂਟ ਹੈ ਪ੍ਰੋਜੈਕਟ। ਇਜ਼ਰਾਈਲ ਦੀ ਅੰਬੈਸੀ ਦਾ ਪ੍ਰੋਜੈਕਟ ਹੈ। ਅਸਾਮ ਦੀ ਸਰਕਾਰ ਨੇ ਫੈਸਲਾ ਲਿਆ ਟੂ ਯੂਜ਼ ਦਾ ਏਅਰ ਪ੍ਰੈਸ਼ਰ ਮਸ਼ੀਨ, ਨਾਮ ਹੈਗਾ ਸਾਂਸ। ਹੁਣ ਸਾਂਸ ਅਤੇ ਸਾਰਸ ਨਾ ਕਿਤੇ ਮਿਲਾ ਦਿਓ ਆਪਸ 'ਚ, ਠੀਕ ਹੈ। ਤਾਂ ਸਾਂਸ ਜਿਹੜੀ ਕਿ ਬੈਂਗਲੌਰ ਦਾ ਇੱਕ ਸਟਾਰਟਅਪ ਹੈ, ਉਹਨੇ ਇਹਨੂੰ ਬਣਾਇਆ ਗਾ, ਡਿਵੈਲਪ ਕੀਤਾ ਗਾ, ਠੀਕ ਹੈ। ਅਸਾਮ ਨੇ ਆਪਦੇ ਹੌਸਪੀਟਲਾਂ ਦੇ ਵਿੱਚ ਇਹਨੂੰ ਚਲਾਤਾ। ਤਾਂ ਪਹਿਲਾ ਸਵਾਲ ਤਾਂ ਬਣਦਾ, ਸਾਂਸ ਕੀ ਹੈ? ਏਅਰ ਪ੍ਰੈਸ਼ਰ ਮਸ਼ੀਨ ਹੈ, ਠੀਕ ਹੈ, ਮਤਲਬ ਕਿ ਸਾਹ ਲੈਣ ਦੇ ਵਿੱਚ ਹੈਲਪ ਕਰੂਗੀ। ਅਸਾਮ ਸਰਕਾਰ ਨੇ ਫੈਸਲਾ ਲਿਆ ਅਤੇ ਬੰਗਲੌਰ ਦੇ ਸਟਾਰਟਅਪ ਨੇ ਇਹਨੂੰ ਬਣਾਇਆ ਗਾ। ਤਾਂ 3 ਚੀਜ਼ਾਂ ਹੋ ਗਈਆਂ। ਪੋਰਟੇਬਲ ਹੈ, ਇੱਕ ਥਾਂ ਤੋਂ ਦੂਜੀ ਥਾਂ 'ਤੇ ਲਿਜਾਈ ਜਾ ਸਕਦੀ ਹੈ। ਨਿਓਨੈਟਲ ਕੰਟੀਨਿਊਸ ਪੋਜ਼ੀਟਿਵ ਏਅਰ ਪ੍ਰੈਸ਼ਰ ਸਿਸਟਮ ਆ, ਜਿਹੜਾ ਕਿ ਲਾਈਫ ਸੇਵਿੰਗ ਬਰੀਦਿੰਗ ਸਪੋਰਟ ਦੇਊਗਾ। ਜਿਵੇਂ ਮਰੀਜ਼ ਆਖਰੀ ਸਾਹਾਂ 'ਤੇ ਹੁੰਦੇ ਨੇ, ਉਹਨਾਂ ਨੂੰ ਲਾਈਫ ਸਪੋਰਟ ਫਿਰ ਦਿੱਤੀ ਜਾਂਦੀ ਹੈ ਨਾ, ਸਾਹ ਵਾਲਾ ਉਹ ਲਾ ਕੇ ਨਾਲ, ਤਾਂ ਉਹ ਉਵੇਂ ਹੀ ਆ। ਪੋਰਟੇਬਲ ਆ, ਚੱਕ ਕੇ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਵੀ ਲਿਜਾਇਆ ਜਾ ਸਕਦਾ। ਤਾਂ ਜੇ ਅਸਾਮ ਦੀ ਰਾਜਧਾਨੀ ਦਿਸਪੁਰ ਹੈ, ਗੁਹਾਟੀ ਨਾ ਲਾ ਦਿਓ ਕਿਤੇ, ਠੀਕ ਹੈ। ਗੁਹਾਟੀ ਮਸ਼ਹੂਰ ਸ਼ਹਿਰ ਬਹੁਤ ਹੈ, ਪਰ ਅਸੀਂ ਗਲਤੀ ਕਰ ਜਾਂਦੇ ਹਾਂ ਕਈ ਵਾਰ, ਗੁਹਾਟੀ ਲੱਗ ਜਾਂਦਾ ਗਲਤੀ ਨਾਲ ਵੀ, ਆਉਂਦੇ ਹੋਏ ਵੀ। ਤਾਂ ਧਿਆਨ 'ਚ ਰੱਖਿਓ ਦਿਸਪੁਰ ਹੈ। ਅਤੇ ਹਿਮਾਂਤਾ ਬਿਸ਼ਵਾ ਸਰਨਾ ਜੀ ਮੁੱਖ ਮੰਤਰੀ ਨੇ, ਅਤੇ ਜਗਦੀਸ਼ ਮੁਖੀ ਜੀ ਇੱਥੋਂ ਦੇ ਗਵਰਨਰ ਨੇ। ਅੱਗੇ ਆ ਜਾਓ, ਛੱਤੀਸਗੜ੍ਹ ਦੀ ਸਰਕਾਰ ਨੇ ਫੈਸਲਾ ਲਿਆ ਟੂ ਲਾਂਚ ਏ ਕੈਂਪੇਨ ਔਨ ਵਿਮਨ ਸੇਫਟੀ ਟਾਈਟਲਡ ਹਮਰ ਬੇਟੀ ਹਮਰ ਮਾਨ। ਹਮਰ ਬੇਟੀ ਹਮਰ ਮਾਨ ਕੀ ਨੇ? ਛੱਤੀਸਗੜ੍ਹ ਨੇ। ਤਾਂ ਆਬਜੈਕਟਿਵ ਉਹੀ ਹੈ ਕਿ ਸੇਫਟੀ ਇਨਸ਼ੋਰ ਕਰਨੀ, ਜਿਹੜੇ ਸਕੂਲ ਜਾਂ ਕਾਲਜ ਗੋਇੰਗ ਗਰਲਜ਼ ਨੇ ਉਹਨਾਂ ਦੀ, ਠੀਕ ਹੈ। ਅਤੇ ਜਿਹੜੇ ਵਿਮਨ ਰਿਲੇਟਡ ਕ੍ਰਾਈਮਸ ਨੇ ਉਹਨੂੰ ਘਟਾਇਆ ਜਾ ਸਕੇ। ਤਾਂ ਇਹਦੇ ਤਹਿਤ ਹਮਰ ਬੇਟੀ ਹਮਰ ਮਾਨ ਕਿਹਨੇ ਕੀ ਹੈ? ਛੱਤੀਸਗੜ੍ਹ ਸਰਕਾਰ ਦਾ ਇਹ ਉਪਰਾਲਾ ਹੈ। ਅੱਗੇ ਆ ਜਾਓ, ਨਾਗਾਲੈਂਡ ਗੌਰਮੈਂਟ ਜਿਹੜੀ ਹੈਗੀ ਆ ਉਹ ਲਾਂਚ ਕਰੂਗੀ ਇਟਸ ਓਨ ਹੈਲਥ ਇੰਸ਼ੋਰੈਂਸ ਸਕੀਮ ਕਾਲਡ ਚੀਫ ਮਿਨਿਸਟਰ ਹੈਲਥ ਇੰਸ਼ੋਰੈਂਸ ਸਕੀਮ 1 ਅਕਤੂਬਰ ਤੋਂ। ਮਤਲਬ ਹੁਣ ਤੱਕ ਤਾਂ ਜਿਵੇਂ ਹੈਲਥ ਇੰਸ਼ੋਰੈਂਸ ਸਕੀਮਾਂ ਜ਼ਿਆਦਾਤਰ ਸੈਂਟਰ ਦੀਆਂ ਨੇ, LIC ਦੀ ਹੈ ਜਾਂ ਹੋਰ ਹੈ ਨਾ, SBI ਦੀਆਂ ਵੀ ਨੇ, ਕਈਆਂ ਦੀਆਂ ਨੇ, PNB ਵੀ ਚਲਾਉਂਦਾ ਹੈ।
ਪਰ ਨਾਗਾਲੈਂਡ ਸਰਕਾਰ ਸਟੇਟ ਲੈਵਲ ਦੀ ਇੱਕ ਕਰਨ ਜਾ ਰਹੀ ਹੈ ਹੈਲਥ ਇੰਸ਼ੋਰੈਂਸ, ਆਪਣੀ ਹੈਲਥ ਇੰਸ਼ੋਰੈਂਸ ਸਕੀਮ ਹੈ ਇਹਨਾਂ ਦੀ, ਜਾਂ ਕਈ ਹੈਲਥ ਇੰਸ਼ੋਰੈਂਸ ਸਕੀਮਾਂ ਸੈਂਟਰ ਵੀ ਤਾਂ ਚਲਾ ਰਿਹਾ ਕਿੰਨੀਆਂ, ਹੈ ਨਾ, ਜਿਵੇਂ PM ਸੁਰੱਖਿਆ ਯੋਜਨਾ, ਜੀਵਨ ਜੋਤੀ ਯੋਜਨਾ, ਫਲਾਣਾ ਧਮਕਾਣਾ, ਕਿੰਨੀਆਂ ਯੋਜਨਾਵਾਂ ਨੇ ਇਹੋ ਜਿਹੀਆਂ। ਤਾਂ ਐਵੇਂ ਦਾ ਉਪਰਾਲਾ ਨਾਗਾਲੈਂਡ ਸਰਕਾਰ ਕਰਨ ਜਾ ਰਹੀ ਹੈ। ਤਾਂ ਦੇਖੋ ਇਹੋ ਜਿਹੀਆਂ ਨਿਊਜ਼ ਬਹੁਤ ਇੰਪੋਰਟੈਂਟ ਨੇ, ਇਹਨਾਂ ਨੂੰ ਤਾਂ ਤੁਸੀਂ ਛੱਡ ਨਹੀਂ ਸਕਦੇ ਹੈਗੇ, ਬਿਕੋਜ਼ ਜਿਹੜੀਆਂ ਸੈਂਟਰ ਦੇ ਨਾਲ ਲਿੰਕਡ, ਜਿਵੇਂ ਹੁਣ ਨੀਤੀ ਆਯੋਗ ਦੇ ਤਰਕ 'ਤੇ ਪਹਿਲੀ ਵਾਰ ਸ਼ੁਰੂ ਹੋਣ ਜਾ ਰਹੀ ਹੈ, ਕਿੱਥੇ ਮਹਾਰਾਸ਼ਟਰ 'ਚ ਸ਼ੁਰੂ ਹੋਣ ਜਾ ਰਿਹਾ, ਇਹ ਬਿਲਕੁਲ ਸੈਂਟਰ ਦੀਆਂ ਸਕੀਮਾਂ ਨਾਲ ਲਿੰਕ ਕਰ ਗਈਆਂ ਨਾ ਚੀਜ਼ਾਂ। ਤਾਂ ਮੈਂ ਇਹਨਾਂ ਨੂੰ ਸਟੇਟ ਨਿਊਜ਼ ਤਾਂ ਕਹੂੰਗੀ ਨਹੀਂ, ਤਾਂ ਨੈਸ਼ਨਲ ਲੈਵਲ ਦੀਆਂ ਨਿਊਜ਼ ਹੀ ਜਾ ਬਣੀਆਂ ਇੱਕ ਤਰੀਕੇ ਨਾਲ। ਤਾਂ ਇਹਨਾਂ 'ਤੇ ਜ਼ਰੂਰ ਧਿਆਨ ਦਿੱਤਾ ਜਾਵੇ। ਅੱਗੇ ਆ ਜਾਓ। ਤਾਂ ਅੱਗੇ ਆਪਾਂ ਚੱਲਦੇ ਹਾਂ ਹਿਮਾਚਲ ਪ੍ਰਦੇਸ਼ ਨੂੰ ਲੈ ਕੇ। ਹਿਮਾਚਲ ਪ੍ਰਦੇਸ਼ ਨੇ ਅਪਰੂਵ ਕੀਤੀ ਹੈ ਟਿਊਟਰ ਸਕੀਮ। ਟਿਊਟਰ ਸਕੀਮ 3 ਤੋਂ ਲੈ ਕੇ 6 ਸਾਲ ਦੇ ਬੱਚਿਆਂ ਲਈ ਹੋਊਗਾ। ਕਿ ਇਹਦੇ ਵਿੱਚ ਬੱਚਿਆਂ ਨੂੰ ਪ੍ਰੋਪਰ ਕੇਅਰ, ਸਟੀਮੂਲੇਸ਼ਨ ਬ੍ਰੇਨ ਦੇ ਲਈ ਅਰਲੀ ਸਟੇਜਸ 'ਤੇ ਡਿਵੈਲਪਮੈਂਟ ਵਾਸਤੇ ਇਹ ਸਰਕਾਰ ਦਾ ਉਪਰਾਲਾ। ਸਰਕਾਰ 9,000 ਪਰ ਮੰਥ ਉਹ ਕੈਂਡੀਡੇਟਸ ਨੂੰ ਦੇਊਗੀ ਦੋਜ਼ ਹੈਵ ਡਨ 1 year ਡਿਪਲੋਮਾ ਇਨ ਨਰਸਰੀ ਟੀਚਰ ਸੋ ਦੈਟ ਦੇ ਕੈਨ ਬ੍ਰਿਜ ਕੋਰਸਿਸ ਟੂ ਮੇਕ ਦੈਮ ਐਲੀਜੀਬਲ। ਮਤਲਬ ਕੀ ਹੈ, ਬੰਦਿਆਂ ਨੂੰ 1 ਸਾਲ ਦਾ ਡਿਪਲੋਮਾ ਕਰਨਾ ਪਊਗਾ ਜਿਹੜੇ ਇਹ 3 ਤੋਂ ਲੈ ਕੇ 6 ਸਾਲ ਦੇ ਬੱਚਿਆਂ ਨੂੰ ਟ੍ਰੇਨਿੰਗ ਦੇਣਾ ਚਾਹੁੰਦੇ ਨੇ, ਹੈ ਨਾ, ਇਹ ਇਸ ਚੀਜ਼ ਦੇ ਵਿੱਚ ਆਉਣਾ ਚਾਹੁੰਦੇ ਨੇ ਇਸ ਸਕੀਮ ਦੇ ਤਹਿਤ ਐਜ਼ ਆ ਟੀਚਰ ਬਣ ਕੇ। ਜੇ ਉਹ ਡਿਪਲੋਮਾ ਕਰਨਗੇ ਤਾਂ ਉਹ ਐਲੀਜੀਬਲ ਹੋਣਗੇ। ਅਤੇ ਇਹਦੇ ਲਈ ਜੇ ਡਿਪਲੋਮਾ ਤੁਸੀਂ ਕਰਦੇ ਹੋ ਤਾਂ 9,000 ਪਰ ਮੰਥ ਦੇ ਹਿਸਾਬ ਨਾਲ ਸਰਕਾਰ ਦੇਊਗੀ ਤੁਹਾਨੂੰ। ਤਾਂ ਇੱਕ ਤਰ੍ਹਾਂ ਨਾਲ ਬੱਚਿਆਂ ਦਾ ਵੀ ਡਿਵੈਲਪਮੈਂਟ ਹੋ ਜੂ, ਅਤੇ ਇੱਕ ਤਰ੍ਹਾਂ ਨਾਲ ਤੁਸੀਂ ਕਹਿ ਸਕਦੇ ਹੋ ਕਿ ਨੌਕਰੀਆਂ ਵੀ ਜਨਰੇਟ ਕਰਤੀਆਂ। ਤਾਂ ਅੱਛੀ ਗੱਲ ਹੈ, ਦੋਨੋਂ ਚੀਜ਼ਾਂ ਸਰਕਾਰ ਪੈਰਲਲੀ ਕਰਨ ਜਾ ਰਹੀ ਹੈ। ਤਾਂ ਕਿਹਦਾ ਉਪਰਾਲਾ? ਹਿਮਾਚਲ ਪ੍ਰਦੇਸ਼ ਸਰਕਾਰ ਦਾ। ਅੱਗੇ ਆ ਜਾਓ। CEC of LAHDC ਕਾਰਗਿਲ ਇਨੋਗਰੇਟਡ ਫਸਟ ਐਵਰ ਮੈਗਾ ਕਿਸਾਨ ਮੇਲਾ ਇਨ ਲਦਾਖ। ਇਹ ਹੈ ਕੀ ਹੈ CEC? ਠੀਕ ਹੈ, ਚੀਫ ਕਮਿਸ਼ਨਰ ਹੈ ਤੁਸੀਂ ਕਹਿ ਸਕਦੇ ਹੋ। ਲਦਾਖ ਆਟੋਨਮਸ ਹਿਲ ਡਿਵੈਲਪਮੈਂਟ ਕਾਊਂਸਲ, ਕਾਰਗਿਲ, ਫਿਰੋਜ਼ ਅਹਿਮਦ ਖਾਨ ਉਹਨਾਂ ਦਾ ਨਾਮ ਆ, ਜਿਹੜੇ ਉੱਥੇ ਇਲੈਕਸ਼ਨਾਂ ਕੰਡਕਟ ਕਰਦੇ ਨੇ। ਫਸਟ ਐਵਰ ਮੈਗਾ ਕਿਸਾਨ ਮੇਲਾ ਕਰਨ ਜਾ ਰਹੇ ਨੇ ਕਾਰਗਿਲ ਦੇ ਵਿੱਚ। ਠੀਕ ਆ, ਅਨਇੰਪੋਰਟੈਂਟ ਜੀ ਨਿਊਜ਼ ਆ, ਬਸ ਇੰਨਾ ਕਾ ਫਸਟ ਐਵਰ ਮੈਗਾ ਲਦਾਖ ਦੇ ਵਿੱਚ ਹੋਣ ਜਾ ਰਿਹਾ, ਬਸ ਇਸ ਚੀਜ਼ ਨੂੰ ਧਿਆਨ ਦੇ ਵਿੱਚ ਰੱਖ ਲਿਓ। ਪਰ ਇੰਨੀ ਇੰਪੋਰਟੈਂਟ ਨਿਊਜ਼ ਨਹੀਂ ਹੈਗੀ, ਛੱਡ ਸਕਦੇ ਹਾਂ। ਅਸਾਮ ਨੇ ਕ੍ਰੀਏਟ ਕੀਤਾ ਇੱਕ ਮੈਮੋਰੀਅਲ ਰਾਈਨੋਜ਼ ਵਾਸਤੇ। ਰਾਈਨੋ ਤਾਂ ਸਮਝਦੇ ਹੋ ਨਾ, ਗੈਂਡੇ ਵਾਸਤੇ। ਯੂਜ਼ਿੰਗ ਐਸ਼ਿਜ਼ ਨੇਮ ਅਬੋਰਡ ਆਫ ਯੂਨੀਕੋਰਨ। ਅਬੋਰਡ ਆਫ ਯੂਨੀਕੋਰਨ ਮਤਲਬ ਕਿ ਰਾਖ ਨਹੀਂ ਹੁੰਦੀ ਆਪਣੀ, ਐਸ਼ ਤਾਂ ਰਾਖ ਹੀ ਹੁੰਦੀ ਹੈ, ਸਵਾਹ, ਉਹਦੀ ਵਰਤੋਂ ਕਰਕੇ ਇੱਕ ਯਾਦਗਾਰ ਬਣਾਇਆ ਇਹਨਾਂ ਨੇ, ਮੈਮੋਰੀਅਲ ਬਣਾਇਆ। ਸਟੈਚੂ ਬਣਾਏ ਜਾਣਗੇ, ਠੀਕ ਹੈ, 3 ਗੈਂਡਿਆਂ ਦੇ, ਐਸ਼ਿਜ਼ ਨੂੰ ਵਰਤ ਕੇ ਉਹਦੇ ਬਾਅਦ ਉਹਨੂੰ ਜਲਾ ਕੇ। ਕਿੱਥੇ ਹੋਇਆ ਇਹ ਸਾਰਾ ਕੁਝ ਲਾਂਚ? ਕਾਜ਼ੀਰੰਗਾ ਨੈਸ਼ਨਲ ਪਾਰਕ। ਦੇਖੋ, ਕਾਜ਼ੀਰੰਗਾ ਨੈਸ਼ਨਲ ਪਾਰਕ ਇੱਕ ਬਹੁਤ ਇੰਪੋਰਟੈਂਟ ਨੈਸ਼ਨਲ ਪਾਰਕ ਹੈ, ਅਸਾਮ ਦੇ ਵਿੱਚ ਦੇਖਣ ਨੂੰ ਮਿਲਦਾ ਇਹ ਨੈਸ਼ਨਲ ਪਾਰਕ। ਅਤੇ ਜਿਹੜੇ 1 ਹੌਰਨਡ ਰਾਈਨੋ ਨੇ, ਇੱਕ ਸਿੰਗ ਵਾਲੇ ਜਿਹੜੇ ਗੈਂਡੇ ਨੇ, ਇਹ ਸਭ ਤੋਂ ਵੱਧ ਇੱਥੇ ਮਿਲਦੇ ਨੇ ਦੇਖਣ ਨੂੰ ਕਾਜ਼ੀਰੰਗਾ 'ਚ। ਤਾਂ ਇਹ ਵੀ ਸਵਾਲ ਸਾਡੇ ਤੋਂ ਪੁੱਛਿਆ ਜਾ ਸਕਦਾ ਕਿ 1 ਹੌਰਨਡ ਰਾਈਨੋ ਸਭ ਤੋਂ ਵੱਧ ਕਿੱਥੇ ਮਿਲਦੇ ਨੇ? ਤਾਂ ਕਾਜ਼ੀਰੰਗਾ 'ਚ। ਕਾਜ਼ੀਰੰਗਾ ਕਿੱਥੇ ਹੈ? ਅਸਾਮ ਦੇ ਵਿੱਚ ਹੈ। ਤਾਂ ਇਹ ਚੀਜ਼ ਨੂੰ ਧਿਆਨ 'ਚ ਰੱਖ ਸਕਦੇ ਹਾਂ ਆਪਾਂ। ਅਤੇ ਆਹ ਚੀਜ਼ ਵੀ ਫਿਰ ਜੇ ਗੈਂਡਿਆਂ ਨਾਲ ਰਿਲੇਟਡ ਹੈ ਤਾਂ ਕਾਜ਼ੀਰੰਗਾ 'ਚ ਹੀ ਹੋਈ ਹੈ, ਯਾਨੀ ਕਿ ਅਸਾਮ 'ਚ ਹੀ ਹੋਈ ਹੈ। ਐਵੇਂ ਲਿੰਕ ਤੁਸੀਂ ਕਰ ਸਕਦੇ ਹੋ। ਨਾਮ ਉਹਦਾ ਕੀ ਰੱਖਿਆ? ਅਬੋਰਡ ਆਫ ਦ ਯੂਨੀਕੋਰਨਸ। ਅਬੋਰਡ ਆਫ ਦ ਯੂਨੀਕੋਰਨਸ। ਅੱਗੇ ਬਾਥੂਕੰਮਾ, ਤੇਲੰਗਾਨਾ ਦਾ ਇੱਕ ਤਿਉਹਾਰ ਹੈ, ਸ਼ੁਰੂ ਹੋ ਗਿਆ, ਅਤੇ ਜਿਹਦੀ ਵਧਾਈ ਪ੍ਰਾਈਮ ਮਿਨਿਸਟਰ ਨੇ ਸਭ ਨੂੰ ਦਿੱਤੀ ਹੈ। ਤਾਂ ਸਵਾਲ ਤਾਂ ਇਹੀ ਹੋ ਗਿਆ ਕਿ ਬਾਥੂਕੰਮਾ ਤਿਉਹਾਰ ਕਿਹੜੇ ਸੂਬੇ 'ਚ ਮਨਾਇਆ ਜਾਂਦਾ? ਤੇਲੰਗਾਨਾ ਦੇ ਵਿੱਚ। ਠੀਕ ਹੈ, ਤਾਂ ਇਹ ਹੁੰਦਾ ਕੀ ਇਹਦੇ 'ਤੇ ਪ੍ਰਾਈਮ ਮਿਨਿਸਟਰ, ਯਾਨੀ ਕਿ ਯੂਜ਼ਲੀ ਉਹਨਾਂ ਦਾ ਇੱਕ, ਜਿਵੇਂ ਆਪਾਂ ਦੀਵਾਲੀ ਮਨਾਉਂਦੇ ਹਾਂ, ਹੋਰ ਮਨਾਉਂਦੇ ਹਾਂ, ਐਵੇਂ ਦਾ ਉਹਨਾਂ ਦਾ ਹੀ ਤਿਉਹਾਰ ਆ ਇੱਕ। ਠੀਕ ਹੈ, ਔਰਤਾਂ ਦਾ ਤਿਉਹਾਰ ਆ ਬੇਸਿਕਲੀ, ਫੁੱਲਾਂ ਦਾ ਤਿਉਹਾਰ ਆ। ਫੁੱਲ ਜ਼ਿਆਦਾ ਲਿਆ ਕੇ ਔਰਤਾਂ ਮਤਲਬ ਤਰ੍ਹਾਂ ਤਰ੍ਹਾਂ ਦੀਆਂ ਚੀਜ਼ਾਂ ਬਣਾਉਂਦੀਆਂ ਨੇ ਫੁੱਲਾਂ ਦੀ ਮਦਦ ਦੇ ਨਾਲ, ਉਵੇਂ ਦਾ ਕੁਛ ਲਿੰਕਡ ਤਿਉਹਾਰ ਆ ਇਹ। ਤਾਂ ਬਾਥੂਕੰਮਾ ਯਾਦ ਕਰ ਲਿਓ। UP ਹੈਜ਼ ਬੀਨ ਅਵਾਰਡਡ ਆਯੁਸ਼ਮਾਨ ਉਤਕ੍ਰਿਸ਼ਟਾ ਅਵਾਰਡ 2022। ਆਯੁਸ਼ਮਾਨ ਭਾਰਤ ਸਕੀਮ ਸਭ ਨੂੰ ਪਤਾ। ਆਯੁਸ਼ਮਾਨ ਉਤਕ੍ਰਿਸ਼ਟਾ ਅਵਾਰਡ ਬੇਸਿਕਲੀ ਕੀ ਕੀਤਾ ਜਾਊਗਾ ਇਹਦੇ ਵਿੱਚ? ਕਹਿੰਦਾ UP ਨੇ ਚਲਾਇਆ ਇਹ ਅਵਾਰਡ, ਜਿਹੜੀ ਵੀ ਇਟ ਇਜ਼ ਦਾ ਬੈਸਟ ਪਰਫੋਰਮਿੰਗ ਸਟੇਟ ਇਨ ਕੰਟਰੀ। ਸਭ ਇਸ ਸਕੀਮ ਦੇ ਤਹਿਤ ਨਾ, ਇਹ ਹੁਣੇ ਇਹਨਾਂ ਨੇ ਰੈਂਕਿੰਗ ਕੱਢੀ ਸੀ ਕਿ ਆਯੁਸ਼ਮਾਨ ਭਾਰਤ ਨੂੰ ਇੰਪਲੀਮੈਂਟ ਕਰਨ ਦੇ ਵਿੱਚ ਸਭ ਤੋਂ ਅੱਗੇ ਕਿਹੜਾ ਸੂਬਾ? ਤਾਂ ਸਭ ਤੋਂ ਅੱਗੇ UP ਹੀ ਨਿਕਲਿਆ। ਠੀਕ ਹੈ, ਤਾਂ ਇਹਨਾਂ ਨੇ ਖੁਦ UP ਨੇ ਆਪਣੇ ਸੂਬੇ 'ਚ ਵੀ ਇਸੇ ਤਰਕ 'ਤੇ ਜਿਹੜੇ ਹੈਲਥ ਫੈਸਿਲਿਟੀ
ਦੇ ਵਿੱਚ ਰਜਿਸਟਰ ਹੋਏ ਨੇ ਵੀ ਉਹਨਾਂ ਨੂੰ ਵੀ ਬੈਸਟ ਸੈਂਟਰ ਕੱਢ ਦਈਏ ਆਪਦੇ ਸੂਬੇ ਦੇ ਵਿੱਚ, ਉਹਦੇ ਲਈ ਇਹ ਅਵਾਰਡ ਆਇਆ ਆਯੁਸ਼ਮਾਨ ਉਤਕ੍ਰਿਸ਼ਟ ਅਵਾਰਡ, ਕਿ ਕਿਹੜੇ ਜ਼ਿਲ੍ਹੇ ਨੇ ਸਭ ਤੋਂ ਵਧੀਆ ਮਤਲਬ ਕੰਮ ਕੀਤਾ ਇਸ ਫੀਲਡ ਦੇ ਵਿੱਚ ਤਾਂ ਉਹਨੂੰ ਅੱਗੇ ਅਵਾਰਡ ਕਰਨਾ। ਠੀਕ ਹੈ, ਤਾਂ ਉਸ ਪਰਪਜ਼ ਲਈ। ਅਤੇ ਜੇ ਸੈਂਟਰ ਕੇਂਦਰ ਦੇ ਲੈਵਲ 'ਤੇ ਮੰਨ ਲਈਏ ਤਾਂ ਯੂਪੀ ਨੇ ਸਭ ਤੋਂ ਵਧੀਆ ਇਸ ਸਕੀਮ ਨੂੰ ਲਾਗੂ ਕੀਤਾ ਗਾ। ਹੁਣ ਰਾਣੀਪੁਰ ਵਾਈਲਡ ਲਾਈਫ ਸੈਂਚਰੀ ਹੈ, ਚਿੱਤਰਕੂਟ ਡਿਸਟ੍ਰਿਕਟ 'ਚ ਪੈਂਦੀ ਹੈਗੀ। ਇਹ ਵੀ ਕਿਹਦਾ, ਯੂਪੀ ਦਾ ਹੀ ਹੈ ਜ਼ਿਲ੍ਹਾ ਇਹ ਚਿੱਤਰਕੂਟ। ਠੀਕ ਹੈ, ਅੱਛਾ ਤੁਸੀਂ ਕਮੈਂਟ ਬਾਕਸ 'ਚ ਮੈਨੂੰ ਦੱਸਣਾ ਕਿ ਚਿੱਤਰਕੂਟ ਕਿਹਦੇ ਲਈ ਫੇਮਸ ਹੈ। ਵੈਰੀ ਇੰਪੋਰਟੈਂਟ ਕੁਐਸਚਨ। ਚਿੱਤਰਕੂਟ ਦਾ ਨਾਮ ਕਿਸੇ ਪਰਟੀਕੂਲਰ ਚੀਜ਼ ਲਈ ਬਹੁਤ ਫੇਮਸ ਹੈ, ਤੁਸੀਂ ਕਮੈਂਟ ਬਾਕਸ 'ਚ ਮੈਨੂੰ ਦੱਸਿਓ। ਤਾਂ ਇਹ ਚਿੱਤਰਕੂਟ ਜ਼ਿਲ੍ਹੇ ਦੇ ਵਿੱਚ ਹੀ ਜਿਹੜੀ ਰਾਣੀਪੁਰ ਵਾਈਲਡ ਲਾਈਫ ਸੈਂਚਰੀ ਹੈ ਇਹ ਦੇਖਣ ਨੂੰ ਮਿਲਦੀ ਹੈ ਸਾਨੂੰ, ਰਾਣੀਪੁਰ ਵਾਈਲਡ ਲਾਈਫ ਸੈਂਚਰੀ। ਤਾਂ ਇਹਨੂੰ ਹੁਣ 54ਵਾਂ ਟਾਈਗਰ ਰਿਜ਼ਰਵ ਭਾਰਤ ਦਾ ਅਤੇ ਚੌਥਾ ਟਾਈਗਰ ਰਿਜ਼ਰਵ ਯੂਪੀ ਦੇ ਵਿੱਚ ਹੋ ਗਿਆ, ਇਹ ਬਣਾ ਦਿੱਤਾ ਗਿਆ। ਠੀਕ ਹੈ, ਤਾਂ ਇਹ ਤਾਂ ਇੱਕ ਬੜੀ ਇੰਪੋਰਟੈਂਟ ਨਿਊਜ਼ ਹੋ ਗਈ ਆਪਣੇ ਵਾਸਤੇ, ਜਿਹੜੀ ਤੁਹਾਨੂੰ ਪਤਾ ਹੋਵੇ ਕਿ ਰਾਣੀਪੁਰ ਵਾਈਲਡ ਲਾਈਫ ਸੈਂਚਰੀ ਹੁਣ 54ਵਾਂ ਟਾਈਗਰ ਰਿਜ਼ਰਵ ਬਣ ਗਿਆ। ਕਿੱਥੇ ਮਿਲਦਾ? ਚਿੱਤਰਕੂਟ ਡਿਸਟ੍ਰਿਕਟ 'ਚ। ਕਿੱਥੇ? ਯੂਪੀ ਦੇ ਵਿੱਚ। ਅਤੇ ਯੂਪੀ ਦਾ ਇਹ ਕਿੰਨਵਾਂ? ਚੌਥਾ। ਫਿਰ ਇਹਦਾ ਮਤਲਬ ਯੂਪੀ 'ਚ 3 ਹੋਰ ਹੋਣਗੇ। ਇੱਕ ਦੁਧਵਾ ਨੈਸ਼ਨਲ ਪਾਰਕ ਹੈ, ਇਹ ਵੀ ਟਾਈਗਰ ਰਿਜ਼ਰਵ ਹੈ। ਪੀਲੀਭੀਤ ਟਾਈਗਰ ਰਿਜ਼ਰਵ ਹੈ ਅਤੇ ਅਮਨਗੜ੍ਹ ਟਾਈਗਰ ਰਿਜ਼ਰਵ ਹੈ। ਅਤੇ ਚੌਥਾ ਕਿਹੜਾ ਹੋ ਗਿਆ? ਚੌਥਾ ਹੋ ਗਿਆ ਰਾਣੀਪੁਰ ਟਾਈਗਰ ਰਿਜ਼ਰਵ ਕਹਿ ਲਓ, ਚਾਹੇ ਵਾਈਲਡ ਲਾਈਫ ਸੈਂਚਰੀ ਕਹਿ ਲਓ। ਤਾਂ ਇੰਪੋਰਟੈਂਟ ਡਾਇਰੈਕਟ ਹੀ ਸਿੱਧਾ ਸਵਾਲ ਬਣ ਜਾਂਦਾ। ਮੈਂ ਇੱਕ ਲੈਕਚਰ ਲੈ ਕੇ ਆਊਂਗਾ ਸਾਰੇ ਨੈਸ਼ਨਲ ਪਾਰਕਸ ਦੇ ਉੱਤੇ ਕਿ ਕਿਹੜੇ ਸਾਡੇ ਦੇਸ਼ ਦੇ ਵਿੱਚ ਨੈਸ਼ਨਲ ਪਾਰਕ ਇੰਪੋਰਟੈਂਟ ਜਿੰਨੇ ਹੈਗੇ ਨੇ ਸਾਰੇ ਸੂਬਿਆਂ ਦੇ, ਸਾਰੇ ਪੜ੍ਹਾਊਂਗਾ। ਪਰ ਉਹ ਫੈਕਚੁਅਲ ਲੈਕਚਰ ਹੀ ਹੈ ਕਿ ਫੈਕਟ ਦੇ ਤੌਰ 'ਤੇ ਹੀ ਹੈ, ਤੁਸੀਂ ਰਿਵਾਈਜ਼ ਕਰ ਸਕਦੇ ਹੋ ਇੱਕ ਤਰੀਕੇ ਨਾਲ। ਯਾਦ ਤਾਂ ਸਾਨੂੰ ਐਜ਼ ਇਟ ਇਜ਼ ਹੀ ਤਰੀਕਾ ਇਹਨਾਂ ਨੂੰ ਯਾਦ ਕਰਨ ਦਾ ਇਹੀ ਹੁੰਦਾ ਕਿ ਇਹਨਾਂ ਦੀ ਲਿਸਟ ਬਣਾ ਕੇ ਆਪਣੇ ਸਟੱਡੀ ਟੇਬਲ ਦੇ ਨੇੜੇ ਤੇੜੇ ਛਿਪਕਾ ਲਓ ਅਤੇ ਲੰਘਦੇ ਵੜਦੇ ਉੱਤੇ ਨਿਗਾਹ ਮਾਰਦੇ ਰਹੋ। ਅਤੇ ਜਿੰਨੇ ਵਾਰ ਨਿਗਾਹ ਮਾਰੀ ਜਾਓਗੇ ਉੱਤੋਂ ਨਿਊਜ਼ ਕਰੰਟ ਅਫੇਅਰ ਪੜ੍ਹੋਗੇ, ਕੋਈ ਨਾ ਕੋਈ ਨਿਊਜ਼ 'ਚ ਆਉਂਦਾ ਹੀ ਰਹਿੰਦਾ। ਤਾਂ ਜਿੰਨੇ ਵਾਰ ਵੀ ਇਹਨਾਂ ਦੇ ਬਾਰੇ ਸੁਣੀ ਜਾਂਦੇ ਹਾਂ ਬਸ ਐਵੇਂ ਹੀ ਯਾਦ ਹੋ ਜਾਂਦੇ ਨੇ। ਹੋਰ ਤਾਂ ਇਹਦਾ ਕੋਈ ਬੜਾ ਤਰੀਕਾ ਹੈ ਨਹੀਂ ਵੀ ਆਪਾਂ ਕਿਵੇਂ ਯਾਦ ਕਰੀਏ, ਹੈ ਨਾ। ਹਿਟਾਚੀ ਐਸਟੈਮੋ ਨੇ ਇੰਸਟਾਲ ਕੀਤਾ ਭਾਰਤ ਦਾ ਪਹਿਲਾ ਸੋਲਰ ਪਾਵਰ ਪਲਾਂਟ ਮਹਾਰਾਸ਼ਟਰ ਦੇ ਵਿੱਚ। ਹਿਟਾਚੀ ਜਿਹੜੇ ਉਹ ਬਣਾਉਂਦੀ ਹੈ, ਤੁਹਾਨੂੰ ਪਤਾ ਹੀ ਹੈ, AC ਬਣਦੇ ਨੇ ਹਿਟਾਚੀ ਦੇ, ATM ਮਸ਼ੀਨਾਂ ਵੀ ਬਣਦੀਆਂ ਨੇ ਹਿਟਾਚੀ ਦੀਆਂ ਬਹੁਤ ਸਾਰੀਆਂ। ਤਾਂ ਇਹ ਕੰਪਨੀ ਆ, ਇਹਨੇ ਪਹਿਲਾ ਸੋਲਰ ਪਾਵਰ ਪਲਾਂਟ ਲਾਇਆ ਆਪਣਾ ਮਹਾਰਾਸ਼ਟਰ ਦੇ ਵਿੱਚ। ਬਸ ਹਲਕੀ ਜਿਹੀ ਨਿਊਜ਼ ਹੀ ਹੈ, ਬੜੀ ਵੱਡੀ ਨਿਊਜ਼ ਨਹੀਂ, ਛੱਡ ਸਕਦੇ ਹੋ। ਅੱਗੇ ਆ ਜਾਓ। ਬੈਰਿਸਟਰ ਸੀ, ਨਾਮ ਸੀਗਾ ਨਾਥ ਪਾਈ। ਉਹਨਾਂ ਦੇ ਨਾਮ 'ਤੇ ਆਫਟਰ ਦਾ ਨੇਮ ਆਫ ਬੈਰਿਸਟਰ ਨਾਥ ਪਾਈ ਦਾ ਚਿੱਪੀ ਗ੍ਰੀਨਫੀਲਡ ਏਅਰਪੋਰਟ ਵਿਲ ਬੀ ਰੀਨੇਮਡ। ਮਹਾਰਾਸ਼ਟਰ ਗੌਰਮੈਂਟ ਨੇ ਇਹ ਫੈਸਲਾ ਲਿਆ, ਉੱਥੇ ਇੱਕ ਏਅਰਪੋਰਟ ਹੈ ਚਿੱਪੀ ਗ੍ਰੀਨਫੀਲਡ ਏਅਰਪੋਰਟ, ਹਵਾਈ ਅੱਡਾ ਹੈ। ਕਿੱਥੇ ਪੈਂਦਾ? ਸਿੰਧੂਦੁਰਗ ਜ਼ਿਲ੍ਹਾ ਹੈ ਉਹਦਾ, ਉਹ ਜ਼ਿਲ੍ਹੇ 'ਚ ਪੈਂਦਾ। ਉਹਦਾ ਨਾਮ ਬਦਲ ਕੇ ਹੁਣ ਇੱਕ ਬੈਰਿਸਟਰ ਹੋਏ ਨੇ ਨਾਥ ਪਾਈ, ਉੱਥੋਂ ਦੇ ਮਸ਼ਹੂਰ ਹੋਣਗੇ, ਫਰੀਡਮ ਫਾਈਟਰ ਸੀਗੇ ਅਤੇ ਸੋਸ਼ਲਿਸਟ ਵੀ ਸੀਗੇ ਜਿਹੜੇ ਸਮਾਜਿਕ ਚੰਗੇ ਕੰਮ ਕਰਦੇ ਸੀ, ਤਾਂ ਉਹਨਾਂ ਦੇ ਨਾਮ 'ਤੇ ਰੱਖਤਾ। ਠੀਕ ਹੈ, ਤਾਂ ਯਾਦ ਕਰ ਲਿਓ। ਪਹਿਲਾਂ ਏਅਰਪੋਰਟ ਦਾ ਨਾਮ ਕੀ ਸੀ? ਚਿੱਪੀ ਗ੍ਰੀਨਫੀਲਡ ਏਅਰਪੋਰਟ। ਹੁਣ ਕੀ ਨਾਮ ਪੈ ਗਿਆ? ਬੈਰਿਸਟਰ ਨਾਥ ਪਾਈ ਗ੍ਰੀਨਫੀਲਡ ਏਅਰਪੋਰਟ। ਅੱਗੇ ਆ ਜਾਓ। ਜਿੱਤੇ ਵੀ ਹੋਏ ਨੇ ਲੋਕ ਸਭਾ ਦੇ ਵਿੱਚ ਵੀ ਗਏ ਨੇ ਇਹ 1957 ਤੋਂ 1967 ਦੇ ਵਿੱਚ। ਪ੍ਰਜਾ ਸੋਸ਼ਲਿਸਟ ਪਾਰਟੀ ਇਹਨਾਂ ਦੀ ਪਾਰਟੀ ਸੀ, ਪਾਰਟੀ ਦਾ ਨਾਮ ਸੀ, ਜਿਹੜੀ ਪਾਰਟੀ ਦੇ ਚਿੰਨ੍ਹ ਤੋਂ ਇਹ ਚੋਣ ਜਿੱਤ ਕੇ ਮਤਲਬ ਲੋਕ ਸਭਾ 'ਚ ਗਏ ਸੀਗੇ। ਲਤਾ ਮੰਗੇਸ਼ਕਰ ਚੌਂਕ ਹੈਜ਼ ਬੀਨ ਇਨੋਗਰੇਟਡ ਇਨ ਅਯੋਧਿਆ ਦੇ ਵਿੱਚ ਯੂਪੀ 'ਚ ਲਤਾ ਮੰਗੇਸ਼ਕਰ ਜੀ ਦੇ ਨਾਮ 'ਤੇ ਇੱਕ ਚੌਂਕ ਦਾ ਨਾਮ ਰੱਖਿਆ ਗਿਆ ਅਤੇ ਯੋਗੀ ਜੀ ਨੇ ਇਹਦਾ ਉਦਘਾਟਨ ਕੀਤਾ। ਠੀਕ ਹੈ, ਤਾਂ ਕਿੱਥੇ ਹੋ ਰਿਹਾ ਇਹ? ਯੂਪੀ ਦੇ ਵਿੱਚ। ਨੋਇਡਾ ਬੇਸਡ ਆਰਕੀਟੈਕਟ ਨੇ, ਨਾਮ ਹੈਗਾ ਰੰਜਨ ਮੋਹੰਤੀ, ਨੇ ਡਿਜ਼ਾਈਨ ਕੀਤਾ ਲਤਾ ਮੰਗੇਸ਼ਕਰ ਚੌਂਕ। ਇਸੇ ਨਾਲ ਰਿਲੇਟਡ ਨਿਊਜ਼ ਹੀ ਸੀ। ਕਿੱਥੇ ਹੈ ਇਹ ਲਤਾ ਮੰਗੇਸ਼ਕਰ ਚੌਂਕ ਬਣਿਆ? ਠੀਕ ਹੈ, ਮਹਾਰਾਸ਼ਟਰ ਦੇ ਵਿੱਚ, ਅਯੋਧਿਆ 'ਚ। ਸੌਰੀ, ਮਹਾਰਾਸ਼ਟਰ ਕਿੱਥੋਂ ਆ ਗਿਆ? ਉਹ ਹੈ ਮਹਾਰਾਸ਼ਟਰ ਦੇ ਸੀ ਨਾ, ਤਾਂ ਮਹਾਰਾਸ਼ਟਰ ਦਿਮਾਗ 'ਚੋਂ ਨਿਕਲੀ ਜਾਂਦਾ। ਤਾਂ ਅਯੋਧਿਆ ਕਿੱਥੇ ਹੈ? ਯੂਪੀ ਦੇ ਵਿੱਚ। ਠੀਕ ਹੈ, ਤਾਂ ਇਹਨੂੰ ਡਿਜ਼ਾਈਨ ਕਿਹਨੇ ਕੀਤਾ? ਨਾਮ ਸੀਗਾ ਆਰਕੀਟੈਕਚਰ ਦਾ ਰੰਜਨ ਮੋਹੰਤੀ। 40 ਫੁੱਟ ਲੰਬਾ, 12 ਮੀਟਰ ਹਾਈ, ਕਲਾਸੀਕਲ ਇੱਕ ਇੰਸਟਰੂਮੈਂਟ ਵੀਨੇ ਦਾ ਨਾਮ ਸੁਣਿਆ ਤੁਸੀਂ? ਵੀਨਾ ਇੰਸਟਰੂਮੈਂਟ ਵੱਡਾ ਸਾਰਾ ਐਵੇਂ ਹੁੰਦਾ, ਟਾਰ ਦੇ ਵਾਂਗੂ ਵਜਾਉਂਦੇ ਆ ਵੀਨਾ, ਜਿਹੜਾ ਕਿ 14 ਟਨ ਦਾ ਹੈਗਾ। ਉਹਨੂੰ ਵੀ ਇੰਸਟਾਲ ਕੀਤਾ ਗਿਆ ਇੱਥੇ। ਠੀਕ ਹੈ, ਮਤਲਬ ਇਸ ਚੌਂਕ ਦੇ ਵਿੱਚ, ਕਿਉਂਕਿ ਵੀਨਾ ਵਜਾਉਂਦੇ ਹੋਏ ਤੁਸੀਂ ਦੇਖਿਆ ਹੋਣਾ ਲਤਾ ਮੰਗੇਸ਼ਕਰ ਜੀ ਨੂੰ, ਤਾਂ ਉਹਨਾਂ ਨੂੰ ਸਮਰਪਿਤ ਨਾਮ ਚੌਂਕ ਦਾ ਨਾਮ ਕੀ ਰੱਖਤਾ? ਲਤਾ ਮੰਗੇਸ਼ਕਰ। ਵੀਨਾ ਦਾ ਇੱਕ ਪੂਰਾ ਸਟੈਚੂ ਲਾਇਆ ਅਤੇ ਚੌਂਕ ਨੂੰ ਆਰਕੀਟੈਕਟ ਕਰਨ ਵਾਲਾ ਬੰਦਾ ਹੈਗਾ ਰੰਜਨ ਮੋਹੰਤੀ, ਅਤੇ ਜਿਹਨੇ ਵੀਨਾ ਬਣਾਉਣ ਵਾਲਾ ਹੈਗਾ ਮਾਸਟਰ ਰਾਮ ਬੰਜੀ ਸੂਤਰ ਜਾਂ ਇਹਦਾ ਨਾਮ ਸੁਣਿਆ ਹੋਊਗਾ ਤੁਸੀਂ ਨੇ। ਕਿੱਥੇ ਸੁਣਿਆ ਹੋਊਗਾ? ਸਟੈਚੂ ਆਫ ਯੂਨਿਟੀ 'ਚ, ਜਿਹੜਾ
ਆਪਣੇ ਸਰਦਾਰ ਵੱਲਭ ਭਾਈ ਪਟੇਲ ਦਾ ਬੁੱਤ ਬਣਾਇਆ ਬਹੁਤ ਵੱਡਾ, ਉਹ ਇਸ ਨੇ ਤਾਂ ਬਣਾਇਆ ਸੀਗਾ, ਗੁਜਰਾਤ ਦੇ ਵਿੱਚ ਲੱਗਿਆ ਹੋਇਆ ਰਾਮ ਮੰਜਰ ਸੁੰਤੀ ਨੇ, ਰਾਮ ਸੂਤਰਵੰਜੀ ਐਗਜ਼ੈਕਟ ਨਾਮ ਆ। ਅਤੇ ਇਹਨਾਂ ਨੇ ਹੀ ਕੀ ਬਣਾਇਆ, ਵੀਨਾ ਬਣਾਇਆ, ਜਿਹੜਾ ਚੌਂਕ ਕਿਹੜੇ 'ਚ ਲਾਇਆ ਗਾ, ਲਤਾ ਮੰਗੇਸ਼ਕਰ 'ਚ। ਲੱਗਿਆ ਕਿੱਥੇ ਹੈ, ਲੱਗਿਆ ਹੈਗਾ ਜੀ ਸਾਡਾ ਅਯੋਧਿਆ ਦੇ ਵਿੱਚ। 3 ਚੀਜ਼ਾਂ ਹੋ ਗਈਆਂ ਇੰਪੋਰਟੈਂਟ ਹੈ ਵੀ ਨਿਊਜ਼। ਫਿਰ ਇੱਕ ਉੜੀਸਾ ਨੇ ਪਬਲਿਸ਼ ਕੀਤਾ ਭਾਰਤ ਦਾ ਪਹਿਲਾ ਟਰਾਈਬਲ ਕਮਿਊਨਿਟੀ ਵੇਸਡ ਐਨਸਾਈਕਲੋਪੀਡੀਆ। ਲਓ ਜੀ, ਜਿਵੇਂ ਐਨਸਾਈਕਲੋਪੀਡੀਆ ਨਾ ਨਿਊਜ਼ ਕੱਢ ਕੇ ਦਿੰਦਾ, ਟਰਾਈਬਲਾਂ ਦੀ ਨਿਊਜ਼ ਕੱਢ ਕੇ ਦੇਊਗਾ, ਅਤੇ ਇਹ ਭਾਰਤ ਦਾ ਪਹਿਲਾ ਟਰਾਈਬਲ ਕਮਿਊਨਿਟੀ ਦੇ ਆਧਾਰਿਤ ਜਿਹੜਾ ਵਿਸ਼ਵਕੋਸ਼ ਪ੍ਰਕਾਸ਼ਿਤ ਕੀਤਾ ਗਿਆ ਉੜੀਸਾ ਸਰਕਾਰ ਦੁਆਰਾ। ਇੱਕ ਚੰਗਾ ਉਪਰਾਲਾ, ਇੰਪੋਰਟੈਂਟ ਆ, ਮਾਰਕ ਕਰ ਸਕਦੇ ਹੋ ਤੁਸੀਂ। ਅੱਗੇ ਚੱਲਦੇ ਹਾਂ। ਸੋ ਆਪਣੀ ਅੱਜ ਦੀ ਲਗਭਗ ਲਾਸਟ ਨਿਊਜ਼ ਹੈ ਇਹ। ਪੁਲਮਪਾਰਾ ਕੇਰਲਾ ਦਾ ਪਹਿਲਾ ਡਿਜੀਟਲੀ ਲਿਟਰੇਟ ਪੰਚਾਇਤ ਬਣ ਗਈ। ਵੈਰੀ ਇੰਪੋਰਟੈਂਟ। ਪੁਲਮਪਾਰਾ ਕੋਈ ਪਿੰਡ ਹੈ ਜਿਹੜਾ ਕਿ ਤ੍ਰਿਵੇਂਦਰਮ, ਜਿਹੜਾ ਇਹਨਾਂ ਦਾ ਜ਼ਿਲ੍ਹਾ, ਉਹਦੇ ਵਿੱਚ ਪੈਂਦਾ। ਪਹਿਲੀ ਡਿਜੀਟਲੀ ਲਿਟਰੇਟ ਗ੍ਰਾਮ ਪੰਚਾਇਤ ਦਾ ਦਰਜਾ ਹਾਸਲ ਕੀਤਾ ਪੂਰੇ ਦੇਸ਼ ਦੇ ਵਿੱਚ ਪੁਲਮਪਾਰਾ ਨੇ। ਠੀਕ ਹੈ, ਤਾਂ ਦੇਖੋ ਇਹਦੇ ਵਿੱਚ ਹੁਣ ਤੁਹਾਨੂੰ ਮੈਨੂੰ ਲੱਗਦਾ ਪਹਿਚਾਣ ਤਾਂ ਹੋ ਗਈ ਨਾ ਵੀ ਕਿਸ ਤਰੀਕੇ ਨਾਲ ਤੁਸੀਂ ਨੇ ਕਿਹੜਾ ਕਰੰਟ ਅਫੇਅਰ 'ਤੇ ਵਜਨ ਵੱਧ ਦੇਣਾ, ਕਿਹੜੇ ਕਰੰਟ ਅਫੇਅਰ ਨੂੰ ਤੁਸੀਂ ਇਗਨੋਰ ਕਰਕੇ ਚੱਲ ਸਕਦੇ ਹੋ, ਇੱਕ ਟਾਈਮ ਬਸ ਰੀਡ ਕਰਕੇ ਛੱਡ ਸਕਦੇ ਹੋ। ਜਦੋਂ ਰਿਵਾਈਜ਼ ਕਰੋਗੇ ਤਾਂ ਰਿਵਾਈਜ਼ ਵੇਲੇ ਉਹੀ ਕਰੰਟ ਅਫੇਅਰਾਂ 'ਤੇ ਜ਼ਿਆਦਾ ਫੋਕਸ ਦੇਣਾ ਜਿੱਥੇ ਮੈਂ ਫੋਕਸ ਦੇ ਰਿਹਾ। ਠੀਕ ਹੈ, ਤਾਂ ਸਟੇਟ ਦੇ ਤਾਂ ਜ਼ਿਆਦਾ ਆਪਾਂ ਇਹੀ ਬਸ ਫਰਕ ਰਹਿ ਜਾਂਦਾ ਆਪਣਾ, ਜਦੋਂ ਕੇਂਦਰ ਦੇ ਪੇਪਰ ਦਿੰਦੇ ਹਾਂ ਤਾਂ ਉਹ ਸਟੇਟਾਂ 'ਚ ਜ਼ਿਆਦਾ ਵੜ ਜਾਂਦੇ ਨੇ। ਪਰ ਪੰਜਾਬ ਦੇ ਪੇਪਰਾਂ ਦੇ ਐਂਗਲ ਤੋਂ ਜੇ ਤੁਸੀਂ ਤਿਆਰੀ ਕਰ ਰਹੇ ਹੋ ਤਾਂ ਉਹਦੇ ਵਿੱਚ ਜਿਹੜੇ ਕਰੰਟ ਅਫੇਅਰ ਨੇ ਉਹ ਸਟੇਟ ਸਪੈਸੀਫਿਕ ਇੰਨੇ ਵਿੱਚ ਨਹੀਂ ਵੜਨਗੇ, ਉਹ ਸਟੇਟ ਦੇ ਉਹ ਪ੍ਰੋਜੈਕਟਾਂ ਨੂੰ ਹੀ ਜ਼ਿਆਦਾ ਚੱਕਣਗੇ ਜਿਹੜੇ ਪ੍ਰੋਜੈਕਟ ਬਹੁਤ ਹਾਈਲਾਈਟ ਹੋਏ ਹੋਣਗੇ। ਠੀਕ ਹੈ, ਤਾਂ ਉਸੇ ਐਂਗਲ ਤੋਂ ਹੀ ਤੁਸੀਂ ਤਿਆਰੀ ਕਰਨੀ ਹੈ, ਕਿਉਂਕਿ ਐਂ ਤਾਂ ਕੰਟੈਂਟ ਬਹੁਤ ਹੋ ਜਾਂਦਾ, ਆਪਾਂ ਕਿੰਨਾ ਕੁ ਪੜ੍ਹੀ ਜਾਵਾਂਗੇ। ਤਾਂ ਇਹ ਚੀਜ਼ ਨੂੰ ਧਿਆਨ 'ਚ ਰੱਖ ਕੇ ਆ ਤਾਂ ਤੁਸੀਂ ਚੈਨਲ ਨੂੰ ਦੇਖੋ ਯਾਰ, ਇੱਕ ਮੇਰੀ ਤੁਹਾਡੇ ਨਾਲ ਸ਼ਿਕਾਇਤ ਆ ਕਿ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਨਹੀਂ ਕਰਦੇ ਯਾਰ। ਚੈਨਲ ਨੂੰ ਵਿਊਜ਼ ਤਾਂ ਬਹੁਤ ਹੋ ਜਾਂਦੇ ਨੇ ਆਪਣੇ, ਤੁਸੀਂ ਜਿੰਨੇ ਆਪਣੇ ਕੋਲ ਆਪਾਂ ਸੀਰੀਜ਼ ਮੈਰਾਥਨ ਸੀਰੀਜ਼ ਚੱਲ ਰਹੀ ਹੈ, ਠੀਕ ਹੈ, ਤਾਂ ਉਹਦੇ 3000 4000 ਵਿਊਜ਼ ਵੀ ਹੋ ਰਹੇ ਨੇ, ਬੱਚੇ ਦੇਖ ਰਹੇ ਨੇ, ਪਰ ਆਪਣੇ ਕੋਲੇ ਹਾਲੇ ਸਬਸਕ੍ਰਾਈਬਰ 1000 ਵੀ ਨਹੀਂ ਹੋਏ ਹੈਗੇ। ਤਾਂ ਤੁਹਾਨੂੰ ਰਿਕੁਐਸਟ ਹੀ ਹੈ ਕਿ ਤੁਸੀਂ, ਜੇ ਤੁਹਾਨੂੰ ਕੰਟੈਂਟ ਕੰਮ ਦਾ ਲੱਗ ਰਿਹਾ ਵੀ ਹਾਂ ਕੰਟੈਂਟ ਵਾਕਈ ਤੁਹਾਡੇ ਵਾਸਤੇ, ਤੁਹਾਡੀ ਤਿਆਰੀ ਵਾਸਤੇ ਬਹੁਤ ਸਹਾਇਕ ਹੋ ਰਿਹਾ, ਤਾਂ ਅਸੀਂ ਵੀ ਯਾਰ ਮਿਹਨਤ ਕਰ ਰਹੇ ਹਾਂ, ਤਾਂ ਮੇਰੀ ਰਿਕੁਐਸਟ ਹੈ ਕਿ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਅਤੇ ਸ਼ੇਅਰ ਕਰੋ। ਕੋਈ ਮਕਸਦ ਨਹੀਂ, ਪਹਿਲਾਂ ਹੀ ਤੁਹਾਨੂੰ ਦੱਸਤਾ ਕਿ ਇਸ ਚੈਨਲ ਦਾ ਮਕਸਦ ਤਾਂ ਇਹੀ ਹੈ ਸਿੰਪਲੀ ਕਿ ਉਹ ਰੂਰਲ ਬੈਲਟ ਦੇ ਵਿੱਚ ਕੁਆਲਿਟੀ ਐਜੂਕੇਸ਼ਨ ਪਹੁੰਚਾ ਦੇਣਾ ਜਿੱਥੇ ਬੱਚੇ ਵੰਚਿਤ ਰਹਿ ਜਾਂਦੇ ਨੇ ਇਸ ਚੀਜ਼ ਤੋਂ। ਠੀਕ ਹੈ, ਕੁਆਲਿਟੀ ਨਾਲ ਕਿਤੇ ਕੰਪਰੋਮਾਈਜ਼ ਨਹੀਂ ਹੋਊਗਾ ਕਿਸੇ ਵੀ ਉੱਤੇ। ਇਹੀ ਕਾਰਨ ਹੈ ਕਿ ਹਫਤੇ ਦੇ ਵਿੱਚ 3 ਜਾਂ 4 ਵੀਡੀਓਜ਼ ਹੀ ਜ਼ਿਆਦਾਤਰ ਬਣ ਕੇ ਪੈ ਪਾਉਂਦੀਆਂ ਨੇ। ਮੈਂ ਉਹ ਰੋਜ਼ ਲਾਈਵ ਹੋ ਗਿਆ ਉਹ ਚੀਜ਼ ਨਹੀਂ ਹੁੰਦੀ ਸਾਡੇ ਤੋਂ, ਕਿਉਂਕਿ ਅਸੀਂ ਕੁਆਲਿਟੀ ਨਾਲ ਨਹੀਂ ਕੰਪਰੋਮਾਈਜ਼ ਕਰ ਸਕਦੇ ਹੈਗੇ। ਜਿਹੜੀ ਚੀਜ਼ ਬਣੂਗੀ ਤਸੱਲੀ ਬਖਸ਼ ਬਣੂਗੀ, ਤੁਹਾਡੀ ਤਿਆਰੀ ਦੇ ਵਿੱਚ ਬਿਲਕੁਲ ਸਹਾਇਕ ਹੋਊਗੀ। ਤੁਸੀਂ MCQ ਦੇਖ ਸਕਦੇ ਹੋ, ਮੈਂ ਫੋਕੇ ਦੇ MCQ ਪਾਉਂਦਾ ਹੀ ਨਹੀਂ ਹੈਗਾ, ਮੈਂ MCQ ਉਹੀ ਚੱਕਦਾ ਜਿਹੜੇ MCQ ਤੁਹਾਨੂੰ ਫਸਾਉਣ ਵਾਲੇ ਨੇ, ਜਿਨ੍ਹਾਂ ਦੇ ਬਾਰੇ ਜਾਂ ਤੁਸੀਂ ਸੁਣਿਆ ਨਹੀਂ ਹੋਊਗਾ, ਜਾਂ ਜਿਹੜੇ MCQ ਪੇਪਰ ਦੇ ਐਂਗਲ ਤੋਂ ਬਹੁਤ ਇੰਪੋਰਟੈਂਟ ਨੇ। ਜਿਹੜੇ ਨੋਰਮਲ MCQ ਨੇ ਉਹ ਤੁਹਾਨੂੰ, ਜੇ ਤਿਆਰੀ 'ਚ ਤੁਸੀਂ ਲੱਗੇ ਹੋਏ ਹੋ, ਜੁਟੇ ਹੋਏ ਹੋ, ਤੁਹਾਨੂੰ ਵੈਸੇ ਹੀ ਆਉਂਦੇ ਹੋਣਗੇ। ਉਹ ਮੈਂ ਇੰਨੀ ਗੱਲ ਸਮਝਦਾ, ਕਿਉਂਕਿ ਮੈਂ ਇਸ ਅਦਾਰੇ ਦੇ ਵਿੱਚ ਕਿੰਨੇ ਸਾਲ ਦਾ ਜੁੜਿਆ ਹੋਇਆ, ਤਾਂ ਮੈਨੂੰ ਵੀ ਪਤਾ ਕਿ ਕਿਹੜਾ ਹਲਕਾ ਮਟੀਰੀਅਲ ਆ, ਕਿਹੜਾ ਮਟੀਰੀਅਲ ਜਿਹੜੇ ਤੋਂ ਤੁਸੀਂ ਵੰਚਿਤ ਹੋ, ਕਿ ਉਹ ਮਟੀਰੀਅਲ ਨਾਲ ਤੁਹਾਨੂੰ ਜਾਣੂ ਕਰਾਇਆ ਜਾਵੇ। ਸੋ ਆਪਣੀ ਅੱਜ ਦੀ ਡਿਸਕਸ਼ਨ ਇੰਨੀ ਆ, ਤੁਸੀਂ ਪੇਸ਼ੈਂਸ ਨਾਲ ਸੁਣਿਆ, ਤੁਹਾਡਾ ਬਹੁਤ ਬਹੁਤ ਧੰਨਵਾਦ। ਅਗੇਨ ਮੈਂ ਰਿਕੁਐਸਟ ਕਰੂੰਗਾ ਕਿ ਸਬਸਕ੍ਰਾਈਬ ਜ਼ਰੂਰ ਕਰੋ ਚੈਨਲ ਨੂੰ ਅਤੇ ਵੱਧ ਤੋਂ ਵੱਧ ਸ਼ੇਅਰ ਕਰੋ, ਸੋ ਦੈਟ ਇਹ ਚੈਨਲ ਅੱਗੇ ਦਿਖਣਾ ਸ਼ੁਰੂ ਹੋਵੇ ਅਤੇ ਉਹ ਬੱਚਿਆਂ ਤੱਕ ਵੀ ਪਹੁੰਚ ਸਕੇ ਜਿਹੜੇ ਬੱਚਿਆਂ ਨੂੰ ਹੁਣ ਆਉਣ ਵਾਲੇ, ਜਿਵੇਂ ਖਾਸ ਕਰ ਕਾਂਸਟੇਬਲ ਦਾ ਪੇਪਰ ਹੈ, ਕਿਉਂਕਿ ਉਹ ਪੇਪਰ ਹੈ ਜਿਹਦੇ ਵਿੱਚ ਉਹ ਕਰਾਊਡ ਸਭ ਤੋਂ ਵੱਧ ਹੋਊਗੀ, ਹੈ ਨਾ, ਜਿਹੜੀ ਰੂਰਲ ਕਰਾਊਡ ਆ ਆਪਣੀ, ਜਿਨ੍ਹਾਂ ਦੇ ਵਿੱਚ ਇੱਕ ਕਾਂਸਟੇਬਲ ਨੂੰ ਲੈ ਕੇ ਵੀ ਹਾਂ ਪੰਜਾਬ ਪੁਲਿਸ ਦੀ ਵਰਦੀ ਨੂੰ ਲੈ ਕੇ ਜਜ਼ਬਾ ਹੁੰਦਾ ਗਾ, ਤਾਂ ਬਿਲਕੁਲ ਹੋਣਾ ਵੀ ਚਾਹੀਦਾ। ਇਹਦੇ ਵਿੱਚ ਕੀ ਦੁਹਰਾਏ ਆ, ਤਾਂ ਉਹਨਾਂ ਤੱਕ ਇਹ ਲੈਕਚਰ ਪਹੁੰਚ ਸਕਣ ਅਤੇ ਉਹ ਵੀ ਇਹਦਾ ਫਾਇਦਾ ਵੱਧ ਤੋਂ ਵੱਧ ਲੈ ਸਕਣ। ਸੋ ਥੈਂਕ ਯੂ ਫॉर ਵਾਚਿੰਗ।